ਭੋਗਪੁਰ ਦੇ ਨੇੜੇ ਆ ਪਿੰਡ ਚੜ੍ਹ ਕੇ, ਜ਼ਿਲ੍ਹਾ ਜਲੰਧਰ ਹੈ, ਦੁਆਬੇ 'ਚ ਪੈਂਦਾ ਤੇ ਦੁਆਬੇ ਦੇ ਵਿੱਚ ਜ਼ਮੀਨਾਂ ਥੋੜੀਆਂ ਨੇ ਕਿਸਾਨਾਂ ਦੀਆਂ। ਦੋ ਭਰਾ ਨੇ, ਸਕੇ ਸਾਂਝੇ ਪਰਿਵਾਰ ਦੇ ਵਿੱਚ ਰਹਿੰਦੇ ਆ, ਸਾਂਝੀ ਖੇਤੀ ਕਰਦੇ ਆ, ਸਾਂਝੀ ਰੋਟੀ ਪੱਕਦੀ ਹੈ, ਪਰਾਲੀ ਨੂੰ ਅੱਗ ਨਹੀਂ ਲਾਉਂਦੇ। ਦੂਸਰੀ ਗੱਲ ਹੈ ਕੁਦਰਤੀ ਖੇਤੀ ਕਰਦੇ ਆ। ਤੀਸਰੀ ਗੱਲ ਹੈ ਕਿ ਫਸਲ ਵੇਚਣ ਲਈ ਧੱਕੇ ਨਹੀਂ ਖਾਣੇ ਪੈਂਦੇ। ਜੋ ਹੁਣ ਇਸ ਵੇਲੇ ਹਾਲਾਤ ਆ ਉਹ ਕੈਮੀਕਲ ਖੇਤੀ ਕਰਨ ਦੇ ਯੋਗ ਵੀ ਨਹੀਂ ਸਾਡੀ। ਕਣਕ ਤੋਂ ਤੂੜੀ ਬਣਾਈ, ਹਾਂਜੀ, ਤੂੜੀ ਬਣਾਉਣ ਤੋਂ ਬਾਅਦ 'ਚ ਸੁੱਕੀ ਪੈਲੀ ਨੂੰ ਡੈਕਸਾਂ ਦੇ ਨਾਲ ਵਾਹ ਦੇਣਾ ਜੀ, ਵਾਹੁਣ ਤੋਂ ਬਾਅਦ 'ਚ ਉਹਨੂੰ ਛੱਡ ਦੇਣਾ ਬਈ ਹੁਣ ਜਿੱਦਣ ਬਾਰਿਸ਼ ਪਊਗੀ ਉਦਣ ਇਹਨੂੰ ਦੇਖਾਂਗੇ। ਤੇ ਕੀ ਸ਼ੁਰੂ ਤੋਂ ਹੀ ਕੁਦਰਤੀ ਖੇਤੀ ਕਰਦੇ ਸੀ ਕਿ ਪਹਿਲਾਂ ਖਾਦਾਂ ਖੂਦਾਂ ਪਾਉਂਦੇ ਸੀ? ਕੀ ਬਿਨਾਂ ਖਾਦ ਪਾਇਆ ਖੇਤੀ ਹੋ ਜਾਂਦੀ ਹੈ? ਉਹ ਜਦੋਂ ਕੁਦਰਤੀ ਖੇਤੀ ਵੱਲ ਆਏ ਹੋ ਕਿੰਨੇ ਕੁ ਸਾਲ ਝਾੜ ਘਟਿਆ, ਜਾਨੀ ਡੁੱਬਣ ਕਿਨਾਰੇ ਹੋ ਗਿਆ ਸੀ? ਪਰਾਲੀ ਨੂੰ ਬਿਨਾਂ ਅੱਗ ਲਾਇਆ ਇੱਕ ਜਿਹੜਾ ਮੱਧ ਵਰਗੀ ਪਰਿਵਾਰ ਹੈ, ਕਿਸਾਨ ਪਰਿਵਾਰ ਹੈ, ਉਹ ਖੇਤੀਬਾੜੀ ਕਰ ਸਕਦਾ ਕਿ ਪਰਾਲੀ ਨੂੰ ਅੱਗ ਲਾਏ ਬਿਨਾਂ ਨਹੀਂ ਸਰਦਾ? ਗੰਨੇ ਵਾਲੇ ਪਾਸੇ ਕਿੱਦਾਂ ਆਏ? ਗੁੜ ਤੁਹਾਡਾ ਵਿਕਦਾ ਕਿ ਨਹੀਂ ਵਿਕਦਾ? ਜੇ ਵਿਕਦਾ ਤਾਂ ਉਹਦੀ ਖਾਸੀਅਤ ਕੀ ਹੈ? ਸਾਡੇ ਡੈਡੀ ਜੀ ਨੇ ਸਾਨੂੰ ਇੱਕੋ ਗੱਲ ਸਿਖਾਈ ਸੀ ਜੀ, ਰੇਟ ਉੱਪਰ ਥੱਲੇ ਨਾ ਕਰਿਓ ਤੇ ਕੁਆਲਿਟੀ ਨੂੰ ਇੱਕ ਥਾਂ ਰੱਖਿਓ। 15 ਦਿਨਾਂ ਦੇ ਵਿੱਚ ਅਸੀਂ ਇੱਕ ਖੇਤ ਦੇ ਗੰਨੇ ਕੱਢ ਦਿੱਤੇ ਛਿੱਲ ਛੁੱਲ ਕੇ ਆਪੇ ਹੀ, ਤੇ 15 ਦਿਨਾਂ ਦੇ ਵਿੱਚ ਹੀ ਸਾਡਾ ਗੁੜ ਖਤਮ ਹੋ ਗਿਆ। ਬਿਨਾਂ ਖਾਦ ਪਾਇਆ ਕੰਮ ਚਲਾ ਸਕਦੇ ਆ। ਤੁਸੀਂ ਫਿਰ ਐਦਾਂ ਦਸਤਾਰ ਰੋਜ਼ ਸੇ ਆਉਂਦੇ ਹੋਣੇ, ਐਨ ਕੁੜਤਾ ਪਜਾਮਾ ਅੱਜ ਪ੍ਰੈਸ ਕਰਕੇ ਪਾਇਆ, ਜੁੱਤੀ ਸੋਹਣੀ ਪਾਈ ਆ, ਐਨ ਵਧੀਆ ਤਰੀਕੇ ਦੇ ਨਾਲ, ਜਾਣੀ ਤੁਹਾਡੇ ਨਾ ਇੱਥੇ ਪੰਜਾਬ 'ਚ ਆਉਣ ਦਾ ਸਾਨੂੰ ਚਾਅ ਹੀ ਇੰਨਾ ਹੈ। ਠੀਕ ਹੈ। ਹਵਾ ਦੇ ਵਿੱਚ ਫਰਕ ਹੁੰਦਾ ਹੈ, ਕਿਉਂਕਿ ਪ੍ਰਾਈਮ ਟਾਈਮ ਤੁਸੀਂ ਬਹੁਤੀ ਵਾਰ ਸਟੂਡੀਓ ਦੇ ਅੰਦਰੋਂ ਵੇਖਦੇ ਹੋ, ਸੁਣਦੇ ਹੋ, ਮਹਿਸੂਸ ਕਰਦੇ ਹੋ। ਉੱਥੇ ਇੱਕ ਬਹੁਤ ਗੱਦੇਦਾਰ ਜੀ ਕੁਰਸੀ ਹੁੰਦੀ ਆ, ਮੂਹਰੇ ਟੇਬਲ ਪਿਆ ਹੁੰਦਾ ਤੇ ਪਿੱਛੇ AC ਲੱਗਾ ਹੁੰਦਾ ਤੇ ਸਿਆਲਾਂ ਨੂੰ ਹੀਟ ਦਾ ਪ੍ਰਬੰਧ ਕਰ ਦਿੰਦੇ ਕਈ ਵਾਰੀ ਚੈਨਲ ਵਾਲੇ। ਸੁੱਖ ਹੁੰਦਾ ਥੋੜ੍ਹਾ ਜਿਹਾ। ਪਰ ਇੱਧਰਲੇ ਪਾਸੇ ਅੱਜ ਆਪਾਂ ਖੇਤਾਂ ਦੇ ਵਿੱਚ ਬੈਠੇ ਹਾਂ, ਤੁਹਾਨੂੰ ਪਿੱਛੇ ਕੋਈ ਦਰਖਤ ਨਜ਼ਰ ਆਊਗਾ, ਥੱਲੇ ਪੱਠੇ ਪੁੱਠੇ ਖਿਲਰੇ ਨਜ਼ਰ ਆਉਣਗੇ, ਕਈ ਤਰ੍ਹਾਂ ਦੀਆਂ ਆਵਾਜ਼ਾਂ ਨਜ਼ਰ ਆਉਣਗੀਆਂ, ਕਿਉਂਕਿ ਅੱਜ ਆਪਾਂ ਇੱਕ ਖੇਤੀਬਾੜੀ ਕਰਨ ਵਾਲੇ ਪਰਿਵਾਰ ਦੇ ਵਿੱਚ ਆ। ਹੋ ਸਕਦਾ ਤੁਹਾਨੂੰ ਬੱਚਿਆਂ ਦੀਆਂ ਆਵਾਜ਼ਾਂ ਵੀ ਆਉਣ, ਹੋ ਸਕਦਾ ਕੋਈ ਨਾ ਕੋਈ ਬਜ਼ੁਰਗ, ਕੋਈ ਬੀਬੀ ਵਿੱਚੋਂ ਹਾਕ ਮਾਰ ਦੇਵੇ ਕਿ ਚਾਹ ਬਣ ਗਈ ਆ, ਲੈ ਜਾਓ, ਕਿਉਂਕਿ ਭਰਿਆ ਪਰਿਵਾਰ ਹੈ ਭਾਈ, ਸਾਂਝਾ ਪਰਿਵਾਰ ਹੈ, ਤੇ ਸਾਂਝੇ ਪਰਿਵਾਰ ਦੇ ਵਿੱਚ ਜਦੋਂ ਖੇਤੀਬਾੜੀ ਦੀਆਂ ਗੱਲਾਂ ਕਰਨੀਆਂ ਤਾਂ ਆਵਾਜ਼ਾਂ ਆਉਣੀਆਂ, ਤੁਹਾਨੂੰ ਪਿੰਡ ਦੀ ਫੀਲਿੰਗ ਆਊਗੀ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ TV, ਮੈਂ ਪਰਮਜੀਤ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਝੋਨੇ ਦੀ ਖਰੀਦ ਸ਼ੁਰੂ ਹੋ ਗਈ 1 ਅਕਤੂਬਰ ਤੋਂ, ਤੇ ਪਿਛਲੇ ਕਈ ਦਿਨਾਂ ਤੋਂ ਚਰਚਾ ਪੰਜਾਬ ਸਰਕਾਰ ਰੌਲਾ ਰੱਪਾ ਪਾਉਂਦੀ ਹੈ, ਵੈਸੇ ਤਾਂ ਕਈ ਦਹਾਕਿਆਂ ਤੋਂ ਰੌਲਾ ਰੱਪਾ ਪਾਉਂਦੀ ਹੈ ਕਿ ਪਰਾਲੀ ਨਾ ਸਾੜਿਓ, ਪਰਾਲੀ ਨਾ ਸਾੜਿਓ। ਕਿਸਾਨ ਕਹਿੰਦੇ ਜੀ ਸਾਡੇ ਵੱਸੋਂ ਬਾਹਰ ਹੈ, ਅਸੀਂ ਕਿਵੇਂ ਪਰਾਲੀ ਨਾ ਸਾੜੀਏ, ਸਾਡੇ ਕੋਲ ਤਾਂ ਮਸ਼ੀਨਰੀ ਛੋਟੀ ਹੈ, ਸਾਡੇ ਕੋਲ ਆਹ ਸਮੱਸਿਆਵਾਂ। ਗੱਲ ਸਰਕਾਰ ਦੀ ਵੀ ਜਾਇਜ਼ ਹੈ ਤੇ ਕਿਸਾਨ ਜਦੋਂ ਆਪਣਾ ਤਰਕ ਦਿੰਦੇ ਆ ਤੇ ਗੱਲ ਉਹਨਾਂ ਦੀ ਵੀ ਠੀਕ ਲੱਗਦੀ ਹੈ। ਦੂਸਰੀ ਗੱਲ, ਖਾਦਾਂ ਬੜੀਆਂ ਪੈਂਦੀਆਂ ਖੇਤੀਬਾੜੀ ਨੂੰ, ਤੇ ਕਿਸਾਨ ਕਹਿੰਦੇ ਆ ਜੀ ਜੇ ਖਾਦ ਨਾ ਪਾਈਏ ਫਸਲ ਹੁੰਦੀ ਨਹੀਂ, ਉੱਠਦੀ ਨਹੀਂ, ਝਾੜ ਘਟਦਾ, ਕਰੀਏ ਕੀ, ਆਮਦਨ ਘਟਦੀ ਆ, ਕਰਜ਼ੇ ਦੇ ਕਿਸ਼ਤ ਕਿੱਥੋਂ ਦੇਣੀ ਆ, ਪੈਸੇ ਪੂਰੇ ਕਿੱਥੋਂ ਕਰਨੇ ਆ। ਗੱਲ ਜਿਹੜੇ ਸਲਾਹ ਦਿੰਦੇ ਨੇ ਉਹਨਾਂ ਦੀ ਵੀ ਸਮਝ ਆਉਂਦੀ ਹੈ ਕਿ ਭਾਈ ਖਾਦਾਂ ਪਾਵਾਂਗੇ ਜ਼ਹਿਰੀਲੀਆਂ ਚੀਜ਼ਾਂ ਹੋਣਗੀਆਂ, ਖਾਵਾਂ ਪੀਵਾਂਗੇ ਔਖੇ ਹੋ ਜਾਣਗੇ। ਕਿਸਾਨਾਂ ਦੀ ਗੱਲ ਵੀ ਜਿਹੜੀ ਹੈ ਗੈਰ ਵਾਜਬ ਨਹੀਂ ਲੱਗਦੀ ਕਿ ਭਾਈ ਜੇ ਝਾੜ ਹੀ ਨਾ ਹੋਇਆ ਤਾਂ ਫਿਰ ਜਾਵਾਂਗੇ ਕਿੱਧਰਲੇ ਪਾਸੇ। ਪਰ ਅੱਜ ਇੱਕ ਐਸੇ ਕਿਸਾਨ ਪਰਿਵਾਰ ਦੇ ਨਾਲ ਗੱਲਬਾਤ ਕਰਨੀ ਹੈ, ਦੋ ਸਕੇ ਭਰਾਵਾਂ ਦੇ ਨਾਲ ਗੱਲਬਾਤ ਕਰਨੀ ਹੈ। ਪਹਿਲੀ ਗੱਲ ਹੈ ਕਿ ਇਕੱਠੇ ਰਹਿੰਦੇ ਆ, ਇਕੱਠ ਬੜਾ ਜ਼ਰੂਰੀ ਹੁੰਦਾ, ਚਾਹੇ ਦੇਸ਼ ਦਾ ਹੋਵੇ, ਕੌਮ ਦਾ ਹੋਵੇ, ਚਾਹੇ ਪਰਿਵਾਰ ਦਾ, ਚਾਹੇ ਪਿੰਡ ਦਾ। ਹੁਣ ਉਹ ਸਾਰੀਆਂ ਗੱਲਾਂ ਬਾਤਾਂ ਅੱਜ ਆਪਾਂ ਕਰਾਂਗੇ। ਵੈਸੇ ਪ੍ਰਾਈਮ ਏਸ਼ੀਆ TV ਤੇ ਤੁਸੀਂ ਪੰਨੂ ਸਾਹਿਬ ਦੀ ਜ਼ੁਬਾਨੀ ਜਾਂ ਮੈਂ ਵੀ ਵੱਖ-ਵੱਖ ਸਮੇਂ 'ਚ ਆਪਣੇ ਪ੍ਰੋਗਰਾਮਾਂ ਦੇ ਵਿੱਚ ਜ਼ਿਲ੍ਹਾ ਜਲੰਧਰ ਭੋਗਪੁਰ ਦੇ ਨੇੜੇ ਪਿੰਡ ਚੜ੍ਹ ਕੇ ਦਾ ਜ਼ਿਕਰ ਕਰਦਾ ਹੁੰਦਾ। ਭੰਗੂ ਕੁਦਰਤੀ ਖੇਤੀ ਫਾਰਮ ਹੈ ਜੀ। ਅਮਰਜੀਤ ਸਿੰਘ ਭੰਗੂ ਤੇ ਕਰਮਜੀਤ ਸਿੰਘ ਭੰਗੂ ਦੋ ਭਰਾ ਨੇ, ਖੇਤੀਬਾੜੀ ਕਰਦੇ ਆ ਤੇ ਉਹਨਾਂ ਦਾ ਦਾਅਵਾ ਹੁੰਦਾ ਕਿ ਅਸੀਂ ਖਾਦਾਂ ਖੂਦਾਂ ਨਹੀਂ ਪਾਉਂਦੇ। ਦਾਅਵਾ ਇਹ ਵੀ ਹੈ ਕਿ ਕੁਦਰਤੀ ਢੰਗ ਦੇ ਨਾਲ ਖੇਤੀਬਾੜੀ ਕਰਕੇ ਵੀ 4 ਪੈਸੇ ਕਮਾਉਂਦੇ ਆ ਤੇ ਉਹਨਾਂ ਦਾ ਸਮਾਨ ਉਹਨਾਂ ਨੂੰ ਮੰਡੀ ਨਹੀਂ ਲੈ ਕੇ ਜਾਣਾ ਪੈਂਦਾ, ਘਰੋਂ ਵਿਕਦਾ। ਉਹ ਇਹ ਵੀ ਕਹਿੰਦੇ ਹੁੰਦੇ ਅਸੀਂ ਪਰਾਲੀ ਨੂੰ ਅੱਗ ਨਹੀਂ ਲਾਉਂਦੇ। ਹੁਣ ਚਲੋ ਪੰਜਾਬ ਆਏ ਸੀ, ਇੰਡੀਆ ਆਏ ਸੀ, ਤਾਂ ਮੈਨੂੰ ਸੀ ਕਿ ਜਾ ਕੇ ਨਾਲੇ ਦੇਖ ਆਈਏ, ਗੱਲਬਾਤ ਕਰ ਆਈਏ, ਤਾਂ ਸਾਰਾ ਕੁਝ ਸੁਣਦੇ ਹਾਂ। ਅਮਰਜੀਤ ਸਿੰਘ ਭੰਗੂ ਜੀ ਤੁਹਾਡਾ ਸਵਾਗਤ ਹੈ ਜੀ।
ਮੇਰੇ ਵੱਲੋਂ ਭਾਜੀ ਪਰਮਜੀਤ ਸਿੰਘ ਬਾੜ ਜੀ ਔਰ ਪ੍ਰਾਈਮ ਏਸ਼ੀਆ ਚੈਨਲ ਦੀ ਸਾਰੀ ਟੀਮ ਨੂੰ ਔਰ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਜੀ ਆਇਆਂ ਨੂੰ। ਸ਼ੁਕਰੀਆ ਜੀ। ਪੰਗੂ ਸਾਹਿਬ, ਆਪਾਂ ਜਿੱਥੇ ਬੈਠੇ ਆ ਕਿਉਂਕਿ ਛਾਂ ਆ, ਉਧਰ ਧੁੱਪ ਬੜੀ ਆ, ਮੈਨੂੰ ਸੀ ਵੀ ਛਾਵੇਂ ਕੁਰਸੀਆਂ ਲਾ ਲਈ, ਅਸੀਂ ਸ਼ਾਰਟ ਵਿੱਚ ਦਿਖਾਈ ਜਾਣੇ ਆ ਹਾਂਜੀ ਤੁਹਾਡੇ ਇਸ ਕੁਦਰਤੀ ਖੇਤੀ ਫਾਰਮ ਦੇ। ਮੈਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਪੁੱਛਣਾ ਕਿ ਛੋਟੇ ਛੋਟੇ ਜਵਾਬ ਦੇ ਦਿਓ, ਵਿਸਥਾਰ ਆਪਾਂ ਅੱਗੇ ਜਾ ਕਰਾਂਗੇ। ਕੀ ਬਿਨਾਂ ਖਾਦ ਪਾਇਆ ਖੇਤੀ ਹੋ ਜਾਂਦੀ ਹੈ? ਗੱਲ ਇੱਦਾਂ ਜੀ ਵੀ ਆਪਾਂ ਅਗਰ ਮਨ ਹੋਵੇ ਜੀ, ਦ੍ਰਿੜ ਇਰਾਦਾ ਹੋਵੇ ਜੀ, ਵਾਤਾਵਰਨ ਪ੍ਰਤੀ ਵੀ ਥੋੜਾ ਸੋਚ ਰੱਖਦੇ ਹੋਈਏ ਤਾਂ ਕੁਝ ਵੀ ਸੰਭਵ ਹੋ ਸਕਦਾ। ਸੋਚ ਸਕਦਾ। ਇਹ ਵੱਖਰੇ ਵੱਖਰੇ ਤਰੀਕੇ ਹੈਗੇ ਆ ਬਈ, ਜਿਵੇਂ ਅਸੀਂ ਗੱਲ ਤਾਂ ਮੇਨ ਹੈਗੀ ਅਸੀਂ ਜ਼ਮੀਨ ਦੀ ਸਿਹਤ ਨੂੰ ਤਕੜਾ ਕਰਨਾ। ਠੀਕ ਹੈ। ਔਰ ਜ਼ਮੀਨ ਦੀ ਸਿਹਤ ਨੂੰ ਤਕੜਾ ਕਿੱਦਾਂ ਕੀਤਾ ਜਾਵੇ ਉਹਦੇ ਉੱਤੇ ਕੰਮ ਕਰਨ ਦੀ ਲੋੜ ਆ। ਬੇਸ਼ੱਕ ਕੁਦਰਤੀ ਖੇਤੀ ਕਾਮਯਾਬ ਹੈ ਜੀ, ਬਿਨਾਂ ਕਿਸੇ ਸ਼ੱਕ ਤੋਂ, ਔਰ ਬਹੁਤ ਵਧੀਆ ਤਰੀਕੇ ਨਾਲ ਹੋ ਸਕਦੀ ਹੈ। ਬਹੁਤ ਸਾਰੇ ਲੋਕ ਸ਼ਾਇਦ ਇਹ ਸੋਚਣਗੇ ਜੀ ਇਹ ਤਾਂ ਸੈਂਕੜੇ ਏਕੜਾਂ ਦੇ ਮਾਲਕ ਹੋਣੇ ਆ, ਦੋ ਚੋ ਖੇਤਾਂ 'ਚ ਘਟ ਗਈ ਵੱਧ ਗਈ ਤਾਂ ਵੀ ਕੋਈ ਗੱਲ ਨਹੀਂ, ਪਰ ਤੁਸੀਂ ਦੋ ਭਾਈ ਹੋ, 5-5 5.5 6 ਖੇਤ ਇੰਨੇ ਹੀ ਆਉਂਦੇ ਇੱਕ ਬੰਦੇ ਨੂੰ, ਇੰਨੇ ਹੀ ਜੀ? ਹਾਂਜੀ ਬਿਲਕੁਲ। ਜਾਣੀ ਕੋਈ ਸਧਾਰਨ ਖੇਤੀਬਾੜੀ ਵਾਲਾ ਪਰਿਵਾਰ ਹੈ, ਜਾਣੀ ਬਹੁਤ ਵੱਡੇ ਜ਼ਗੀਰਦਾਰ ਪਰਿਵਾਰ ਤਾਂ ਨਹੀਂ? ਨਹੀਂ ਜੀ, ਨਹੀਂ, ਮੀਡੀਅਮ। ਹਾਂਜੀ। ਅੱਛਾ, ਦੂਸਰੀ ਗੱਲ, ਝੋਨਾ ਜਾਂ ਕਣਕ ਕੁਛ ਵੀ ਹੋਵੇ, ਪਰਾਲੀ ਨੂੰ ਬਿਨਾਂ ਅੱਗ ਲਾਇਆ ਇੱਕ ਜਿਹੜਾ ਮੱਧ ਵਰਗੀ ਪਰਿਵਾਰ ਹੈ, ਕਿਸਾਨ ਪਰਿਵਾਰ ਹੈ, ਉਹ ਖੇਤੀਬਾੜੀ ਕਰ ਸਕਦਾ ਕਿ ਪਰਾਲੀ ਨੂੰ ਅੱਗ ਲਾਏ ਬਿਨਾਂ ਨਹੀਂ ਸਰਦਾ? ਬਹੁਤ ਸਾਰੇ ਕਿਸਾਨ ਇਸ ਵੇਲੇ ਕਰ ਰਹੇ ਨੇ ਜੀ। ਜਿਵੇਂ ਅਸੀਂ ਤਾਂ ਸਨ 2006 ਦੇ ਵਿੱਚ ਕੁਦਰਤੀ ਖੇਤੀ ਬਾਰੇ ਸੋਚਿਆ ਸੀਗਾ। ਜਿਵੇਂ ਸਾਡੇ ਮੇਰੇ ਚਾਚਾ ਜੀ ਦੇ ਬੇਟੇ ਦੀ ਡੈਥ ਹੋਈ ਸੀ ਬਲੱਡ ਕੈਂਸਰ ਨਾਲ, ਉਹਦੇ ਤੋਂ ਹੀ ਸਾਡੇ ਪਿਤਾ ਜੀ ਨੇ ਇਰਾਦਾ ਜਿੱਦਾਂ ਬਦਲਿਆ ਸੀ। ਜਿਵੇਂ ਕਹਿ ਲਓ ਕਿ ਉਸ ਸਮੇਂ ਨੇ ਸਾਡੇ ਇੱਕ ਚੋਟ ਮਾਰੀ ਸੀਗੀ ਕਿ ਜਿਹੜੀਆਂ ਅਸੀਂ ਇੰਨੀਆਂ ਖਾਦਾਂ ਜ਼ਹਿਰਾਂ ਪਾਉਂਦੇ ਆ ਉਹ ਵੀ ਇੱਕ ਵਾਤਾਵਰਨ ਨੂੰ ਨੁਕਸਾਨ ਪਹੁੰਚਾ ਰਹੀਆਂ। ਉਹਦੇ ਤੋਂ ਹੀ ਸਾਡੀ ਗਾਂ ਸਿਹਤ ਜਿਹੜੀ ਆ, ਅਸੀਂ ਸਾਹ ਲੈਣਾ, ਅਸੀਂ ਖੁਰਾਕ ਖਾਣੀ, ਉਹ ਸਾਰਾ ਕੁਝ ਹੀ ਸਾਡੀ ਸਿਹਤ ਦੇ ਅੰਦਰ ਜੋ ਜਾਣਾ ਨੁਕਸਾਨ ਤਾਂ ਹੋਣਾ ਹੀ ਆ ਜੀ। ਸੋ ਉਦੋਂ ਤਾਂ ਕੁਝ ਦੱਸਣ ਵਾਲੇ ਵੀ ਕੋਈ ਇੰਨੇ ਹੈ ਨਹੀਂ ਸੀਗੇ, ਅਤੇ ਅੱਜ ਦੇ ਸਮੇਂ ਦੇ ਵਿੱਚ ਬਹੁਤ ਕਿਸਾਨ ਇੱਦਾਂ ਦੇ ਹੈਗੇ ਆ ਜਿਹੜੇ ਸਾਨੂੰ ਮਿੱਤਰ ਕੀੜਿਆਂ ਦੀ ਪਛਾਣ ਕਰਾ ਦਿੰਦੇ ਆ। 140 ਤਰ੍ਹਾਂ ਦੇ ਮਿੱਤਰ ਕੀੜੇ ਹੈਗੇ, ਉਹਨਾਂ ਦੀ ਪਛਾਣ ਹੋ ਜਾਂਦੀ ਆ। ਫਿਰ ਜਿਹੜੀ ਖੇਤੀ ਆ ਉਹਦੇ ਵਿੱਚ ਜ਼ਮੀਨ ਦੀ ਸਿਹਤ ਕਿੱਦਾਂ ਤਕੜੀ ਕਰਨੀ ਆ, ਕਿਵੇਂ ਕਿਹੜੀ ਟੈਕਨੀਕ ਨਾਲ ਫਸਲ ਬੀਜੀ ਜਾਵੇ। ਸੋ ਇਸ ਕਰਕੇ ਅੱਜ ਦੇ ਹੁਣ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਕਿਸਾਨ ਇਸ ਪਾਸੇ ਲੱਗੇ ਹੋਏ ਨੇ, ਕੁਦਰਤੀ ਖੇਤੀ ਵਾਲੇ ਪਾਸੇ। ਅੱਛਾ, ਮੈਨੂੰ ਇਹ ਦੱਸਿਓ ਕਿ ਮੰਨ ਲਓ ਕਿ ਤੁਸੀਂ ਝੋਨਾ ਬੀਜਿਆ ਜਾਂ ਤੁਸੀਂ ਕਣਕ ਬੀਜੀ, ਮੰਨ ਲਓ ਕੰਬਾਈਨ ਫੇਰ ਦਿੱਤੀ ਹੈ, ਪਰਾਲੀ ਉੱਥੇ ਪਈ ਆ, ਕੀ ਕਰਦੇ ਹੋ ਫਿਰ ਉਹਦਾ? ਕਿਉਂਕਿ ਆਮ ਤੌਰ ਦੇ ਉੱਤੇ ਕਿਹਾ ਜਾਂਦਾ ਕਿ ਨਹੀਂ ਜੀ ਪਰਾਲੀ ਗਲਦੀ ਨਹੀਂ, ਜੇ ਪਰਾਲੀ ਦੇ ਵਿੱਚ ਕੋਈ ਫਸਲ ਬੀਜ ਦਈਏ। ਮੈਂ ਪਿੱਛੇ ਹੀ ਸੱਜਣਾ ਤੋਂ ਪੁੱਛਦਾ ਸੀ, ਕਿਉਂਕਿ ਹੁੰਦਾ ਹੀ ਹੈ ਨਾ ਕਿ ਸਵਾਲ ਪੁੱਛਣੇ ਸਾਡਾ ਕੰਮ। ਉਹ ਕਹਿੰਦੇ ਜੀ ਉੱਥੇ ਸਿਉਂਕ ਲੱਗ ਜਾਂਦੀ ਆ, ਉੱਥੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋ ਜਾਂਦੀਆਂ ਜੀ, ਉਹ ਅੱਧਾ ਬੀਜ ਉੱਗਦਾ ਹੀ ਨਹੀਂ। ਤੁਸੀਂ ਖੇਤ ਕਿੱਦਾਂ ਸਾਂਭਦੇ ਹੋ ਪਰਾਲੀ ਵਾਲਾ? ਜਿਵੇਂ ਅਸੀਂ ਤੁਹਾਨੂੰ ਦੱਸਿਆ ਵੀ ਸਨ 2006 ਦੇ ਵਿੱਚ ਇਸ ਪਾਸੇ ਨੂੰ ਤੁਰੇ ਸੀਗੇ। ਇੱਕ ਵਾਰੀ ਵੀ ਅੱਗ ਨਹੀਂ ਲਾਈ ਉਦੋਂ ਦੀ? ਉਦੋਂ ਦੀ ਅੱਗ ਬੰਦ ਕਰਤੀ ਉਦੋਂ ਦੀ। ਯਾਨੀ ਮੇਰਾ ਭਰਾ ਕਰਮਜੀਤ ਸਿੰਘ ਤੇ ਸਾਡੇ ਪਿਤਾ ਜੀ ਸਰਦਾਰ ਅਵਤਾਰ ਸਿੰਘ ਜੀ, ਜੋ ਇਸ ਵੇਲੇ ਸਾਡੇ ਵਿੱਚ ਨਹੀਂ ਹੈਗੇ ਜੀ, ਉਹਨਾਂ ਨੇ ਸਾਡੇ ਪਿਤਾ ਜੀ ਨੇ ਸਾਨੂੰ ਦੋਨਾਂ ਭਰਾਵਾਂ ਨੂੰ ਬਿਠਾ ਕੇ ਗੱਲ ਕੀਤੀ ਸੀ ਕਿ ਆਪਾਂ ਜੇ ਅੱਗ ਲਾਉਣੀ ਬੰਦ ਕਰੀਏ। ਤੇ ਉਹ ਸਾਡੀ ਵੀ ਸੋਚ ਥੋੜ੍ਹੀ ਜਿਹੀ ਸੀਗੀ ਇਸ ਪਾਸੇ ਨੂੰ, ਤੇ ਅਸੀਂ ਹਾਂ ਕਰ ਦਿੱਤੀ। ਲੇਕਿਨ ਸਾਡੇ ਮੂਹਰੇ ਇੱਕ ਉਹ ਚੈਲੰਜ ਸੀਗਾ ਕਿ ਇਸ ਪਰਾਲੀ ਦਾ ਕੀਤਾ ਕੀ ਜਾਵੇ, ਕਿਉਂਕਿ ਜਦੋਂ ਕੰਬਾਈਨ ਝੋਨੇ ਨੂੰ ਕੱਟਦੀ ਆ ਨਾ ਜੀ, ਉਹਦੇ ਜਿਹੜਾ ਮਗਰ ਫੂਸ ਹੁੰਦਾ ਆਪਾਂ ਨੂੰ ਉਹ ਤੰਗ ਕਰਦਾ। ਜਿਹੜੀ ਮੁੱਢ ਖੜੇ ਰਹਿ ਜਾਂਦੇ ਆ ਨਾ ਜੀ, ਉਹ ਤਵੀਆਂ ਦੇ ਨਾਲ ਕੁਤਰ ਹੋ ਜਾਂਦੇ ਆ। ਅੱਛਾ, ਉਹ ਕੁਤਰ ਹੋ ਜਾਂਦੇ ਆ। ਜਿਹੜੇ ਸਨ 2006 ਦੀ ਮੈਂ ਗੱਲ ਕਰਾਂ, ਉਦੋਂ ਰੋਟਾਵੇਟਰ ਵੀ ਨਹੀਂ ਸੀ ਹੁੰਦਾ। ਠੀਕ ਹੈ। ਕੋਈ ਤਵੀਆਂ ਡਿਸਕ ਹੈਰੋ ਤੋਂ ਬਗੈਰ ਸੰਦ ਨਹੀਂ ਸੀਗਾ, ਕਿਉਂਕਿ ਅੱਜ ਤੋਂ 16 ਸਾਲ ਪਹਿਲਾਂ ਦੀ ਗੱਲ ਆ। ਰੋਟਾਵੇਟਰ ਵੀ ਬਾਅਦ 'ਚ ਆਏ ਆ। ਸੋ ਉਦੋਂ ਫਿਰ ਅਸੀਂ ਇਹ ਸੋਚਿਆ ਵੀ ਬੜੀ ਪਰੇਸ਼ਾਨੀ ਸੀ ਵੀ ਉੱਪਰਲੀ ਪਰਾਲੀ ਕਿੱਦਾਂ ਕੱਢੀ ਜਾਵੇ, ਵੀ ਇੱਦਾਂ ਪੰਡਾਂ ਇਕੱਠੀਆਂ ਕਰਕੇ ਕੱਢੀਏ ਜਾਂ ਕਿੱਦਾਂ ਕੱਢੀਏ। ਫਿਰ ਅਸੀਂ ਨਾ ਇੱਕ ਕਰੰਡੀ ਬਣਾਈ। ਅੱਛਾ ਜੀ। ਜਿੱਦਾਂ ਕਹਿੰਦੇ ਨਾ ਕਿਸਾਨ ਇੱਕ ਵੱਡਾ ਸਾਇੰਸਦਾਨ ਆ ਜੀ, ਉਹ ਖੁਦ ਵੀ ਕਰ ਲੈਂਦਾ ਜੇ ਕਰਨਾ ਚਾਹੇ। ਮਿਲਦੀ ਨਹੀਂ ਸੀ ਦੁਕਾਨ ਤੋਂ? ਉਹ ਉਦਾਂ ਬਣੀ ਨਹੀਂ ਸੀ ਮਿਲਦੀ। ਅੱਛਾ ਜੀ। ਉਹ ਕਰੰਡੀ ਬਣਾਈ ਜੀ ਅਸੀਂ, ਕੁਝ ਮੇਰੇ ਖਿਆਲ 12 ਸੂਤ ਮੋਟੇ ਸਰੀਏ ਲਾਏ ਉਹਨੂੰ, ਪਲੇਨ ਸਰੀਏ। ਠੀਕ ਹੈ। ਤਾਂ 11 ਫੁੱਟ ਲੰਬੀ ਸੀ। ਅਸੀਂ ਕੀ ਕੀਤਾ ਕਿ ਜਿਹੜੇ ਉਹ ਕੰਬਾਈਨ ਨੇ ਮਗਰ ਫੂਸ ਛੱਡਿਆ ਹੁੰਦਾ ਨਾ, ਉਹ ਜਿੱਦਾਂ ਲਾਈਨ ਦੇ ਵਿੱਚ ਟਰੈਕਟਰ ਬੈਕ ਖੜਨਾ ਤੇ ਉਹਨੂੰ ਫੂਸ ਨੂੰ ਇਕੱਠਾ ਕਰਕੇ ਖੇਤ ਦੀ ਸਿਲੈਕਸ਼ਨ ਕਰ ਲੈਣੀ ਵੀ ਇੱਥੇ ਆਪਾਂ ਢੇਰੀ ਲਾਉਣੀ ਆ। ਠੀਕ ਹੈ। ਜਿਵੇਂ ਮੰਨ ਲਓ ਮੈਂ ਟਰੈਕਟਰ ਚਲਾਇਆ ਤਾਂ ਮੇਰਾ ਭਰਾ ਜਾਂ ਇੱਕ ਹੋਰ ਬੰਦਾ, ਦੋ ਜਣਿਆਂ ਨੇ ਮੈਂ ਟਰੈਕਟਰ ਦੇ ਨਾਲ ਉੱਥੇ ਲੈ ਗਿਆ ਉਸ ਪੁਆਇੰਟ ਤੇ ਜਿੱਥੇ ਢੇਰੀ ਲਾਉਣੀ ਆ, ਉਹਨੂੰ ਛੱਡ ਕੇ ਵਾਪਸ ਆ ਗਿਆ। ਉਹ ਦੋ ਬੰਦਿਆਂ ਨੇ ਦਸਾਂਗਣਾ ਦੇ ਨਾਲ ਢੇਰੀ ਲਾਈ ਜਾਣੀ ਆ ਜੀ। ਸੋ ਅਸੀਂ 1.5-2 ਘੰਟੇ ਦੇ ਵਿੱਚ 1 ਏਕੜ ਦੀ ਜਿਹੜੀ ਪਰਾਲੀ ਕਰ ਲੈਂਦੇ ਸੀ। ਬਾਕੀ ਨੂੰ ਅਸੀਂ ਇੱਦਾਂ ਹੀ ਵਾਹ ਕੇ ਆਲੂ ਬੀਜਦੇ ਰਹੇ ਜੀ ਹੁਣ ਤੱਕ ਵੀ, ਮਤਲਬ ਕੋਈ ਸਾਨੂੰ ਪਰੇਸ਼ਾਨੀ ਨਹੀਂ ਆਈ। ਅਸੀਂ ਮਾਰਕਾ ਲਾ ਕੇ ਆਲੂ ਬੜੇ ਵਧੀਆ, ਬਹੁਤ ਵਧੀਆ ਝਾੜ ਕੱਢਦੇ ਰਹੇ ਆ। ਮੈਂ ਛੋਟੇ ਸਵਾਲ ਤਾਂ ਕਰਦਾ ਤਾਂ ਜੋ ਵੇਖਣ ਵਾਲਿਆਂ ਨੂੰ ਸਮਝ ਆ ਜਾਏ ਕਿ ਪੋਸੀਬਲ ਆ। ਪਹਿਲੀ ਗੱਲ ਹੈ ਕਿ
ਤੁਹਾਡੇ ਦੋਵਾਂ ਭਰਾਵਾਂ ਦੇ ਕੋਲ 10-11 ਖੇਤ ਸੀ ਉਦੋਂ? ਹਾਂਜੀ। ਉਸ ਵੇਲੇ ਤੁਸੀਂ ਉਹ ਜਿਹੜੀ ਉਹ ਕਰੰਡੀ ਬਣਾਈ ਕਿੰਨੇ ਲੱਖ ਦੀ ਬਣੀ ਹੋਊਗੀ? ਉਹ ਆਮ ਹੀ ਆ ਜੀ, ਇੱਕ ਫਰੇਮ ਆ ਜੀ, ਬਸ 10 ਉਹਦੇ ਸਰੀਏ ਲੱਗੇ ਆ, ਗੱਲ ਕੁਛ ਵੀ ਨਹੀਂ ਜੀ। ਉਹ ਮੇਰੇ ਖਿਆਲ 'ਚ ਉਸ ਟਾਈਮ ਦੇ ਵਿੱਚ 5000 ਦੀ ਬਣ ਗਈ ਸੀਗੀ। ਅੱਛਾ, ਜਾਨੀ ਕਿ ਮੈਨੂੰ ਇਹ ਸੀ ਵੀ ਕਲੀਅਰ ਹੋ ਜਵੇ, ਇਹ ਨਾ ਸੋਚੇ ਕੋਈ 10 ਲੱਖ ਦੀ ਬਣਾਈ। ਹਾਂ, ਕਿਉਂਕਿ ਕਰੰਡੀ ਆਪਣੇ ਖਾਸ ਕਰਕੇ ਪੰਜਾਬੀਆਂ ਨੂੰ ਪਤਾ ਵਾ, ਸਾਡੇ ਬਜ਼ੁਰਗ ਜਿਹੜੇ ਆ ਨਾ ਉਹ ਐਡੇ ਐਡੇ ਸਰੀਏ ਲਾ ਕੇ ਪਹਿਲਾਂ ਉਹ ਘਾਹ ਖੇਤਾਂ 'ਚ ਇਕੱਠਾ ਕਰਨ ਨੂੰ, ਸੁੱਕਾ ਨਦੀਨ ਕਰਨ ਨੂੰ, ਤੇ ਉਹ ਪਹਿਲਾਂ ਢੇਰੀਆਂ ਲਾ ਲੈਂਦੇ ਸੀ, ਫਿਰ ਉਹਨੂੰ ਬਾਹਰ ਕੱਢਦੇ ਹੁੰਦੇ ਸੀ, ਕਿਉਂਕਿ ਉਦੋਂ ਸਪਰੇਆਂ ਨਹੀਂ ਸੀ ਹੁੰਦੀਆਂ ਘਾਹ ਵਾਲੀਆਂ। ਹੁਣ ਤਾਂ ਬਹੁਤ ਜ਼ਹਿਰੀਲੀਆਂ ਸਪਰੇਆਂ ਆ ਗਈਆਂ ਜਿਹੜੀਆਂ ਸਾਡੇ ਲਈ ਨੁਕਸਾਨਦਾਇਕ ਆ। ਤੇ ਸੋ ਉਹ ਕਰੰਡੀ ਨੂੰ ਉਹਦੀ ਸ਼ੇਪ ਦੇ ਵਿੱਚ ਇਹੀ ਕਰੰਡੀ ਬਣੀ। ਹਾਂਜੀ। ਫਿਰ ਆਲੂ ਹੋ ਜਾਂਦੇ ਸੀ ਮੁੜ ਕੇ? ਮੈਂ ਕਿਹਾ ਜੀ ਮੇਰੇ ਕੋਲ ਤਾਂ ਤਸਵੀਰਾਂ ਪਈਆਂ ਜੀ ਆਲੂਆਂ ਦੀਆਂ, ਕਿਵੇਂ ਉਹ ਪਰਾਲੀ ਵਿੱਚ ਕੁਤਰੀ ਆ, ਵਿੱਚ ਮਾਰਕਾ ਲੱਗਾ ਆ, ਫਿਰ ਆਲੂ ਬੀਜੇ ਆ, ਫਿਰ ਆਲੂਆਂ ਦੀਆਂ ਪੌਦਿਆਂ ਦੀਆਂ ਫਸਲਾਂ ਵੀ ਜਦੋਂ ਬੇਲ ਚੰਗੀ ਸੋਹਣੀ ਗੰਦਲ। ਨਹੀਂ, ਤੁਹਾਡੇ ਕੋਲ ਪਈਆਂ ਨਹੀਂ, ਅਸੀਂ ਨਾਲ ਹੁਣ ਦਿਖਾ ਹੀ ਦੇਣੀਆਂ। ਹਾਂ, ਠੀਕ ਹੈ ਜੀ, ਠੀਕ, ਬਿਲਕੁਲ ਜੀ, ਬਿਲਕੁਲ। ਅੱਛਾ ਅਮਰਜੀਤ ਭਾਜੀ, ਇੱਕ ਚੀਜ਼ ਹੋਰ ਦੱਸਿਓ, ਜਦੋਂ ਸ਼ੁਰੂ ਕੀਤਾ ਸੀ 16 ਸਾਲ ਪਹਿਲਾਂ 2006 ਦੀਆਂ ਗੱਲਾਂ, ਹਾਂਜੀ, ਲੋਕ ਥੋੜੇ ਬਹੁਤ ਹੱਸਦੇ ਤਾਂ ਹੋਣੇ ਆ, ਯਾਰ ਇਹ ਕੀ ਕਰਨ ਲੱਗ ਪਏ, ਇਹਨਾਂ ਦੇ ਫਸਲ ਨਹੀਂ ਹੋਣੀ, ਆਹ ਨਹੀਂ ਹੋਣੀ, ਕਿਉਂਕਿ ਜਦੋਂ ਵੀ ਆਪਾਂ ਕੋਈ ਨਵੇਂ ਕੰਮ ਦੀ ਸ਼ੁਰੂਆਤ ਕਰਦੇ ਨਾ, ਆਪਣੇ ਪੰਜਾਬੀ ਨੂੰ ਆਦਤ ਹੈਗੀ ਆ ਕਿ ਚੁੰਡੀ ਜ਼ਰੂਰ ਵੱਢਦੇ ਆ। ਸਾਡੇ ਪੰਜਾਬੀਆਂ 'ਚ ਇੱਕ ਇਹ ਬਹੁਤ ਤਕੜੀ ਕਮੀ ਆ ਜੀ ਕਿ ਅਗਰ ਕੋਈ ਕੰਮ ਕਰਨ ਲੱਗਦਾ ਬੰਦਾ ਤੇ ਉਹਨੂੰ ਹੌਸਲਾ, ਬਹੁਤ ਘੱਟ ਲੋਕ ਹੈਗੇ ਆ, ਇਹ ਨਹੀਂ ਹੈਗਾ ਵੀ ਸਾਰੇ ਇੱਕੋ ਜਿਹੇ ਆ, ਬਹੁਤ ਘੱਟ ਗਿਣਤੀ ਆ ਜਿਹੜੇ ਕਹਿੰਦੇ ਕਿ ਸ਼ਾਬਾਸ਼ ਪੁੱਤਰਾ ਤੂੰ ਆ ਵਧੀਆ ਕੰਮ ਕਰ ਰਿਹਾ ਜਾਂ ਹਨਾ ਜੀ। ਤੇ ਬੰਦੇ ਦਾ ਹੌਸਲਾ ਹੀ ਦੁੱਗਣਾ ਹੋ ਜਾਂਦਾ, ਪੁੱਠੀਆਂ ਛਾਲਾਂ ਮਾਰਦਾ ਬੰਦਾ, ਹੋਰ ਕੰਮ ਕਰਦਾ ਵਧੀਆ ਤਰੀਕੇ ਨਾਲ। ਤੇ ਜਦੋਂ ਕੋਈ ਕਹਿਣ ਲੱਗ ਪਵੇ ਕਿ ਮਤਲਬ ਯਾਰ ਇਹ ਤਾਂ ਸਦਾਈ ਹੋ ਗਿਆ, ਸਾਨੂੰ ਕਹਿੰਦੇ ਸੀ ਸਾਨੂੰ ਲੋਕਾਂ ਨੇ, ਡੈਡ ਜੀ ਨੂੰ ਕਿਹਾ, ਕਹਿੰਦੇ ਕਾਂ ਵੇੜ ਤਾਂ ਕਮਲਾ ਹੋਇਆ ਸੀਗਾ, ਮੁੰਡੇ ਵੀ ਨਾਲ ਸਦਾਈ ਹੋ ਗਏ, ਉਦਾਂ ਹੀ ਲੱਗ ਗਏ ਮਗਰ ਬਾਪੂ ਦੇ ਮਗਰ। ਅਸੀਂ ਠੇਕੇ ਵਾਲੀਆਂ ਜ਼ਮੀਨਾਂ, ਸੱਚ ਜਾਣਿਓ, ਠੇਕੇ ਵਾਲੀਆਂ ਜ਼ਮੀਨਾਂ ਦੇ ਵਿੱਚ ਅਸੀਂ ਕਣਕ ਦੇ ਨਾੜ ਨੂੰ ਕਦੀ ਅੱਗ ਨਹੀਂ ਸੀ ਲਾਈ। ਠੀਕ ਹੈ ਜੀ। ਅਸੀਂ ਉੱਥੇ 2 ਫਸਲਾਂ ਲੈਂਦੇ ਹੁੰਦੇ ਸੀ, ਕਣਕ ਤੇ ਆਲੂ, ਤੇ ਇੱਕ ਜੰਤਰ ਦੀ ਫਸਲ ਖੇਤਾਂ 'ਚ ਪਾਉਂਦੇ ਹੁੰਦੇ ਸੀ ਵਿੱਚ। ਜੰਤਰ ਢਾਂਚਾ ਜਿਹਨੂੰ ਕਹਿੰਦੇ ਆ ਜੀ। ਇੱਕ ਫਸਲ ਅਸੀਂ ਜ਼ਮੀਨ ਨੂੰ ਦਿੰਦੇ ਸੀਗੇ ਔਰ ਫਸਲ ਲੋਕਾਂ ਨਾਲੋਂ ਡੇਢੀ ਕੱਢਦੇ ਰਹੇ ਆ। ਨਹੀਂ, ਜ਼ਮੀਨ ਨੂੰ ਦਿੰਦੇ ਸੀ ਤੋਂ ਭਾਵ ਸਮਝਾਇਓ। ਮਤਲਬ ਕਣਕ ਤੋਂ ਤੂੜੀ ਬਣਾਈ, ਹਾਂਜੀ, ਤੂੜੀ ਬਣਾਉਣ ਤੋਂ ਬਾਅਦ 'ਚ ਸੁੱਕੀ ਪੈਲੀ ਨੂੰ ਡੈਕਸਾਂ ਦੇ ਨਾਲ ਵਾਹ ਦੇਣਾ ਜੀ। ਵਾਹੁਣ ਤੋਂ ਬਾਅਦ 'ਚ ਉਹਨੂੰ ਛੱਡ ਦੇਣਾ ਬਈ ਹੁਣ ਜਿੱਦਣ ਬਾਰਿਸ਼ ਪਊਗੀ ਉਦਣ ਇਹਨੂੰ ਦੇਖਾਂਗੇ। ਠੀਕ ਹੈ। ਬਾਰਿਸ਼ ਪਈ ਜੂਨ ਦੇ ਮਹੀਨੇ 'ਚ ਲਾਸਟ ਵਿੱਚ, ਢਿੰਜਣ ਦਾ ਜੰਤਰ ਦਾ ਛੱਟਾ ਦਿੱਤਾ, ਫਿਰ ਤਵੀਆਂ ਦੇ ਨਾਲ ਪੈਲੀ ਵਾਹਤੀ। ਠੀਕ ਹੈ। ਵਾਹ ਕੇ ਫਿਰ ਬਸ 2-2.5 ਮਹੀਨੇ ਆਰਾਮ, ਮਤਲਬ ਪੌਣੇ ਕਿ 2 ਮਹੀਨਿਆਂ 'ਚ ਢਿੰਜਣ ਜਿਹੜਾ ਹੋ ਜਾਂਦਾ ਵਧੀਆ। ਉਦੋਂ ਤੱਕ ਸਾਨੂੰ ਕੋਈ ਟੈਨਸ਼ਨ ਨਹੀਂ, ਅਸੀਂ ਪਾਣੀ ਲਾਉਣਾ, ਕੋਈ ਟੈਨਸ਼ਨ ਨਹੀਂ, ਅਸੀਂ ਖੇਤ ਦੇਖਣ ਜਾਣਾ ਵੀ ਸੁੱਕਦੀ ਵਧਣੀ ਫਸਲ। ਬਰਸਾਤਾਂ ਹੁੰਦੀਆਂ, ਜੰਤਰ ਹੋਈ ਜਾਂਦਾ, ਜ਼ਮੀਨ ਨੂੰ ਤਾਕਤ ਮਿਲੀ ਜਾਂਦੀ ਆ। ਜਦ 50 ਦਿਨ ਬਾਅਦ ਉਹ ਢਾਂਚਾ ਵਾਹੁਣਾ ਅਸੀਂ ਜੰਤਰ ਨੂੰ ਵਿੱਚੇ ਹੀ ਵਾਹ ਦੇਣਾ, ਤਦ ਤੱਕ ਕਣਕ ਦਾ ਨਾੜ ਵੀ ਬਿਲਕੁਲ ਖਤਮ ਹੋ ਜਾਂਦਾ। ਢਾਂਚੇ ਨੂੰ ਜੇ ਢਿੰਜਣ ਨੂੰ ਜਦੋਂ ਵਿੱਚ ਵਾਹ ਦਿੱਤਾ ਤਾਂ ਅਗਸਤ ਮਹੀਨੇ ਦੇ ਵਿੱਚ ਉਹ ਬਿਲਕੁਲ ਖਤਮ ਹੋ ਜਾਂਦਾ ਜ਼ਮੀਨ 'ਚ। ਉਸ ਤੋਂ ਬਾਅਦ ਅਸੀਂ ਆਲੂ ਬੀਜਦੇ ਸੀਗੇ, 20-22 ਸਤੰਬਰ ਨੂੰ ਆਲੂ ਬੀਜੀਦੇ ਸੀਗੇ। ਕਿਆ ਬਾਤਾਂ ਜੀ, ਕਿਆ ਸਾਡੀ ਤਾਂ ਫਸਲ ਡੇਢੀ ਨਿਕਲਦੀ। ਸੋ ਜ਼ਮੀਨ ਨੂੰ ਰੈਸਟ ਦੇਣੀ ਬਹੁਤ ਜ਼ਰੂਰੀ ਆ। ਠੀਕ ਹੈ। ਸੋ ਅਸੀਂ ਉਦੋਂ ਤੋਂ ਲੈ ਕੇ ਆਪਣੇ ਖੇਤਾਂ ਦੇ ਵਿੱਚ ਤਾਂ ਕਦੀ ਅੱਗ ਨਹੀਂ ਲਾਈ, ਜਿੰਨਾ ਚਿਰ ਜ਼ਮੀਨ ਠੇਕੇ ਤੇ ਵੀ ਲੈ ਕੇ ਖੇਤੀ ਕੀਤੀ ਆ ਅਸੀਂ ਉਹਨਾਂ ਦੇ ਵਿੱਚ ਵੀ ਅੱਗ ਨਹੀਂ ਲਾਈ। ਔਰ ਲੋਕ ਸਾਨੂੰ ਕਹਿੰਦੇ ਸੀਗੇ ਜੀ, ਗਵਾਂਢੀ ਕਹਿੰਦੇ ਹੁੰਦੇ ਸੀਗੇ ਤੁਸੀਂ ਅਮਰਜੀਤ ਆਹ ਕਣਕ ਦਾ ਤੂੰ ਨਾੜ ਜਿਹਾ ਵਿੱਚੇ ਵਾਹੀ ਜਾਂਦੇ ਆ ਤੇ ਇਹਨੂੰ ਯਾਰ ਅੱਗ ਲਾ ਦੋ, ਖੇਤ ਸਾਫ਼ ਹੋ ਜਾਂਦਾ, ਮਿੰਟ 2 ਲੱਗਣੇ ਆ। ਹਾਂ, ਕਹਿੰਦੇ ਖੇਤ ਸਾਫ਼ ਹੋ ਜਾਂਦਾ, ਵਗਦਾ ਬਹੁਤ ਵਧੀਆ। ਠੀਕ ਹੈ। ਉੱਥੇ ਫਿਰ ਨਾ ਅਸੀਂ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਯਾਰ ਇਹ ਵਧੀਆ ਦੇ ਖੇਤ ਨਾ ਦੇਖੋ ਵਗਦਾ ਜੀ, ਇਹ ਜਿਹੜੀ ਨਾੜ ਆ ਨਾ, ਜਿੰਨਾ ਬਾਇਓਮਾਸ ਆ, ਇਹ ਸਾਡੀ ਜ਼ਮੀਨ ਦੇ ਵਿੱਚ ਆਰਗੈਨਿਕ ਮੈਟਰ ਖਤਮ ਹੋ ਰਿਹਾ ਵਾ। ਠੀਕ ਹੈ। ਜੇ ਅਸੀਂ ਕੈਮੀਕਲ ਖੇਤੀ ਵੀ ਕਰਨੀ ਆ ਤੇ ਸਾਨੂੰ ਬਾਇਓਮਾਸ ਆਰਗੈਨਿਕ ਮੈਟਰ ਜ਼ਮੀਨ ਦੇ ਵਿੱਚ ਚਾਹੀਦਾ ਵਾ। ਜੇਕਰ ਬਿਲਕੁਲ ਆਰਗੈਨਿਕ, ਜੋ ਹੁਣ ਇਸ ਵੇਲੇ ਹਾਲਾਤ ਆ, ਉਹ ਕੈਮੀਕਲ ਖੇਤੀ ਕਰਨ ਦੇ ਯੋਗ ਵੀ ਨਹੀਂ ਸਾਡੀ ਜ਼ਮੀਨ। ਠੀਕ ਹੈ। ਕਿਉਂਕਿ ਉਹਦੇ ਵਿੱਚ ਆਰਗੈਨਿਕ ਮੈਟਰ ਹੈ ਨਹੀਂਗਾ। ਉਹਦੇ ਵਿੱਚ ਅਸੀਂ ਨਾ ਕਣਕ ਦਾ ਨਾੜ ਵੀ ਅੱਗ ਲਾਤੀ, ਪਰਾਲੀ ਨੂੰ ਵੀ ਅੱਗ ਲਾਤੀ, ਔਰ ਸਿਰਫ ਤੇ ਸਿਰਫ ਉਹਦੇ ਮੂੰਹ ਦੇ ਵਿੱਚ ਕੈਮੀਕਲ ਹੀ ਪਾਇਆ ਵੀ DAP, ਯੂਰੀਆ, ਔਰ ਜਿੰਨੇ ਵੀ ਦੁਕਾਨਦਾਰ ਦੱਸੀ ਜਾਂਦੇ ਆ ਉਨੀਆਂ ਹੀ ਦਵਾਈਆਂ ਪਾਈ ਜਾਂਦੇ ਆ। ਲੋਕ ਕਿਸੇ ਮਾਰ ਦੀ ਨਹੀਂ ਗੱਲ ਸੁਣਦੇ। ਅਸੀਂ ਤਾਂ ਇਹ ਕਹਿੰਦੇ ਆ ਕਿ ਚਲੋ ਯਾਰ ਜੇ ਸਾਡੀ ਨਹੀਂ ਮੰਨਣੀ ਤੇ ਘੱਟੋ ਘੱਟ ਯੂਨੀਵਰਸਿਟੀ ਦੀ ਮੰਨ ਲਓ, ਡਾਕਟਰਾਂ ਦੀ ਗੱਲ ਮੰਨ ਲਓ ਵੀ ਜਿੰਨੀ ਕੋ ਕਹਿੰਦੇ ਲੋੜ ਮੁਤਾਬਕ ਉਨੀ ਪਾ ਲਓ, ਵੱਧ ਨਾ ਪਾਓ, ਤੁਸੀਂ ਓਵਰਡੋਜ਼ ਨਾ ਪਾਓ। ਹਾਂਜੀ। ਅਮਰਜੀਤ ਭਾਜੀ, ਮੈਨੂੰ ਹੁਣ ਅੱਗੇ ਥੋੜਾ ਜਿਹਾ ਆਪਾਂ ਜਾਣੀ ਇੱਕ ਗੱਲ ਤਾਂ ਕਲੀਅਰ ਹੋ ਗਈ ਕਿ ਪਰਾਲੀ ਦਾ ਹੱਲ ਕੀਤਾ ਜਾ ਸਕਦਾ, ਕਿਸਾਨ ਦੇ ਹੱਥ ਵੱਸ ਹੈਗਾ। ਦੂਸਰੀ ਗੱਲ ਕਿ ਭੰਗੂ ਕੁਦਰਤੀ ਖੇਤੀ ਫਾਰਮ ਪਿੰਡ ਚਾੜ ਕੇ, ਹੁਣ ਤਾਂ ਵੈਸੇ ਦੁਨੀਆ ਭਰ ਦੇ ਵਿੱਚ ਵੱਖ-ਵੱਖ ਮੁਲਕ ਜਿੱਥੇ ਪੰਜਾਬੀ ਰਹਿੰਦੇ ਆ ਉੱਥੇ ਤੁਹਾਡੇ ਦੇਸੀ ਖੇਤੀ ਦੇ ਨਾਲ ਬੀਜੀਆਂ ਫਸਲਾਂ ਦੇ ਪ੍ਰੋਡਕਟ ਅੱਗੇ ਜਾਂਦੇ ਆ। ਤੁਹਾਡਾ ਨਾਂ ਲਿਖਿਆ ਹੁੰਦਾ ਤੁਹਾਡੇ ਫਾਰਮ ਦਾ, ਤੁਸੀਂ ਉਹ ਮਾਰਕਾ ਲਾ ਕੇ ਭੇਜਦੇ ਹੋ। ਕੁਦਰਤੀ ਖੇਤੀ ਵੱਲ ਨੂੰ ਕੀ ਸ਼ੁਰੂ ਤੋਂ ਹੀ ਕੁਦਰਤੀ ਖੇਤੀ ਕਰਦੇ ਸੀ ਕਿ ਪਹਿਲਾਂ ਖਾਦਾਂ ਖੂਦਾਂ ਪਾਉਂਦੇ ਸੀ? ਉਹ ਜਦੋਂ ਕੁਦਰਤੀ ਖੇਤੀ ਵੱਲ ਆਏ ਹੋ ਕਿੰਨੇ ਕੁ ਸਾਲ ਝਾੜ ਘਟਿਆ, ਜਾਣੀ ਡੁੱਬਣ ਕਿਨਾਰੇ ਹੋ ਗਿਆ ਸੀ? ਦੇਖੋ ਜੀ, ਮੈਂ 1992 ਦੇ ਵਿੱਚ ਮੈਨੂੰ ਦੁਬਈ ਵੀ ਜਾਣਾ ਪਿਆ। ਠੀਕ ਹੈ। ਦਿਹਾੜੀਆਂ ਉੱਥੇ ਵੀ ਕੀਤੀਆਂ 6 ਸਾਲ ਤੇ 98 'ਚ ਆ ਗਏ ਸੀ। ਠੀਕ ਹੈ ਜੀ। ਫਿਰ ਜਦ ਨੂੰ ਛੋਟਾ ਵੀ ਜਵਾਨ ਹੋ ਗਿਆ
ਤੇ ਟਰੈਕਟਰ ਲਿਆ ਅਸੀਂ, ਡੈਡ ਜੀ ਕਹਿੰਦੇ ਕਿ ਤੂੰ ਆ ਜਾ ਇੱਥੇ ਤੇ ਦੋਨੋਂ ਭਰਾ ਖੇਤੀ ਕਰੋ, ਵੀ ਖੇਤੀ ਜਿਹੜੀ ਆਪਣੀ ਵੀ ਕਿਉਂਕਿ ਬੋਲਦ ਹੁੰਦੇ ਸੀ ਸਾਡੇ ਕੋਲ। ਠੀਕ ਹੈ। ਤੇ ਅਸੀਂ 98 ਦੇ ਵਿੱਚ ਟਰੈਕਟਰ ਲਿਆ ਤੇ ਉਦੋਂ ਅਸੀਂ ਕੈਮੀਕਲ ਖੇਤੀ ਕਰਦੇ ਸੀਗੇ। ਬੋਲਦਾਂ ਨਾਲ ਵਾਇਆ ਇੱਕ ਅੱਧੀ ਵਾਰੀ? ਹਾਂਜੀ ਹਾਂਜੀ, ਬੋਲਦਾਂ ਨਾਲ। ਤੇ ਮੈਂ ਮੇਲੇ ਦੇ ਵਿੱਚ ਗੱਡਾ ਲੈ ਕੇ ਜਾਂਦਾ ਰਿਹਾ ਸਾਲ 1900 ਤਕਰੀਬਨ 10ਵੀਂ ਦੇ ਵਿੱਚ ਪੜ੍ਹਦਾ ਸੀਗਾ। ਠੀਕ ਹੈ ਜੀ। 80 90 ਦੀਆਂ ਗੱਲਾਂ। ਡੈਡ ਜੀ ਨੂੰ ਮੈਂ ਕਹਿਣਾ ਤੁਸੀਂ ਘਰ ਰਹੋ, ਮੈਂ ਗੰਨੇ ਮੇਲੇ 'ਚ ਮੈਂ ਲੈ ਕੇ ਜਾਣਾ। ਓਕੇ। ਤੇ ਉਦੋਂ ਭੋਗਪੁਰ ਮੇਲ ਦੇ ਵਿੱਚ ਚੁੰਡੀ ਕੋਈ ਨਹੀਂ ਸੀ ਹੁੰਦੀ ਗੰਨੇ ਲਾਉਣ ਵਾਲੀ, ਬੰਦੇ ਪੈਰਾਂ ਨਾਲ ਹੀ ਲਾਉਂਦੇ ਹੁੰਦੇ ਸੀ ਇੱਕ ਭਰਾ ਕਰਕੇ। ਮੈਂ ਉਦੋਂ ਗੰਨਾ ਵੀ ਢੋਇਆ ਜੀ। ਠੀਕ ਹੈ। ਹਾਲ ਵੀ ਵਾਏ ਆ, ਕੱਦੂ ਕੀਤੇ ਆ 6ਵੀਂ ਜਮਾਤ 'ਚ, ਕਿਉਂਕਿ ਪਿਤਾ ਜੀ ਹੋਣੀ ਕਿਸਾਨ ਯੂਨੀਅਨ ਦੇ ਨਾਲ ਜੁੜੇ ਹੋਣ ਕਰਕੇ। ਵੀ ਕਦੇ ਇੱਧਰ ਜਾ ਤੇ ਕਦੇ ਉੱਧਰ ਜਾ। ਹਾਂਜੀ, ਉਦੋਂ ਜੇਲ੍ਹ ਪਰ ਅੰਦੋਲਨ ਬਹੁਤ ਚੱਲਦੇ ਸੀ। ਠੀਕ ਹੈ ਜੀ। ਇਹ ਕਦੀ ਕਿਸੇ ਜੇਲ੍ਹ 'ਚ 2 ਮਹੀਨੇ, ਕਦੀ ਕਿਸੇ 'ਚ, ਕਿਉਂਕਿ ਉਦੋਂ ਕਿਸਾਨ ਚੰਡੀਗੜ੍ਹ ਜਾ ਕੇ ਕਹਿੰਦੇ ਹੁੰਦੇ ਸੀ ਜਾਂ ਸਾਡੀਆਂ ਮੰਗਾਂ ਮੰਨੋ, ਨਹੀਂ ਤਾਂ ਸਾਨੂੰ ਅੰਦਰ ਕਰੋ, ਜੇਲ੍ਹ 'ਚ ਕਰੋ। ਤੀਜੀ ਗੱਲ ਕੋਈ ਨਹੀਂ। ਹਾਂਜੀ, ਸੋ ਇੱਕ ਵਾਰ ਜਾਣ ਦਾ ਮੈਨੂੰ ਵੀ ਮੌਕਾ ਮਿਲਿਆ। ਸਾਡੇ ਬਹੁਤ ਸਤਿਕਾਰਯੋਗ ਅੰਕਲ ਜੀ ਕਾਮੜ MLA ਸਰਦਾਰ ਕੁਲਵੰਤ ਸਿੰਘ ਜੀ ਜੀ, ਜਿਹੜੇ ਹੁਣ ਇਸ ਵੇਲੇ ਸਾਡੇ ਵਿੱਚ ਨਹੀਂ ਹੈ ਜੀ, ਉਹ ਕਹਿੰਦੇ ਕਿ ਐਤਕੀ ਅਮਰਜੀਤ ਨੂੰ ਲੈ ਕੇ ਜਾਣਾ, ਤੂੰ ਕਾਮੜ ਸਾਹਿਬ ਘਰੇ ਰਹੋ। ਓਕੇ। ਹਾਂਜੀ, ਸੋ ਕਿਹੜੀ ਜੇਲ੍ਹ 'ਚ ਰਹਿ ਜੀ? ਇਹ ਚੰਡੀਗੜ੍ਹ ਸੀ ਉਦੋਂ। ਠੀਕ ਹੈ। ਤਿਹਾੜ ਜੇਲ੍ਹ ਉਦੋਂ, ਮਤਲਬ ਉੱਥੇ ਬੜੇ ਵਧੀਆ ਵੈਸੇ ਅੰਦਰ ਪ੍ਰਬੰਧ ਕਿਸਾਨਾਂ ਵਾਸਤੇ ਬਹੁਤ ਵਧੀਆ ਪ੍ਰਬੰਧ ਹੁੰਦੇ ਕਿ ਅੰਦੋਲਨ ਦੇ ਵਿੱਚ ਇੱਕ ਵਾਰੀ ਜਾ ਕੇ ਆਏ। ਠੀਕ ਹੈ ਜੀ। ਹਾਂਜੀ। ਅੱਛਾ, ਹੁਣ ਝਾੜ ਘਟਦਾ ਤੇ ਉਸ ਤੋਂ ਅਗਲੀ ਗੱਲ ਵੀ ਜਦੋਂ ਅਸੀਂ ਕੈਮੀਕਲ ਖੇਤੀ ਜਿਹੜੀ ਸੀਗੀ ਉਹ ਬਹੁਤ ਅਸੀਂ ਜ਼ੋਰਾਂ ਤੇ ਕਰ ਰਹੇ ਸੀ ਕੈਮੀਕਲ ਪਾਉਣ ਨੂੰ। ਅੱਛਾ, ਉਹ ਵੀ ਠੋਕ ਕੇ ਪਾਉਂਦੇ। ਅਸੀਂ ਇਸ ਏਰੀਏ ਦੇ ਵਿੱਚ ਇੱਕ ਮਾਸਟਰ ਹੋ ਗਏ ਸੀ, ਕਿਉਂਕਿ ਉਹ ਮੇਰਾ ਵੀ ਥੋੜਾ ਜਿਹਾ ਹੋ ਗਿਆ ਜਿੱਦਾਂ ਖੇਤੀਬਾੜੀ ਡਾਕਟਰਾਂ ਦੇ ਨਾਲ ਸੀ ਗੱਲਬਾਤ, ਵੀ ਉਹਨਾਂ ਦੇ ਨਾਲ ਆਉਣਾ ਜਾਣਾ। ਚਲੋ ਉਹਨਾਂ ਨੇ ਤਾਂ ਆਪਣੇ ਹਿਸਾਬ ਨਾਲ ਦੱਸੀ, ਪਰ ਉਸ ਤੋਂ ਬਾਅਦ 'ਚ ਅਸੀਂ ਜਦੋਂ ਦੁਕਾਨਦਾਰਾਂ ਕੋਲ ਜਾਣ ਲੱਗੇ, ਦੁਕਾਨਦਾਰ ਸਾਨੂੰ ਜਿਹੜਾ ਵਧਾ ਚੜਾ ਕੇ ਆਹ ਚੀਜ਼ ਪਾਓ ਆਹ ਪਾਓ, ਅਸੀਂ ਉਹ ਮਰਜ਼ੀ ਦੇ ਨਾਲ, ਆਪਣੀ ਮਰਜ਼ੀ ਦੇ ਨਾਲ ਜ਼ਿਆਦਾ ਪਾਉਣ ਲੱਗ ਪਏ। ਸੋ ਉਹ ਜਦੋਂ ਜ਼ਿਆਦਾ ਪਾਉਣ ਲੱਗ ਪਏ ਤਾਂ ਏਰੀਏ ਦੇ ਲੋਕ ਵੀ ਸਾਡੇ ਕੋਲ ਪੁੱਛਦੇ ਹੁੰਦੇ ਸੀ, ਕਿਉਂਕਿ ਮੱਕੀ ਇਸ ਏਰੀਏ 'ਚ ਪਹਿਲਾਂ ਅਸੀਂ ਬੀਜਦੇ ਹੁੰਦੇ ਸੀ ਉਸ ਟਾਈਮ ਤੇ। ਠੀਕ ਹੈ। ਸਾਡੇ ਪਿੰਡ ਕੋਈ ਨਹੀਂ ਸੀ ਮੱਕੀ ਬੀਜਦਾ ਹੁੰਦਾ, ਤੇ ਪੁੱਛਣਾ ਯਾਰ ਸੁੰਡੀ ਪੈ ਗਈ ਆ, ਅਸੀਂ ਮੱਕੀ ਪਹਿਲੀ ਵਾਰੀ ਬੀਜੀ, ਹੁਣ ਇਹਨੂੰ ਕਿਹੜੀ ਸਪਰੇਅ ਕਰੀਏ, ਝੋਨੇ ਨੂੰ ਆਹ ਬਿਮਾਰੀ ਪੈ ਗਈ ਕਿਹੜੀ ਸਪਰੇਅ ਕਰੀਏ, ਆਹ ਕੀੜਾ ਲੱਗ ਗਿਆ ਕਿਹੜੀ ਸਪਰੇਅ ਕਰੀਏ। ਸੋ ਉਹ ਇਹ ਆ ਵੀ ਉਹਦੇ ਵਿੱਚ ਵੀ ਅਸੀਂ ਆਪਣਾ ਪੂਰਾ ਡਟ ਕੇ ਖਾਦਾਂ ਜ਼ਹਿਰਾਂ ਪਾਈਆਂ ਆਪਣੀ ਜ਼ਮੀਨ 'ਚ। ਹਾਂਜੀ, ਤੇ ਫਿਰ ਮੋੜਾ ਜਦੋਂ ਪਿਆ, ਕੁਦਰਤ ਨੇ ਜਦੋਂ ਸਾਨੂੰ ਇਸ਼ਾਰਾ ਦਿੱਤਾ ਤਾਂ ਅਸੀਂ ਕੁਦਰਤੀ ਖੇਤੀ ਵਾਲੇ ਪਾਸੇ ਆ ਗਏ। ਤੇ 3-4 ਸਾਲ ਸਾਡਾ ਜਿਹੜਾ ਝਾੜ ਉਹ ਘਟਿਆ ਜੀ। ਝਾੜ ਘਟਣਾ ਸੀ ਕਿਉਂਕਿ ਉਦੋਂ ਕੋਈ ਇੰਨਾ ਕੋਈ ਦੱਸਣ ਵਾਲਾ ਨਹੀਂ ਸੀ ਹੈਗਾ। ਫਿਰ ਸਾਨੂੰ ਖੇਤੀਬਾੜੀ ਡਿਪਾਰਟਮੈਂਟ ਨੇ ਗੰਡੋਏ ਦਿੱਤੇ। ਅੱਛਾ, ਝਾੜ ਅੱਧੋ ਅੱਧ ਹੋ ਗਿਆ ਸੀ? ਝਾੜ ਦਾ ਦੱਸਦੇ ਵੀ ਉਦੋਂ ਕੋਈ ਇੰਨਾ ਹੈ ਨਹੀਂ ਸੀਗਾ ਵੀ ਇੱਕਦਮ ਖਾਦ ਛੱਡਤੀ, ਜਿਵੇਂ ਇੱਕਦਮ ਬੰਦੇ ਦਾ ਨਸ਼ਾ ਛੱਡਦੀ, ਉਹਦੇ ਸਰੀਰ 'ਚ ਕਿੰਨੀਆਂ ਦਰਦਾਂ ਹੁੰਦੀਆਂ। ਅਲਟਰਨੇਟਿਵ ਨਹੀਂ ਕੋ ਪੈਦਾ ਕੀਤਾ ਸੀ। ਹਾਂਜੀ ਜੀ, ਉਹ ਸਾਨੂੰ ਗੰਡੋਏ ਦਿੱਤੇ ਖੇਤੀਬਾੜੀ ਮਹਿਕਮੇ ਵਾਲਿਆਂ ਨੇ। ਤੇ ਫਿਰ ਉਸ ਤੋਂ ਬਾਅਦ ਸਾਨੂੰ ਡਾਕਟਰ ਗੁਲਾਟੀ ਜੀ ਹੈਗੇ ਇੱਥੇ ਜਲੰਧਰ, ਖੇਤੀਬਾੜੀ ਅਫਸਰ ਨੇ ਹੁਣ ਵੀ, ਉਹਨਾਂ ਨੇ ਸਾਨੂੰ ਸਲਾਹ ਦਿੱਤੀ, ਕਹਿੰਦੇ ਅਮਰਜੀਤ ਸਿੰਘ ਤੁਸੀਂ ਅਗਰ ਕੁਦਰਤੀ ਖੇਤੀ ਕਰਨੀ ਆ ਤੇ ਪਿੰਗਲਵਾੜਾ ਫਾਰਮ ਤੇ ਜ਼ਰੂਰ ਜਾਓ, ਅੰਮ੍ਰਿਤਸਰ ਮਾਨ ਵਾਲਾ ਜਿਹੜਾ। ਹਾਂਜੀ, ਮਾਨ ਜੀ। ਫਿਰ ਮੈਂ ਛੋਟਾ ਭਰਾ ਤੇ ਕਿਹੜੇ ਸਾਲ ਦੀ ਗੱਲ ਆ ਇਹ? ਤਕਰੀਬਨ 9 ਦੀ ਗੱਲ ਹੈ ਜੀ। ਠੀਕ ਹੈ ਜੀ। 2008-9 ਦੀ ਇੱਥੇ ਦੀ ਗੱਲ। 3-4 ਵਾਰੀ ਗਏ ਅਸੀਂ ਜੀ। ਅਸੀਂ ਦੋਨੋਂ ਭਰਾ ਤੇ ਤੀਜੇ ਡੈਡ ਜੀ, ਅਸੀਂ ਫਿਰ 2-3 ਚੱਕਰ ਉੱਥੇ ਦੇ ਪਿੰਗਲਵਾੜਾ ਫਾਰਮ ਦੇ ਲਾਏ। ਔਰ ਉਹ ਦੱਸਦੇ ਆਰਾਮ ਨਾਲ ਸਮਝਾਉਂਦੇ। ਡਾਕਟਰ ਰਾਜਵੀਰ ਸਿੰਘ ਜੀ ਮਤਲਬ ਇੰਨਾ ਕੁ ਵਧੀਆ ਤਰੀਕੇ ਨਾਲ ਸਮਝਾਉਂਦੇ ਆ ਕਿ ਸਾਰਾ ਫਾਰਮ ਵੀ ਵਿਖਾਉਂਦੇ ਆ ਉੱਥੇ, ਸਾਰਾ ਕੁਝ ਤੁਹਾਨੂੰ ਸਮਝਾਉਂਦੇ ਵੀ ਆ, ਬਹਿ ਕੇ ਕਿਤਾਬਾਂ ਵੀ ਦਿੰਦੇ ਆ, ਕਿਸੇ ਨੂੰ ਸੀਡ ਚਾਹੀਦਾ ਹੋਵੇ ਉਹ ਵੀ ਦਿੰਦੇ ਆ, ਬਹੁਤ ਸਹਿਯੋਗ ਕਰਦੇ ਆ ਉਹ ਵੀ, ਕਿਉਂਕਿ ਉਹ ਵੀ ਇੱਕ ਬਹੁਤ ਵਧੀਆ ਸੰਸਥਾ ਹੈਗੀ ਪਿੰਗਲਵਾੜਾ ਜਿਹੜੇ ਸੇਵਾ ਕਰ ਰਹੇ ਨੇ। ਸੋ ਉੱਥੋਂ ਕਾਫੀ ਕਿਸਾਨਾਂ ਨੇ ਉੱਥੋਂ ਸਿੱਖਿਆ ਜੀ। ਉਸ ਤੋਂ ਬਾਅਦ ਦੇ ਵਿੱਚ ਅਸੀਂ ਫਿਰ ਕਰਦਿਆਂ 2011 ਦੇ ਵਿੱਚ ਸਾਡਾ ਖੇਤੀ ਵਿਰਾਸਤ ਮਿਸ਼ਨ ਦੇ ਨਾਲ ਸੰਪਰਕ ਕਾਇਮ ਹੋ ਗਿਆ। ਠੀਕ ਹੈ। ਉਹਨਾਂ ਦਾ ਇੱਥੇ ਕੈਂਪ ਲੱਗਾ ਸੀ ਪਿੰਡ ਘੁੱਗਾ, ਤੇ ਅਸੀਂ ਜਦੋਂ ਸੁਣਿਆ ਉਹਨਾਂ ਦਾ, ਤੇ ਉੱਥੋਂ ਸਾਨੂੰ ਇਸ ਚੀਜ਼ ਦਾ ਪਤਾ ਲੱਗਾ ਕਿ ਆਪਾਂ ਜਿਹੜਾ ਫਸਲ ਨੂੰ ਪਾਣੀ ਲਾਉਂਦੇ ਆ ਜੀ, ਇਹ ਪਾਣੀ ਫਲੱਡ ਵਾਟਰ ਨਹੀਂ ਚਾਹੀਦਾ, ਯਾਨੀ ਸਿੱਧਾ ਜਿਹੜਾ ਛੱਡ ਦਿੰਦੇ, ਸਿੱਧਾ ਲਾਉਣੇ ਜਿਹੜਾ, ਉਹ ਆਪਾਂ ਨੂੰ ਫਸਲ ਚਾਹੀਦੀ ਵੱਟਾਂ ਤੇ ਪਾਣੀ ਥੱਲੇ ਹੋਵੇ। ਠੀਕ ਹੈ। ਸੋ ਅਸੀਂ ਘਰ ਆ ਕੇ ਸੋਚਿਆ, ਯਾਨੀ ਆ ਵਾਟਿਆ, ਹਾਂਜੀ, ਬੈੱਡ ਦੇ ਉੱਪਰ ਹੀ ਚੀਜ਼ ਬੀਜੋ ਜਿਹੜੀ ਬੀਜਣੀ ਆ, ਦੇ ਉੱਪਰ ਬੀਜਣੀ, ਪਾਣੀ ਖੇਲਾਂ 'ਚ ਲੱਗੇ। ਠੀਕ ਹੈ। ਅਸੀਂ ਘਰ ਆ ਕੇ ਸੋਚਿਆ ਵੀ ਕਣਕ ਦਾ ਸੀਜ਼ਨ 'ਚ ਇਹੀ ਦਿਨ 'ਚ ਕੈਂਪ ਲੱਗਾ ਸੀ, ਝੋਨਾ ਵੱਢ ਹੋ ਗਿਆ, ਕਣਕ ਬੀਜਣੀ ਸੀ, ਤੇ ਸੰਦ ਸਾਡੇ ਕੋਲ ਦੂਜੀ ਡਰਿਲ ਸੀਗੀ ਜਿਹੜੀ ਪੱਧਰੇ ਦੇ ਵਿੱਚ ਘੇਰਦੀ ਆ। ਫਿਰ ਸੋਚਿਆ ਘਰ ਆਣ ਕੇ ਵੀ ਕਣਕ ਕਿੱਦਾਂ ਬੀਜੀ ਜਾਵੇ। ਇਹ ਗੱਲ, ਹਾਂ ਵੀ ਗੱਲ ਸਹੀ ਆ ਉਹਨਾਂ ਦੀ, ਵੀ ਜਿੱਥੇ ਸਾਡਾ ਕਿਤੇ ਨਾ ਖੇਤ ਦਾ ਉੱਚਾ ਕਿਨਾਰਾ ਹੁੰਦਾ, ਵਾਟ ਉੱਚੀ ਹੁੰਦੀ ਆ, ਕਣਕ ਦੇ 4 ਦਾਣੇ ਡਿੱਗੇ ਹੋਣ, ਉੱਥੇ ਹਮੇਸ਼ਾ ਹੀ ਕਣਕ ਵੀ ਕਾਲੇ ਰੰਗ ਦੀ ਹੁੰਦੀ ਆ। ਪੌਦਾ ਕੋਈ ਫਸਲ ਦਾ ਹੈਗਾ ਉਹ ਜ਼ਿਆਦਾ ਵਧੀਆ ਹੋਊਗਾ, ਤੰਦਰੁਸਤ ਹੋਊਗਾ। ਠੀਕ ਹੈ। ਇਹ ਚੀਜ਼ ਆਪਾਂ ਵੀ ਇਹੀ ਕਿਹਾ ਵੀ ਗੱਲ ਵਾਕਿਆ ਸਹੀ ਹੈ, ਤਰਕ ਲੱਗਦਾ। ਹਾਂਜੀ ਜੀ। ਅਸੀਂ ਫਿਰ ਆ ਕੇ ਕਣਕ ਦਾ ਸੋਚਿਆ ਵੀ ਕਿੱਦਾਂ ਬੀਜੀਏ,
ਫਿਰ ਆਪਣੀ ਸਕੀਮ ਦੇ ਨਾਲ ਹੀ ਅਸੀਂ ਜਿਹੜਾ ਨਾ ਜਿੱਦਾਂ ਖੇਤ ਤਿਆਰ ਕਰਕੇ ਜੀ ਛੱਟਾ ਦੇ ਕੇ ਕਣਕ ਦਾ ਤੇ ਆ ਜਿਹੜੇ ਰਿੱਜਰ ਹੁੰਦੇ ਆ ਜਿਹਦੇ ਨਾਲ ਆਪਾਂ ਆਲੂ ਬੀਜਦੇ ਆ ਗੰਨਾ ਬੀਜਦੇ ਆ ਰਿੱਜਰ ਵੱਟਾਂ ਬਣਾਉਣ ਵਾਲੇ ਅੱਛਾ ਸਾਫ਼ ਖੇਤ ਦੇ ਵਿੱਚ ਛੱਟਾ ਦੇ ਕੇ ਵੱਟਾਂ ਮੁੜ ਕੇ ਪਾਈਆਂ ਵੱਟਾਂ ਬਾਅਦ ਚ ਪਾਤੀਆਂ ਉਹ ਜਦੋਂ ਵੱਟ ਇਸ ਹਿਸਾਬ ਨਾਲ ਬਣਾਉਣੀ ਆ ਕਿ ਵੱਟ ਉੱਤੋਂ ਚੌੜੀ ਰਵੇ ਤੇ ਫਿਰ ਸਿੱਧਾ ਨਾ ਮਤਲਬ ਖੇਤ ਦੇ ਉਹਦੇ ਵਿੱਚੋਂ ਮਿੱਟੀ ਸਿਰਫ ਕਣਕ ਦੇ ਉੱਤੇ ਡਿੱਗੇ ਜ਼ਿਆਦਾ ਨਹੀਂ ਵੱਟ ਦੀ ਨੋਕ ਨਾ ਬਣੇ ਮੈਂ ਸਮਝ ਐ ਮਿੱਟੀ ਟਰੈਕਟਰ ਭਜਾ ਨਾ ਹੋ ਜਾਵੇ ਹਾਂ ਟਰੈਕਟਰ ਭਜਾ ਕੇ ਮਿੱਟੀ ਪਾਉਣੀ ਆ ਰਿੱਜਰ ਥੋੜੇ ਲੱਗਣ ਤੇ ਮਿੱਟੀ ਜਿੰਨੀ ਕੁ ਹੈਗੀ ਆ ਪੁੜ ਕੇ ਉੱਤੇ ਜਾਵੇ ਸੋ ਕਣਕ ਬੜੀ ਵਧੀਆ ਹੋਊਗੀ ਜੀ ਅੱਛਾ ਪਾਣੀ ਖੇਲਾਂ 'ਚ ਗਿਆ ਪਾਣੀ ਖੇਲਾਂ 'ਚ ਠੀਕ ਹੈ ਉਹਦੇ ਵਿੱਚ ਸਾਨੂੰ ਵਿਚਾਰੀ ਬਹੁਤ ਵਧੀਆ ਰਿਜ਼ਲਟ ਮਿਲਿਆ ਠੀਕ ਹੈ ਸੋ ਕਈ ਪੱਕੀਆਂ ਜ਼ਮੀਨਾਂ ਦੇ ਵਿੱਚ ਉਹ ਹੈਗਾ ਕਿ ਕਣਕ ਵੱਢਣ ਨੂੰ ਥੋੜੀ ਜਿਹੀ ਕੰਬਾਈਨਾਂ ਨੂੰ ਸ਼ਾਇਦ ਦਿੱਕਤ ਆਉਂਦੀ ਹੋਵੇ ਲੇਕਿਨ ਸਾਡੇ ਤਾਂ ਇੱਥੇ ਠੀਕ ਰਿਹਾ ਅਸੀਂ ਹੱਥ ਨਾਲ ਵਢਾ ਲੈਂਦੇ ਰਹੇ ਆ ਜੀ ਕਿਉਂਕਿ ਅਸੀਂ ਤਾਂ ਆਪਣਾ ਜੁਗਾੜ ਲਾਇਆ ਹਾਂ ਠੀਕ ਹੈ ਨਾ ਜੁਗਾੜ ਇਹਨਾਂ ਲਾਇਆ ਬਸ ਹਾਂਜੀ ਤੇ ਬੜਾ ਵਧੀਆ ਜੀ ਕਣਕ ਦੀ ਫਸਲ ਵੀ ਬਹੁਤ ਵਧੀਆ ਹੁੰਦੀ ਹੈ ਤੇ ਹੁਣ ਉਸ ਤੋਂ ਬਾਅਦ ਬੈੱਡ ਮੇਕਰ ਆ ਗਿਆ ਬੈੱਡ ਬਣਾ ਕੇ ਉੱਪਰ ਕਣਕ ਬੀਜ ਹੋ ਜਾਂਦੀ ਹੈ ਡਰਿਲ ਦੇ ਨਾਲ 4 ਸਿਆੜ ਇਕੱਠੇ ਹੱਥ ਵਾਲੀ ਡਰਿਲ ਆ ਬੜੀ ਵਧੀਆ ਹੁਣ ਤੁਸੀਂ ਐਡਜਸਟਮੈਂਟ ਵੀ ਕਰ ਸਕਦੇ ਕਿੱਥੇ ਕਰਨੀ ਕਿੰਨੇ ਇੰਚੀ ਦੇ ਸਿਆੜ ਕਰਨਾ ਜੀ ਤੇ ਤੁਸੀਂ ਇਕੱਲਾ ਹੀ ਇੱਕ ਬੰਦਾ ਖਿੱਚੀ ਜਾਂਦਾ ਹੈ ਆਰਾਮ ਨਾਲ ਉਹ ਬਹੁਤ ਵਧੀਆ ਬੀਜ ਹੋ ਜਾਂਦੀ ਜੀ ਤੇ ਵਧੀਆ ਝਾੜ ਮੈਂ ਪੰਗ ਸਾਹਿਬ ਤੁਹਾਡੇ ਕੋਲ ਦੁਬਾਰਾ ਆਉਣਾ ਪ੍ਰਾਈਮੇਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਮੈਂ ਇੱਕ ਗੱਲ ਸਪਸ਼ਟ ਫੇਰ ਕਰ ਦੇਣਾ ਚਾਹੁੰਦਾ ਕਿ ਇਸ ਵੇਲੇ ਅਸੀਂ ਪਿੰਡ ਚਾੜਕੇ ਦੇ ਵਿੱਚ ਆ ਭੋਗਪੁਰ ਦੇ ਨੇੜੇ ਆ ਪਿੰਡ ਚਾੜਕੇ ਜ਼ਿਲ੍ਹਾ ਜਲੰਧਰ ਹੈ ਦੁਆਬੇ 'ਚ ਪੈਂਦਾ ਤੇ ਦੁਆਬੇ ਦੇ ਵਿੱਚ ਜ਼ਮੀਨਾਂ ਥੋੜੀਆਂ ਨੇ ਕਿਸਾਨਾਂ ਦੀਆਂ ਕਿਉਂਕਿ ਜਿੱਥੇ ਤਾਂ 100 ਏਕੜ ਹੈਗਾ 200 ਏਕੜ 10-20 ਖੇਤਾਂ ਦੇ ਵਿੱਚ ਜੇ ਆਪਾਂ ਦੇਸੀ ਖੇਤੀ ਕਰ ਵੀ ਲਈ ਕੁਦਰਤੀ ਖੇਤੀ ਝਾੜ ਘਟ ਗਿਆ ਵੱਧ ਗਿਆ ਬਹੁਤਾ ਫਰਕ ਨਹੀਂ ਪੈਂਦਾ ਪਰ ਦੋ ਭਰਾ ਨੇ ਸਕੇ ਸਾਂਝੇ ਪਰਿਵਾਰ ਦੇ ਵਿੱਚ ਰਹਿੰਦੇ ਆ ਸਾਂਝੀ ਖੇਤੀ ਕਰਦੇ ਆ ਸਾਂਝੀ ਰੋਟੀ ਪੱਕਦੀ ਹੈ ਤੇ 6-6 ਖੇਤ ਮੰਨ ਲਓ ਆਉਂਦੇ ਆ 5.5-6 ਖੇਤ ਇੱਕ ਭਰਾ ਨੂੰ ਮੈਂ ਸਿਰਫ ਤਾਂ ਬਾਰ-ਬਾਰ ਇਸ ਗੱਲ ਦੇ ਉੱਤੇ ਜ਼ੋਰ ਦੇ ਰਿਹਾ ਕਿ ਇੱਕ ਤਾਂ ਇਕੱਠੇ ਰਹਿੰਦੇ ਆ ਦੂਸਰਾ ਥੋੜੀ ਜ਼ਮੀਨ ਹੈ ਥੋੜੀ ਜ਼ਮੀਨ ਦੇ ਵਿੱਚ ਠੇਕੇ ਤੇ ਲੈ ਕੇ ਵੀ ਖੇਤੀ ਕਰਦੇ ਰਿਹਾ ਤੇ ਪਰਾਲੀ ਨੂੰ ਅੱਗ ਨਹੀਂ ਲਾਉਂਦੇ ਦੂਸਰੀ ਗੱਲ ਹੈ ਕੁਦਰਤੀ ਖੇਤੀ ਕਰਦੇ ਆ ਤੀਸਰੀ ਗੱਲ ਹੈ ਕਿ ਫਸਲ ਵੇਚਣ ਲਈ ਧੱਕੇ ਨਹੀਂ ਖਾਣੇ ਪੈਂਦੇ ਧੱਕੇ ਕਿਉਂ ਨਹੀਂ ਖਾਣੇ ਪੈਂਦੇ ਇਹ ਸਭ ਤੋਂ ਵੱਡਾ ਸਵਾਲ ਹੈ ਨਹੀਂ ਤਾਂ ਟਮਾਟਰ ਸੁੱਟ ਕੇ ਆਏ ਜੀ ਆਲੂ ਸੁੱਟ ਕੇ ਆਏ ਜੀ ਸਾਡਾ ਤਾਂ ਨਹੀਂ ਵਿਕਦਾ ਜੀ ਗੰਨੇ ਵਾਲਿਆਂ ਦੇ ਪੈਸੇ ਨਹੀਂ ਮਿਲਦੇ ਜੀ ਹੁਣ ਆਪਾਂ ਤੀਸਰੇ ਪਾਸੇ ਨੂੰ ਚੱਲਣਾ ਮੈਂ ਮੁੜ ਕੇ ਇਹਨਾਂ ਗੱਲਾਂ ਵੱਲ ਫੇਰ ਆਉਂਗਾ ਅਮਰਜੀਤ ਭਾਜੀ ਇੱਕ ਚੀਜ਼ ਦੱਸਿਓ ਕਿ ਤੁਸੀਂ ਹੁਣ ਬਹੁਤਾ ਗੰਨੇ ਵੱਲ ਧਿਆਨ ਦਿੱਤਾ ਤੁਹਾਡਾ ਗੁੜ ਜਾਂਦਾ ਦੂਰ ਦੂਰ ਸਾਨੂੰ ਵਿਦੇਸ਼ਾਂ ਦੇ ਵਿੱਚ ਵੀ ਲੋਕ ਪੁੱਛਦੇ ਯਾਰ ਗੁੜ ਮੰਗਾ ਦਿਓ ਅਸੀਂ ਕਹਿ ਰਹੇ ਕਿ ਇਹਨਾਂ ਨੂੰ ਯਾਰ ਸਾਨੂੰ ਤਾਂ ਐਤਕੀ ਚਾਹ 'ਚ ਪਾਉਣ ਜੋਗਾ ਨਹੀਂ ਮਿਲਿਆ ਹਨਾ ਵੀ ਤੁਹਾਨੂੰ ਕਿੱਥੋਂ ਮੰਗਾ ਕੇ ਦਈਏ ਇਧਰਲੇ ਪਾਸੇ ਨੂੰ ਗੰਨੇ ਵਾਲੇ ਪਾਸੇ ਕਿੱਦਾਂ ਆਏ ਗੁੜ ਤੁਹਾਡਾ ਵਿਕਦਾ ਕਿ ਨਹੀਂ ਵਿਕਦਾ ਜੇ ਵਿਕਦਾ ਤਾਂ ਉਹਦੀ ਖਾਸੀਅਤ ਕੀ ਹੈ ਜਾਨੀ ਕੁਦਰਤੀ ਖੇਤੀ ਦੇ ਫਾਇਦੇ ਗਿਣਾ ਦਿਓ ਹੁਣ ਥੋੜਾ ਜਿਹਾ ਪ੍ਰੈਕਟੀਕਲੀ ਜੋ ਤੁਹਾਡੇ ਨਾਲ ਹੋਇਆ ਇੱਦਾਂ ਜੀ ਜਦੋਂ ਅਸੀਂ ਖੇਤੀ ਸ਼ੁਰੂ ਕੀਤੀ ਸੀ ਅਸੀਂ ਥੋੜੀ ਹਲਦੀ ਬੀਜਣੀ ਸ਼ੁਰੂ ਕੀਤੀ ਨਾਲ ਵੀ ਦੇਖਿਆ ਵੀ ਪਿੰਗਲਵਾੜਾ ਫਾਰਮ ਵਾਲਿਆਂ ਨੇ ਹਲਦੀ ਬੀਜੀ ਆ ਉਹਨਾਂ ਵੱਲ ਦੇਖ ਕੇ ਸਾਨੂੰ ਵੀ ਹੋਇਆ ਵੀ ਹਲਦੀ ਵੀ ਬੀਜੀਏ ਨਾਲ ਥੋੜੀ 10 ਮਰਲੇ ਫਿਰ ਉਹਦੇ ਨਾਲ ਆਲੂ ਹੋ ਗਏ ਕਣਕ ਹੋ ਗਈ ਬਾਸਮਤੀ ਹੋ ਗਿਆ ਇਦਾਂ ਚੀਜ਼ਾਂ ਬੀਜਦੇ ਰਹੇ ਜਦੋਂ ਬੀਜਦੇ ਰਹੇ ਤਾਂ ਉਸ ਤੋਂ ਬਾਅਦ ਦੇ ਵਿੱਚ ਅਸੀਂ ਗੰਨਾ ਜਿਹੜਾ ਬੀਜਦੇ ਸੀ ਨਾ 3 ਏਕੜ ਉਹ ਅਸੀਂ ਲੈ ਕੇ ਜਾਂਦੇ ਸੀ ਭੋਗਪੁਰ ਮਿੱਲ ਵਿੱਚ ਆਰਗੈਨਿਕ ਗੰਨਾ ਮਿੱਲ ਦੇ ਵਿੱਚ ਲੈ ਕੇ ਜਾਂਦੇ ਸੀ ਬਾਕੀ ਚ ਰਲ ਜਾਂਦਾ ਸੀ ਹੋਰ ਵੀ ਆਪਾਂ ਤਾਂ ਇੱਕ ਹਿਸਾਬ ਨਾਲ ਫਸਲ ਉਹ ਫਿਰ ਹੁਣ ਗੰਨਾ ਕਿੱਥੇ ਕਰਨਾ ਸੀਗਾ ਬਾਕੀ ਫਸਲ ਤਾਂ ਅਸੀਂ ਵੇਚ ਲੈਂਦੇ ਸੀ ਤੇ ਗੰਨਾ ਮਿੱਲ ਦੇ ਵਿੱਚ ਹੀ ਸੁੱਟ ਕੇ ਆਉਂਦੇ ਸੀਗੇ ਹਨਾ ਜੀ 2012 ਦੀ ਗੱਲ ਆ ਡੈਡ ਜੀ ਕਹਿਣ ਲੱਗੇ ਕਿ 10 ਸਾਲ ਪਹਿਲਾਂ ਹਾਂਜੀ ਵੇਲਣਾ ਲਾਈਏ ਕਹਿੰਦੇ ਆਪਾਂ ਗੰਨਾ ਲੈ ਕੇ ਜਾਂਦੇ ਮਿੱਲ ਵਿੱਚ ਤੇ ਵੇਲਣਾ ਲਾਈਏ ਸਾਡੇ ਦੋਵਾਂ ਭਰਾਵਾਂ ਦੇ ਦਿਮਾਗ 'ਚ ਇੱਕਦਮ ਨਾ ਜਿਵੇਂ ਕਹਿ ਲਓ ਕਿ ਇਦਾਂ ਆਈ ਵੀ ਆ ਗੁੜ ਬਣਾਉਣਾ ਕਿਤੇ ਸੌਖਾ ਵੇਚਣਾ ਕਿੱਥੇ ਆ ਵੀ ਡੈਡ ਜੀ ਸਾਨੂੰ ਪੰਗੇ 'ਚ ਪਾਉਣ ਲੱਗੇ ਆ ਸੱਚੀ ਗੱਲ ਹੈ ਸਾਡੇ ਮਨ ਵਿੱਚ ਇੱਕ ਵਾਰੀ ਆਇਆ ਵੀ ਅਸੀਂ ਵੇਚਾਂਗੇ ਕਿੱਥੇ ਗੁੜ ਇੱਥੇ ਖੇਤਾਂ 'ਚ ਬੈਠੇ ਆ ਤੇ ਇਹ ਸਾਨੂੰ ਪੰਗੇ 'ਚ ਪਾਉਣ ਲੱਗੇ ਆ ਪਰ ਸਾਡੇ ਪਰਿਵਾਰ ਦੀ ਕਹਿ ਲਓ ਕਿ ਇੱਕ ਖਾਸੀਅਤ ਇਹ ਆ ਕਿ ਗੱਲ ਮੰਨ ਲੈਂਦੇ ਆ ਜਿਹੜੀ ਚੰਗੀ ਗੱਲ ਹੋਵੇ ਨਾ ਟੋਕਦੇ ਨਹੀਂ ਮੋਰੇ ਮਤਲਬ ਜੇ ਕਿਸੇ ਗੱਲ ਤੇ ਇਦਾਂ ਵਿਚਾਰ ਚਰਚਾ ਵੀ ਹੁੰਦੀ ਰਹੀ ਆ ਵੀ ਆਹ ਨਹੀਂ ਇਦਾਂ ਨਹੀਂ ਕਰਨੀ 3 ਜਾਣੇ ਆ ਬੈਠੇ ਜੇ ਦੋਵਾਂ ਨੇ ਜਿਹੜੀ ਗੱਲ ਕਹਿਤੀ ਕਹਿਣਾ ਯਾਰ ਠੀਕ ਹੈ ਜਾਨੀ ਬਹੁਤ ਸੰਮਤੀ ਹੋ ਗਈ ਉਹਦੇ ਹਾਂਜੀ ਤੇ ਅਸੀਂ ਵੇਲਣੇ ਦੀ ਜਦੋਂ ਗੱਲ ਕੀਤੀ ਤੇ 2 ਖੇਤ ਅਸੀਂ ਗੰਨਾ ਮਿੱਲ ਤੇ ਲੈ ਗਏ ਤੇ ਡੈਡ ਜੀ ਦਾ ਐਕਸੀਡੈਂਟ ਹੋ ਗਿਆ ਉਦੋਂ ਪਚਰੰਗੇ ਨਾ ਇਹਨਾਂ ਦਾ ਐਕਸੀਡੈਂਟ ਬਹੁਤ ਜ਼ਬਰਦਸਤ ਹੋ ਗਿਆ ਗੋਡੇ ਦੀ ਚੱਪਣੀ ਟੁੱਟ ਗਈ ਗਿੱਟਾ ਟੁੱਟ ਗਿਆ ਮੋਟਰਸਾਈਕਲ ਵੀ ਟੁੱਟ ਗਿਆ ਉਹ ਜਾਨੀ ਕਹਿ ਲਓ ਕਿ ਮਿਸ ਅੰਡਰਸਟੈਂਡਿੰਗ ਹੋ ਗਈ ਉਹਨਾਂ ਕੋਲ ਰੋਡ 'ਤੇ ਥੋੜ੍ਹੀ ਜਿਹੀ ਕ੍ਰੋਸ ਕਰਨ ਲੱਗਿਆ ਵੇਲਣਾ ਦਾ ਆਰਡਰ ਦਿੱਤਾ ਤੇ ਵੇਲਣਾ ਸਾਨੂੰ ਸਾਡੇ ਕੋਲ ਉੱਧਰ ਹੋ ਨਾ ਹੋਇਆ ਕਿਉਂਕਿ ਡੈਡ ਜੀ ਰਹੇ ਤਕਰੀਬਨ 20-25 ਦਿਨ ਹਸਪੀਟਲ ਰਹੇ ਫਿਰ ਘਰ ਕੇਅਰ ਕਰਨੀ ਸਾਨੂੰ ਵੇਲਣਾ ਮਿਲਿਆ ਜੀ ਉਦੋਂ ਤਕਰੀਬਨ ਮਾਰਚ ਦੇ ਲਾਸਟ ਵਿੱਚ ਠੀਕ ਹੈ ਮਾਰਚ ਦੇ ਲਾਸਟ ਵਿੱਚ ਨਵਾਂ ਵੇਲਣਾ ਮਿਲਿਆ ਤੇ ਅਸੀਂ 1 ਕਿੱਲਾ ਗੰਨਾ ਰੱਖਿਆ ਸੀ ਬਾਕੀ 2 ਖੇਤ ਮਿੱਲ ਤੇ ਲੈ ਗਏ ਹੁਣ ਤੁਹਾਨੂੰ ਪਤਾ ਕਿ ਅਪ੍ਰੈਲ ਦੇ ਪਹਿਲੇ ਹਫਤੇ ਗਰਮੀ ਹੁੰਦੀ ਕਿੱਦਾਂ ਸੁੱਕ ਜਾਂਦਾ ਜਗੜ ਉਹ ਗੰਨੇ ਦੇ ਇੱਕ ਖੇਤ ਗੰਨੇ ਵੱਲ ਨੂੰ ਦੇਖ ਕੇ ਵੀ ਘਬਰਾਹਟ ਜੀ ਹੁੰਦੀ ਸੀ ਵੀ ਹੁਣ ਖੜਾ ਤਾਂ ਹੈਗਾ ਗੰਨਾ ਇਹਨੂੰ ਕਿੱਦਾਂ ਗਰਮੀ 'ਚ ਕੱਢਾਂਗੇ ਕਿੱਦਾਂ ਹੁਣ ਅੱਗ ਦੇ ਲਾਗੇ ਬਹਿਣਾ ਸੌਖਾ ਕਿਤੇ ਤੇ ਵੀ ਅਸੀਂ ਲੇਟ ਵੀ ਹੋ ਗਏ ਤੇ ਮੁੜ ਕੇ ਉੱਤੋਂ ਗੱਲ ਸੀ ਕਿ ਵੇਚਾਂ ਕਿੱਥੇ ਇਹਨੂੰ ਚਲੋ ਵੇਲਣਾ ਵੀ ਲੱਗ ਗਿਆ ਸਭ ਕੁਝ ਹੋ ਗਿਆ ਸਿੰਗਲ ਚੁੰਬਾ ਲਾ ਲਿਆ ਜੀ ਤੇ ਰੇਟ ਤੇ ਗੱਲ ਆ ਗਈ
ਉਦੋਂ ਡੈਡ ਜੀ ਕਹਿਣ ਕਿ ਆਪਾਂ 60-65 ਰੁਪਏ ਰੇਟ ਰੱਖਣਾ ਆਪਣਾ ਆਰਗੈਨਿਕ ਗੁੜ ਆ। ਅਸੀਂ ਦੋਨੋਂ ਭਰਾ ਘਬਰਾਏ ਜੇ ਅਸੀਂ ਕਿਹਾ ਨਹੀਂ 60 ਨਹੀਂ 45 ਨੂੰ ਅਸੀਂ 50 ਰੁਪਏ ਵੇਚ ਦੇਣਾ ਵਾ, ਅਸੀਂ ਰੱਖਣਾ ਕਿੱਥੇ ਇਹਨੂੰ ਮੁਰਗਾ। ਚਲੋ ਜੀ ਗੱਲ ਹੋ ਗਈ ਜੀ ਵੀ 50 ਰੁਪਏ ਵੇਚੋ, ਕੋਈ ਗੱਲ ਨਹੀਂ। ਠੀਕ ਹੈ। ਉਹ ਗੁੜ ਭਾਜੀ ਅਸੀਂ ਜਿੱਦਾਂ ਸ਼ੁਰੂ ਕੀਤਾ, ਕਿਉਂਕਿ ਫਾਦਰ ਸਾਹਿਬ ਨੂੰ ਤਜਰਬਾ ਪੂਰਾ ਸੀਗਾ ਤੇ ਅਸੀਂ ਵੀ ਨਿੱਕੇ ਹੁੰਦੇ ਨਾਲ ਕਰਾਉਂਦੇ ਰਹੇ ਆ ਗੁੜ। ਸਾਡੇ ਕੋਲ ਪਹਿਲਾਂ ਮਿਲਣਾ ਹੁੰਦਾ ਸੀ ਬੋਲਦਾਂ ਵਾਲਾ। ਠੀਕ ਹੈ। ਕੁਝ ਸਾਨੂੰ ਵੀ ਪਤਾ ਸੀ। ਗੁੜ ਬਣਿਆ ਜੀ ਬਹੁਤ ਟੌਪ ਦਾ। ਤੁਸੀਂ ਸੱਚ ਜਾਣਿਓ 15 ਦਿਨਾਂ ਦੇ ਵਿੱਚ ਅਸੀਂ ਇੱਕ ਖੇਤ ਦੇ ਗੰਨੇ ਕੱਢ ਦਿੱਤੇ ਛਿੱਲ ਛੁੱਲ ਕੇ ਆਪੇ ਹੀ, ਤੇ 15 ਦਿਨਾਂ ਦੇ ਵਿੱਚ ਹੀ ਸਾਡਾ ਗੁੜ ਖਤਮ ਹੋ ਗਿਆ। ਮੈਂ ਹੁਣ ਇੱਥੇ ਹੀ ਰੁਕਦਾ। ਜਦੋਂ ਪਹਿਲੀ ਵਾਰੀ ਗੁੜ ਕੱਢਿਆ, ਹਾਂਜੀ, ਬੇਲ ਨਾਲ ਲਾਇਆ, ਯਾਨੀ ਅਸੀਂ ਹੁਣ ਮੰਨ ਕੇ ਚੱਲਦੇ ਹਾਂ ਕਿ ਜੇ ਤੁਸੀਂ ਬਿਨਾਂ ਪਰਾਲੀ ਸਾੜਿਓਂ ਕੰਮ ਚਲਾ ਸਕਦੇ ਹੋ, ਜੇ ਤੁਸੀਂ ਬਿਨਾਂ ਖਾਦ ਪਾਇਆ ਕੰਮ ਚਲਾ ਸਕਦੇ ਆ, ਤੁਸੀਂ ਫਿਰ ਐਦਾਂ ਦਸਤਾਰ ਰੋਜ਼ ਸੇ ਆਉਂਦੇ ਹੋਣੇ ਆ। ਐਨ ਕੁੜਤਾ ਪਜਾਮਾ ਅੱਜ ਪ੍ਰੈਸ ਕਰਕੇ ਪਾਇਆ, ਜੁੱਤੀ ਸੋਹਣੀ ਪਾਈ ਆ, ਐਨ ਵਧੀਆ ਤਰੀਕੇ ਦੇ ਨਾਲ, ਜਾਣੀ ਐਦਾਂ ਫਿਰ ਤੁਸੀਂ ਆ ਕੁੜਤਾ ਪਜਾਮਾ ਪਾ ਕੇ ਕੋਲ ਖੜ ਗਏ ਹੋਣੇ ਆ, ਬੰਦੇ ਲਾਤੇ ਹੋਣੇ ਆ, ਤਿੰਨੇ ਹੀ ਜਣੇ। ਉਦੋਂ ਬਜ਼ੁਰਗ ਵੀ ਸੀਗੇ ਤੇ ਤੁਸੀਂ ਦੋਏ ਭਰਾ ਹੈ, ਕਰਮਜੀਤ ਸਿੰਘ ਤੇ ਅਮਰਜੀਤ ਸਿੰਘ ਤੇ ਬਜ਼ੁਰਗ, ਜਾਣੀ ਐਂ ਖੜ ਗਏ। ਤੇ ਬੰਦੇ ਕਿੰਨੇ ਲਾਏ ਸੀ? ਜਾਣੀ ਹੱਥੀਂ ਤੁਹਾਨੂੰ ਗੁੜ ਦਾ ਟੋਕਰਾ ਵੀ ਚੱਕ ਕੇ ਕਦੇ ਅੰਦਰ ਰੱਖਿਆ ਹੀ ਉਦੋਂ? ਮੈਨੂੰ ਹਾਸਾ ਆ ਗਿਆ ਅੱਜ ਤਾਂ। ਚਲੋ ਗੱਲ ਇਦਾਂ ਹੀ ਪਰਮਵੀਰ ਭਾਜੀ, ਤੁਹਾਡੇ ਨਾ ਇੱਥੇ ਪੰਜਾਬ 'ਚ ਆਉਣ ਦਾ ਸਾਨੂੰ ਚਾਅ ਹੀ ਇੰਨਾ ਹੈ। ਠੀਕ ਹੈ ਜੀ। ਤੁਸੀਂ ਜਿੱਦਣ ਫੇਸਬੁੱਕ ਤੇ ਪੋਸਟ ਪਾਈ ਸੀ ਨਾ ਕਿ ਕੁਛ ਦਿਨ ਪੰਜਾਬ 'ਚ ਜੀ, ਤੇ ਮੇਰਾ ਨਾ ਮਨ ਅੰਦਰੋਂ ਗਦ-ਗਦ ਹੋ ਗਿਆ ਕਿ ਭਾਜੀ ਪੰਜਾਬ 'ਚ ਆਉਣ ਲੱਗੇ। ਮੈਂ ਕਮੈਂਟ ਵੀ ਲਿਖਿਆ ਸੀ ਕਿ ਮਿਲ ਕੇ ਜ਼ਰੂਰ ਜਾਇਓ ਜੀ। ਤੇ ਅੱਜ ਅਸੀਂ ਕਿਹਾ ਕਿ ਭਾਜੀ ਹੁਣੀ ਸਾਡੇ ਘਰ ਆਉਣ ਲੱਗੇ ਆ, ਤੇਰੀ ਸ਼ਰੀ ਖਿੱਚੀਏ। ਬਿਲਕੁਲ ਜੀ। ਸਾਡੇ ਕੋਲ ਚੈਨਲਾਂ ਵਾਲੇ ਬਹੁਤ ਆਉਂਦੇ ਆ, ਉਹ ਕਹਿ ਦਿੰਦੇ ਆ ਪਹਿਲਾਂ ਹੀ ਪੰਗੂ ਸਾਹਿਬ ਪੱਗ ਬੰਨ੍ਹ ਲਿਓ ਦਸਤਾਰ। ਮੈਂ ਕਹਿੰਦਾ ਹੁਣ ਨਹੀਂ ਜੀ, ਕਿਸਾਨ ਪਰਨੇ ਦੇ ਵਿੱਚ ਹੀ ਠੀਕ ਲੱਗਦਾ। ਬਿਲਕੁਲ ਠੀਕ ਹੈ। ਇਹ ਅੱਜ ਪਹਿਲੀ ਮੇਰੇ ਖਿਆਲ 'ਚ ਮੇਰੀ ਇੰਟਰਵਿਊ ਹੋਊਗੀ ਜਿਹਦੇ ਵਿੱਚ ਮੈਂ ਪੱਗ ਬੰਨੀ ਆ। ਤੇ ਨਹੀਂ ਤੇ ਮੈਂ ਕਹਿੰਦਾ ਹੁੰਦਾ ਕਿ ਕਿਸਾਨ ਦੀ ਜੋ ਅਸਲੀਅਤ ਹੈ ਨਾ, ਉਹ ਉਹਦੇ ਵਿੱਚ ਹੀ ਸੋਹਣਾ ਲੱਗਦਾ। ਅਸੀਂ ਤੁਹਾਡੀਆਂ ਫੋਟੋ ਦਿਖਾ ਦੇਣੀਆਂ ਨਾਲ। ਰਬੜ ਦੀ ਜੁੱਤੀ ਜੀ, ਆਪਣੇ ਨਾਰਮਲ ਕੱਪੜੇ ਜੀ, ਪਰਨਾ ਜੀ, ਠੀਕ ਹੈ ਨਾ। ਤੇ ਨਹੀਂ ਤੇ ਜੱਟ ਫਿਰ ਲੱਗਦਾ ਕਿ ਇਹ ਜੱਟ ਜਿਹੜਾ ਨਾ ਗੱਲਾਂ ਮਾਰਨ ਜੋਗਾ ਜੀ, ਠੀਕ ਹੈ ਜੀ। ਤੇ ਅਸੀਂ ਕੰਮ ਜਿਹੜਾ ਸਾਰਾ ਆਪ ਨਾਲ ਹੱਥੀਂ ਕਰਦੇ, ਬੰਦੇ ਵੀ ਹੈਗੇ ਆ। ਨਹੀਂ ਪਰ ਉਹ ਪਹਿਲੇ ਸਾਲ ਦੀ ਗੱਲ ਦੱਸੋ। ਪਹਿਲੇ ਸਾਲ ਤੋਂ ਭਾਜੀ ਅਮਰਜੀਤ ਸਿੰਘ ਨੇ ਕੀ ਕੀਤਾ ਪਹਿਲੇ ਸਾਲ ਬੇਲ? ਭਾਜੀ ਮੈਂ ਤੁਹਾਨੂੰ ਦੱਸਦਾ, ਮੈਂ ਤਾਂ ਤੁਹਾਨੂੰ ਦੱਸਿਆ ਵੀ 6ਵੀਂ ਦੇ ਵਿੱਚ ਹਲ ਵਾਹੁਣਾ ਸ਼ੁਰੂ ਕਰਤਾ ਜਿਸ ਬੰਦੇ ਨੇ। ਉਹ ਕਿੱਥੋਂ, ਉਹ ਜਦੋਂ ਪਤਾ ਹੋਵੇ ਸਿਰ ਤੇ ਕਰਜ਼ਾ ਸੀਗਾ ਹਨਾ, ਉਸ ਟਾਈਮ ਤੇ ਕਰਜ਼ਾ ਸੀਗਾ, ਗਾਂ ਵੀ ਮਤਲਬ ਥੋੜਾ ਪੋਲਟਰੀ ਫਾਰਮ ਦਾ ਕੰਮ ਵਧਾਇਆ, ਹੋਰ ਲਿਆ ਕਰਜ਼ਾ, ਮੋੜਿਆ। ਯਾਨੀ ਉਸ ਟਾਈਮ ਤੇ ਮਨ ਵਿੱਚ ਇਹ ਹੁੰਦਾ ਸੀ ਕਿ ਆਪਾਂ ਕਰਨਾ ਕੁਛ। ਔਰ ਫਾਦਰ ਸਾਹਿਬ ਦਾ ਪੂਰਾ ਸਾਥ, ਅਸੀਂ ਜਿੱਦਾਂ ਕਹਿ ਲਓ ਕਿ ਸਾਡੇ ਮੋਢੀ ਉਹ, ਤੇ ਅਸੀਂ ਮਗਰ ਉਹਨਾਂ ਦਾ ਸਾਥ ਹੈ ਨਾ। ਠੀਕ ਹੈ ਜੀ। ਤੇ ਅਸੀਂ ਪਹਿਲੇ ਸਾਲ ਤੋਂ ਹੀ, ਪਹਿਲਾਂ ਤੋਂ ਵੀ ਕਰਦੇ ਸੀਗੇ। ਪਹਿਲਾਂ ਵੀ ਮੈਂ ਗੁੜ ਕੱਢਦਾ ਹੁੰਦਾ ਸੀ, ਆਪਣਾ ਬੋਲਦਾਂ ਵਾਲਾ ਵੇਲਣਾ ਸੀਗਾ ਜੀ। ਛੋਟਾ ਭਰਾ ਤਾਂ ਚਲੋ ਨਿੱਕਾ ਸੀਗਾ ਉਦੋਂ, ਮੈਂ 10ਵੀਂ 'ਚ ਜਦੋਂ ਸੀ ਉਦੋਂ ਵੀ ਗੁੜ ਕੱਢ ਲੈਣਾ, ਆਪ ਹੀ ਪੱਤ ਲਾ ਲੈਣੀ ਬਈਏ ਨੂੰ ਨਾਲ ਲੈ ਕੇ। ਤੇ ਅਸੀਂ ਸਾਰਾ ਕੰਮ ਨਾਲ ਆਪ ਕਰਦੇ ਜੀ। ਗੰਨੇ ਛਿੱਲੇ ਉਦੋਂ? ਗੰਨੇ ਵੀ ਛਿੱਲੇ, ਗੰਨੇ ਲਾਉਣੇ ਵੀ। ਅੱਜ ਦੀ ਤਰੀਕ 'ਚ ਵੀ, ਅੱਜ ਭਾਵੇਂ ਸਾਡਾ ਕੰਮ ਕਾਫੀ ਵੱਡਾ ਹੋ ਗਿਆ, ਅੱਜ ਦੀ ਤਰੀਕ ਦੇ ਵਿੱਚ ਵੀ ਦੋਨੋਂ ਭਰਾ ਜਦੋਂ ਦੇਖਿਆ ਕਿ ਬੰਦੇ ਉਧਰ ਬਿਜੀ ਆ, ਮੈਂ ਕਹਣਾ ਚੱਲ ਮੈਂ ਲਾਉਣਾ 10 ਮਿੰਟ ਗੰਨੇ, ਕੋਈ ਗੱਲ ਨਹੀਂ। ਠੀਕ ਹੈ। ਮਤਲਬ ਸਾਰਾ ਕੰਮ ਨਾਲ ਅੱਜ ਵੀ ਆਪ ਨਾਲ ਕਰਾਉਂਦੇ ਆ, ਹੱਥੀਂ ਕਰਦੇ ਆ ਭਾਜੀ। ਹੱਥੀਂ ਕਰੋਗੇ ਤਾਂ ਤੁਹਾਡੀ ਚੀਜ਼ ਦੀ ਕੁਆਲਿਟੀ ਜਿਹੜੀ ਬਰਕਰਾਰ ਰਹਿਣੀ ਆ। ਨਹੀਂ ਤਾਂ ਤੁਸੀਂ ਅਗਰ ਛੱਡ ਦੋਗੇ ਦੂਜੇ ਦੇ ਆਸਰੇ, ਤੁਹਾਡੀ ਚੀਜ਼ ਕੱਚੀ ਪੱਕੀ ਬਣੂਗੀ ਤੇ ਤੁਹਾਡਾ ਕੰਮ ਖਰਾਬ ਹੋਊਗਾ। ਯਾਨੀ ਤੁਹਾਨੂੰ ਪਤਾ ਹੁੰਦਾ ਕਿ ਪੱਤ ਹੁਣ ਲਿਥਣ ਵਾਲੀ ਆ? ਹਾਂਜੀ ਬਿਲਕੁਲ। ਉਹ ਜਿਹੜਾ ਪਹਿਲਾਂ ਸੀਗਾ ਤਜਰਬਾ ਕਿ ਲੱਕੜ ਦਾ ਗੰਢ ਤੇ ਉਹ ਜਿਹੜਾ ਵਿੱਚ ਘਾਵਾਂ ਫੇਰਦੇ ਆ ਜੀ, ਤੇ ਡੋਰਾ, ਉਹ ਜਦੋਂ ਆਪਾਂ ਘਾਵੇਂ ਫੇਰਦੇ ਆ ਤੇ ਪੱਤ ਦੇ ਬੁਲਬੁਲੇ ਦੇਖ ਲਈਦੇ ਆ ਕਿ ਹੁਣ ਬੁਲਬੁਲੇ ਮੋਟੇ ਹੋ ਗਏ ਪੱਤ ਦੇ, ਹੈ ਨਾ। ਉਹਦੇ ਵਿੱਚ ਚਿੱਟੇ ਸੀਰਾ ਘੱਟ ਮਤਲਬ ਨਜ਼ਰ ਆਉਂਦਾ ਲਾਲ ਗਈ। ਉਹ ਫਿਰ ਕੀ ਕਰਦੇ ਆ ਕਿ ਇਦਾਂ ਨਾ ਧਾਰ ਜੀ ਬੰਨ੍ਹ ਕੇ ਗੰਢ ਦੇ ਵਿੱਚ ਪਾਉਣੀ। ਇਹ ਧਾਰ ਕਿੰਨੀ ਕੁ ਸੰਘਣੀ ਹੋ ਗਈ ਆ, ਜੇ ਤਾਂ ਪਤਲੀ ਆ ਥੱਲੇ ਡਿੱਗਦੀ ਆ ਤਾਂ ਲਾਲ ਹੀ ਆ, ਜਾਂ ਉਹਦੇ ਵਿੱਚ ਕਿੰਨੇ ਕੁ ਕਾਣ ਨਜ਼ਰ ਆਉਂਦੇ ਕ੍ਰਿਸਟਲ, ਉਹ ਤੋਂ ਸਾਰਾ ਪਤਾ ਲੱਗਦਾ ਕਿ ਹੁਣ ਪੱਤ ਦਾ ਬੱਤਰ ਸਹੀ ਹੋ ਗਿਆ। ਹੁਣ ਖਿੱਚ ਦਿਓ ਕੰਮ। ਦੂਜੀ ਗੱਲ ਉਦੋਂ ਇਦਾਂ ਸੀ, ਆਈਡੀਆ ਜਿਹੜੇ ਸੀਗੇ ਪੁਰਾਣੇ ਬਜ਼ੁਰਗਾਂ ਤੋਂ ਚੱਲੇ ਆ ਰਹੇ ਅੰਦਾਜ਼ੇ, ਹੈ ਨਾ। ਅੰਦਾਜ਼ੇ ਵੀ ਬਹੁਤ ਸਹੀ ਹੁੰਦੇ ਸੀ ਸਾਡੇ ਬਜ਼ੁਰਗਾਂ ਦੇ, ਆਪਣੇ ਸਾਰਿਆਂ ਹੈ ਨਾ, ਜਿੰਨੇ ਵੀ ਬਜ਼ੁਰਗ ਸੀਗੇ ਉਹ ਤਾਂ ਪਰਛਾਵਾਂ ਦੇਖ ਕੇ ਟਾਈਮ ਦੱਸ ਦਿੰਦੇ ਹੁੰਦੇ ਸੀ। ਲੇਕਿਨ ਹੁਣ ਅੱਜ ਦੇ ਜ਼ਮਾਨੇ ਵਿੱਚ, ਡਿਜੀਟਲ ਸਮੇਂ ਦੇ ਵਿੱਚ ਜਿਹੜਾ ਆ ਗਿਆ ਥਰਮਾਮੀਟਰ, ਲੇਜ਼ਰ ਥਰਮਾਮੀਟਰ ਰੱਖਿਆ ਸੀ। ਠੀਕ ਹੈ। ਉਹਦੇ ਵਿੱਚ ਕੀ ਆ ਕਿ 114 ਡਿਗਰੀ ਤੇ ਆਪਾਂ ਗੁੜ ਦੀ ਪੱਤ ਲਾਉਣੀ ਆ। ਓਕੇ। ਉਹ ਦੇਖ ਲਈਦਾ ਲੇਜ਼ਰ ਮਾਰ ਕੇ ਕਿੰਨੇ ਡਿਗਰੀ ਹੋ ਗਿਆ। ਜਿੱਦਾਂ ਜਿੱਦਾਂ ਗੁੜ ਕੱਢਦਾ ਜਾਣਾ ਉਹਦਾ ਟੈਂਪਰੇਚਰ ਵਧੀ ਜਾਣਾ। ਠੀਕ। ਤੇ 114 ਤੇ ਗੁੜ ਦੀ ਪੱਤ ਲਾਉਣੀ ਆ, ਉਸ ਤੋਂ ਪਹਿਲਾਂ ਨਹੀਂ ਲਾਉਣੀ। ਠੀਕ ਹੈ। ਇੱਕ ਸ਼ੱਕਰ ਜਿਹੜੀ ਬਣਾਉਣੀ ਆ ਤੁਸੀਂ 120 ਡਿਗਰੀ। ਓਕੇ। ਮਤਲਬ ਉਹ 120 ਤੋਂ ਘੱਟ ਲਾਉਂਗੇ ਨਰਮ ਰਹਿ ਜੂਗੀ। ਉਹ ਮਤਲਬ ਇਹ ਇਹਦਾ ਫਾਰਮੂਲਾ ਹੈਗਾ ਜੀ ਅੱਜ ਦੇ ਯੁੱਗ ਦੇ ਵਿੱਚ, ਤਾਂ ਹੁਣ ਇਹ ਚੱਲਦਾ ਜੀ। ਇਹਦੇ ਨਾਲ ਇਹ ਆ ਕਿ ਮੰਨ ਲਓ ਅਸੀਂ ਹੋਰ ਪਾਸੇ ਕੰਮ ਕਰ ਰਹੇ ਹਾਂ, ਲਾਗੇ ਪੱਤ ਆ ਗਈ ਆ, ਤੇ ਸਾਡਾ ਜਿਹੜਾ ਬੰਦਾ ਕੰਮ ਕਰਨ ਵਾਲਾ ਉਹ ਵੀ ਚੈੱਕ ਕਰ ਸਕਦਾ ਥਰਮਾਮੀਟਰ ਨਾਲ ਵੀ ਇਹ ਪੱਤ ਹੋਊਗੀ ਕਿ ਨਹੀਂ ਹੋਊਗੀ। ਇਹ ਨਹੀਂ ਹੋਊਗਾ ਕਿ ਮਤਲਬ ਉਹ ਪੱਤ ਕੱਚੀ ਲਾ ਦੂਗਾ। ਅੱਛਾ, ਇੱਕ ਚੀਜ਼ ਮੈਨੂੰ ਹੋਰ ਦੱਸਿਓ ਕਿ
ਮੈਂ ਨਾ ਅਸਲ ਦੇ ਵਿੱਚ ਅੱਜ ਬਰੀਕੀ ਤਾਂ ਜਾਣਾ ਚਾਹੁੰਦਾ, ਮੈਨੂੰ ਪਤਾ ਲੱਗੇ ਕੰਮ ਕਰਦੇ ਜਦੋਂ ਗੁੜ ਬਣਦਾ ਹੁੰਦਾ ਨਾ ਉਦੋਂ ਮਿਠਾਸ ਜੀ ਹੁੰਦੀ ਆ ਮੂੰਹ ਦੇ ਵਿੱਚ ਵੀ ਸਾਰੇ ਪਾਸੇ। ਕਰਦੇ ਫਿਰ ਕੀ ਬਣਾ ਕੇ ਦਿੰਦੇ ਆ? ਜਾਣੀ ਉਹ ਕੌੜੀ ਚੀਜ਼ ਹੁੰਦੀ ਕਿ ਸੁੰਡ ਦੀ ਤਰੀ ਜਾਂ ਅਦਰਕ ਦੀ ਤਰੀ, ਕੁਛ ਇਦਾਂ ਦੀ ਚੀਜ਼ ਚੱਲਦੀ ਆ? ਨਹੀਂ, ਸਾਡਾ ਤਾਂ ਗੁੜ ਖਾ ਖਾ ਢਿੱਡ ਭਰ ਜਾਂਦਾ ਸਾਰਾ ਦਿਨ। ਹਾਂਜੀ, ਰਸ ਪੀ ਲਓ, ਅਦਰਕ ਵਾਲੀ ਅਦਰਕ ਲੈ ਆਉਣਾ, ਨਿੰਬੂ ਲੈ ਆਉਣਾ, ਰਸ ਪੀ ਲਈ ਇੱਕ ਦੋ ਵਾਰੀ। ਹਾਂਜੀ, ਨਾਲੇ ਜਿੱਦਾਂ ਤੁਹਾਡੇ ਵਰਗਾ ਕੋਈ ਭੈਣ ਭਰਾ ਆਇਆ, ਕੋਈ ਗੁੜ ਲੈਣ ਆਇਆ, ਕੋਈ ਮਿਲਣ ਆਇਆ, ਕੋਈ ਵੀ ਆ, ਪਹਿਲਾਂ ਆਉਂਦਿਆਂ ਕਹੀਦਾ ਵੀ ਤੁਹਾਨੂੰ ਰਸ ਪਿਆਉਣੇ ਪਹਿਲਾਂ। ਹਾਂਜੀ, ਤੇ ਸੋ ਅਦਰਕ ਇੱਥੇ ਰੱਖਿਆ ਹੁੰਦਾ, ਆਪਾਂ ਪਹਿਲਾਂ ਤੇ ਰਸ ਪਿਆਈ ਦੀ ਆ, ਨਾਲ ਆਪ ਪੀ ਲਈ ਦੀ ਇੱਕ ਦੋ ਵਾਰੀ ਦਿਹਾੜੀ 'ਚ। ਫਿਰ ਗੁੜ ਤਾਂ ਐਵੇਂ ਜਿੱਦਾਂ ਕਹਿ ਲਓ ਕਿ ਅੰਦਰ ਗਏ ਬਾਹਰ ਗਏ, ਉਹ ਮਾੜਾ ਮੋਟਾ ਤੇ ਤੁਹਾਨੂੰ ਪਤਾ ਸਾਰੇ ਰੇਂਜ ਵੀ ਖਾਈਏ ਤਾਂ 200 ਗ੍ਰਾਮ ਤਾਂ ਮੇਰੇ ਖਿਆਲ 'ਚ ਉਦਾਂ ਹੀ ਖਾ ਹੋ ਜਾਂਦਾ ਜੀ। ਅੱਛਾ, ਇਸ ਲਈ ਕਿੰਨਾ ਗੰਨਾ ਆ, ਕਿਉਂਕਿ ਹੁਣ ਸੀਜ਼ਨ ਆਉਣ ਵਾਲਾ ਆ ਤੁਹਾਡੇ ਖੇਤਾਂ 'ਚ? 8.25 ਖੇਤ ਹੈਗਾ ਜੀ। ਕਿੰਨਾ ਯੂਰੀਆ ਪਾਇਆ, ਕਿੰਨਾ DAP ਪਾਇਆ? ਕੁਦਰਤੀ ਜੋ ਹੈਗਾ ਨਾ ਅਸੀਂ ਕਰ ਸਕਦੇ ਸੀ ਉਹ ਕੁਝ ਦਿੱਤਾ ਵਾ। DAP ਯੂਰੀਆ ਤੇ ਆ ਗਿਆ ਨੂੰ ਤਾਂ ਸਾਨੂੰ ਸਨ 2006 ਤੋਂ ਅਸੀਂ 2.5 ਏਕੜ 'ਚ ਤੇ ਆ ਗਿਆ ਸੀ। 2007 ਦੇ ਵਿੱਚ ਬਾਕੀ ਆਪਣੇ 9.5 ਖੇਤ ਜਿਹੜੇ ਸੀਗੇ ਉਹਦੇ ਵਿੱਚ ਅਸੀਂ ਛੱਡ ਦਿੱਤਾ। ਤੁਹਾਡਾ ਗੰਨਾ ਕਮਾਦ? ਹਾਂਜੀ। ਤੇ ਜਿਹੜੇ ਖਾਦ ਪਾਉਂਦੇ ਨੇ ਉਹਦੇ ਵਿੱਚ ਕੋਈ ਫਰਕ ਤਾਂ ਨਹੀਂ? ਤੁਹਾਡਾ ਮਾੜਾ ਤਾਂ ਨਹੀਂ? ਹੁਣ ਸਾਡਾ ਗੰਨਾ ਇਦਾਂ ਜੀ ਵੀ ਬਹੁਤ ਜ਼ਿਆਦਾ ਨਹੀਂ ਉਹਨਾਂ ਨਾਲੋਂ ਅੰਤਰ ਹੈਗਾ, ਕਿਉਂਕਿ ਸਾਡੇ ਬੀਜਣ ਦੀ, ਸਾਡੇ ਪਾਣੀ ਲਾਉਣ ਦੀ ਤਕਨੀਕ ਜਿਹੜੀ ਆ ਉਹਨਾਂ ਤੋਂ ਵੱਖਰੀ ਆ। ਠੀਕ ਹੈ। ਸਾਡੇ ਕੁਦਰਤੀ ਖੇਤੀ ਦੇ ਵਿੱਚ ਅਸੀਂ ਜਿਹੜਾ ਗੰਨਾ ਬੀਜਦੇ ਆ, ਇਹ ਬੈੱਡ ਤੇ ਬੀਜਦੇ ਆ, ਦੂਰੀ ਤੇ ਬੀਜਦੇ ਆ, ਥੋੜਾ ਵਿਰਲਾ ਬੀਜਦੇ ਆ। ਲਾਈਨ ਤੋਂ ਲਾਈਨ ਥੋੜੀ ਵਿੱਥ ਹੁੰਦੀ ਆ, ਉਹਦੇ ਵਿੱਚ ਧੁੱਪ ਤੇ ਹਵਾ ਪੂਰੀ ਪੈਂਦੀ ਆ। ਅੱਛਾ, ਜਾਨੀ ਵੀ ਕਮਾਦ ਦੇ ਵਿੱਚ ਧੁੱਪ ਤੇ ਹਵਾ ਚਾਹੀਦੀ ਹੁੰਦੀ ਆ? ਹਰ ਫਸਲ ਦੇ ਵਿੱਚ ਹਰ ਚੀਜ਼ ਨੂੰ ਧੁੱਪ ਤੇ ਹਵਾ ਪ੍ਰੋਪਰ ਚਾਹੀਦੀ ਆ। ਜੇ ਉਹਦੀਆਂ ਜੜ੍ਹਾਂ ਨੂੰ ਧੁੱਪ ਨਹੀਂ ਲੱਗਦੀ, ਹਵਾ ਨਹੀਂ ਲੱਗਦੀ, ਫਸਲ ਤੁਹਾਡੀ ਕਮਜ਼ੋਰ ਹੋਊਗੀ। ਜਾਨੀ ਅਸੀਂ ਤਾਂ ਅਜੇ ਤੱਕ ਇਹ ਸੁਣਿਆ ਸੀ ਵੀ ਘਰ ਬਣਾਉਣਾ, ਕਮਰਾ ਪਾਉਣਾ, ਤਾਂ ਹਵਾ ਜਿਹੜੀ ਹੈ ਜੇ ਕਿਤੇ ਕ੍ਰਾਸ ਹੁੰਦੀ ਆ ਇਧਰੋਂ ਨਿਕਲ ਕੇ ਤਾਕੀਆਂ ਦੋਨੇ ਪਾਸੇ, ਤਾਂ ਫਸਲ ਦਾ ਵੀ ਇਦਾਂ ਹੀ ਆ? ਹਾਂਜੀ ਹਾਂਜੀ, ਬਿਲਕੁਲ ਫਸਲ ਦਾ ਇਦਾਂ ਹੀ ਆ। ਜੇ ਤੁਹਾਡੇ ਜ਼ਮੀਨ ਦੇ ਜੜ੍ਹਾਂ ਨੂੰ ਥੱਲੇ ਧੁੱਪ ਹਵਾ ਨਹੀਂ ਲੱਗਦੀ ਤਾਂ ਫੰਗਸਾਂ ਲੱਗਣ ਦਾ ਡਰ ਆ। ਫਿਰ ਉਹਦੇ ਵਿੱਚ ਪ੍ਰੋਪਰ ਜਿਹੜੀ ਫਸਲ ਆ ਨਾ ਉਹ ਵੱਧਦੀ ਫੁੱਲਦੀ ਨਹੀਂ। ਤਾਜ਼ੀ ਹਵਾ ਕ੍ਰਾਸ ਹੋਣੀ ਬਹੁਤ ਜ਼ਰੂਰੀ ਹੈ, ਔਰ ਉਹਦੇ ਵਿੱਚ ਡਿਸਟੈਂਸ, ਠੀਕ ਹੈ, ਉਹ ਬਹੁਤ ਜ਼ਰੂਰੀ ਆ। ਤੁਸੀਂ ਦੇਖ ਲਓ ਵੀ ਕਣਕ ਜਿਹੜੀ ਆ ਕਈ ਕਿਸਾਨ 60-60 ਕਿਲੋ ਵੀ ਪਾਈ ਜਾਂਦੇ ਆ, ਉਹ ਬਾਅਦ ਵਿੱਚ ਕਹਿੰਦੇ ਆ ਕਿ ਸਾਡੀ ਤੂੜੀ ਬਹੁਤ ਬਣੀ ਆ, ਕਣਕ ਦਾ ਝਾੜ ਘਟ ਗਿਆ। ਉਹਦਾ ਕਾਰਨ ਇਹ ਆ ਕਿ ਤੁਸੀਂ ਪੌਦੇ ਦਾ ਬਹੁਤ ਬਣਾ ਲਿਆ, ਪਰ ਹੁਣ ਪੌਦਿਆਂ ਨੇ ਉੱਤੇ ਜਿਹੜਾ ਫਲ ਲੱਗਣਾ ਸੀ ਉਹਨੂੰ ਖੁਰਾਕ ਕਿੱਥੋਂ ਦੇਣੀ ਆ? ਉਹਦੇ ਜੜ੍ਹਾਂ ਦੀ ਲੜਾਈ ਹੋਈ ਜਾਂਦੀ ਨਾ ਥੱਲੇ ਆਪਸ ਵਿੱਚ। ਅਗਰ ਤੁਸੀਂ ਮੈਂ ਕਹਿੰਦਾ 20-25 ਤੋਂ 30 ਕਿਲੋ ਪਾਓ, 30 ਕਿਲੋ ਐਵਰੇਜ ਲਾਓ, ਤੁਸੀਂ ਤੁਹਾਡੇ ਬੂਟਾ ਜਿਹੜਾ ਥੋੜੀ ਧੁੱਪ ਹਵਾ ਲੱਗੂਗੀ, ਬੂਟਾ ਟਿਲਰਿੰਗ ਵੀ ਕਰੂਗਾ, ਝਾੜ ਕਰੂਗਾ। ਝਾੜ ਕਰੂਗਾ ਤਾਂ ਉਹ ਥੱਲੇ ਜੜ੍ਹਾਂ ਵੀ ਉਹਦੇ ਦੂਰ ਤੱਕ ਜਾਣਗੀਆਂ, ਉਹਨੂੰ ਜਗ੍ਹਾ ਮਿਲ ਗਈ ਥੱਲੇ। ਸੋ ਇਸ ਕਰਕੇ ਉਹ ਜਿਹੜੀ ਬਹੁਤ ਜ਼ਰੂਰੀ ਫਾਰਮੂਲਾ ਵਿਰਲੀ ਫਸਲ ਬੀਜਣੀ। ਲਓ ਜੀ, ਮੈਨੂੰ ਹੁਣ ਇੱਕ ਗੱਲ ਦੱਸਿਓ ਭਾਈ, ਆ ਝੋਨਾ ਵੱਢ ਹੋ ਜਾਣਾ, ਤੁਸੀਂ ਕਣਕ ਲਈ ਤਿਆਰੀ ਕਰਨੀ ਆ, ਕਿੰਨਾ ਬੀਜ ਪਾਉਂਦੇ ਹੋ? ਮੈਂ ਤੁਹਾਡੇ ਤੋਂ ਟਿੱਪਣੀਆਂ ਚਾਹੁੰਦਾ, 1 ਏਕੜ ਦੇ ਵਿੱਚ ਬੀਜ ਕਿੰਨਾ ਪਾਉਂਦੇ ਹੋ? ਕਿਉਂਕਿ ਮੈਂ ਤਾਂ ਨਹੀਂ ਹੁਣ ਖੇਤੀ ਕਰਦਾ, ਮੈਂ ਤਾਂ ਪਹਿਲਾਂ ਵੀ ਨਹੀਂ ਸੀ ਕਰਦਾ, ਪਰ ਖੇਤੀਬਾੜੀ ਵਾਲੇ ਸੂਬੇ ਦੇ ਵਿੱਚ ਰਹਿੰਦੇ ਸੀ, ਪਤਾ ਤਾਂ ਹੁੰਦਾ ਹੀ ਆ ਨਾ ਕੁਛ ਨਾ ਕੁਛ। ਤੁਸੀਂ ਕਿੰਨਾ ਬੀਜ ਪਾਉਂਦੇ ਹੋ? ਜਿਹੜੀ ਇਹਨਾਂ ਨੇ ਆ ਜਾਣੀ ਕਣਕ ਦੇ ਬੂਟਿਆਂ ਦੀ ਲੜਾਈ ਦਿਖਾਤੀ ਤੁਸੀਂ। ਇਹ ਦੇਖੋ, ਮੈਂ ਪਹਿਲੀ ਵਾਰੀ ਸੁਣਿਆ ਕਿ ਫਸਲਾਂ ਵੀ ਲੜਦੀਆਂ। ਉਹ ਕਹਿੰਦੇ ਜੀ ਥੱਲੇ ਲੜਾਈ ਚੱਲਦੀ ਹੈ, ਜ਼ਮੀਨ ਦੇ ਵਿੱਚੋਂ ਹੀ ਖੁਰਾਕ ਲੈਣੀ ਆ। ਜੇ ਤੁਸੀਂ ਬੀਜ ਵੱਧ ਪਾਉਂਦੇ ਆ ਤਾਂ ਤੂੜੀ ਵੱਧ ਨਿਕਲਦੀ ਆ, ਦਾਣੇ ਘਟ ਜਾਂਦੇ ਆ। ਕੀ ਅੱਜ ਤੱਕ ਤੁਸੀਂ ਇਹ ਗੱਲ ਜਾਣਦੇ ਸੀ ਜਾਂ ਨਹੀਂ ਜਾਣਦੇ ਸੀ? ਤੁਹਾਨੂੰ ਇਹਦੇ ਵਿੱਚ ਕੁਝ ਖਰਾਪਣ ਲੱਗਦਾ ਕਿ ਨਹੀਂ ਲੱਗਦਾ, ਉਹ ਦੱਸ ਦਿਓ। ਅਮਰਜੀਤ ਭਾਜੀ, ਮੈਂ ਹੁਣ ਪੁੱਛਣਾ ਚਾਹੁੰਦਾ ਤੁਹਾਡੇ ਤੋਂ ਕਿ ਗੁੜਿਆ ਮੰਨ ਲਓ 50 ਰੁਪਏ ਕਿਲੋ ਗੁੜ ਵਿਕਦਾ ਸਾਰੇ ਪੰਜਾਬ 'ਚ, ਮੰਨ ਲਓ। ਹਾਂਜੀ। ਤੁਸੀਂ ਹੁਣ ਥੋੜੀ ਜਿਹੀ ਵੱਧ ਮਿਹਨਤ ਕਰਦੇ ਹੋ, ਤੁਸੀਂ ਦੇਸੀ ਖੇਤੀ, ਕੁਦਰਤੀ ਖੇਤੀ ਕਰਦੇ ਹੋ, ਤੁਹਾਨੂੰ ਗੁੜ ਵੇਚਣ ਦੇ ਵਿੱਚ ਹੁਣ 8.5 ਏਕੜ ਇਸ ਮੰਡੀ 'ਚੋਂ, ਮਿੱਲ 'ਚੋਂ ਪਰਚੀਆਂ ਮਿਲ ਜਾਂਦੀਆਂ, ਸਿਫਾਰਸ਼ਾਂ ਲੈ, ਕਿੰਨਾ ਗੰਨਾ ਇਹਦੇ ਵਿੱਚੋਂ ਮੰਡੀ ਸਿੱਟਣਾ, ਉਹ ਮਿੱਲ ਸਿੱਟਣਾ? ਅਸੀਂ ਇੱਕ ਵੀ ਗੰਨਾ ਮਿੱਲ ਤੇ ਨਹੀਂ ਖੜਦੇ, ਸਾਰਾ ਗੰਨਾ ਇੱਥੇ ਪੀੜਨਾ ਆਪਣੇ। ਨਹੀਂ, ਤੁਸੀਂ ਸਾਰਾ ਗੰਨਾ ਪੀੜਨਾ ਤੇ ਉਹ ਇੰਨਾ ਗੁੜ ਖਾ ਲੈਂਦੇ ਹੋ? ਹਾਂਜੀ, ਸਾਡੇ ਜਿਹੜੇ ਪਰਿਵਾਰ ਹੀ ਕਹਿ ਲਓ, ਜਿਹੜੇ ਸਾਡੇ ਕੋਲ ਗੁੜ ਖੜਦੇ ਨਾ, ਉਹ ਸਾਡੇ ਪਰਿਵਾਰਕ ਮੈਂਬਰ ਆ। ਉਹੀ ਕਹਿ ਲਓ ਕਿ ਐਂਡ ਦੇ ਵਿੱਚ ਸਾਨੂੰ ਕਈ ਵਾਰੀ ਉਹਨਾਂ ਨੂੰ ਵੀ ਥੋੜਾ ਦੇਣਾ ਪੈਂਦਾ ਵਾ। ਤੇ ਸਾਡੇ ਕੋਲ ਬੁਕਿੰਗ ਹੁੰਦੀ ਆ ਜੀ। ਗੁੜ ਵੇਚਣ ਦੀ ਤਾਂ ਦਿੱਕਤ ਛੱਡੋ, ਸਾਡੇ ਕੋਲ ਗੁੜ ਫੋਨ ਕਰਕੇ ਪਹਿਲਾਂ ਲਿਖਾਉਂਦੇ ਆ, ਤੇ ਫਿਰ ਅਸੀਂ ਫੋਨ ਕਰਕੇ ਦੱਸਦੇ ਕਿ ਆ ਜਾਓ ਭਾਈ, ਬਣ ਗਿਆ ਤੇ ਲੈ ਜਾਓ। ਅੱਛਾ, ਜਾਨੀ ਉਹਨਾਂ ਨੇ ਕਹਿ ਦੇਣਾ ਜੀ ਸਾਨੂੰ ਗੁੜ ਚਾਹੀਦਾ ਇੰਨਾ। ਹਾਂਜੀ, ਤੇ ਉਹ ਤੁਸੀਂ ਫਿਰ ਉਹਨਾਂ ਨੂੰ ਦੱਸਣਾ ਵੀ ਇੰਨੀ ਤਰੀਕ ਨੂੰ ਮਿਲ ਸਕਦਾ। ਹੁਣ ਜਿੱਦਾਂ ਅਸੀਂ ਵੇਲਣਾ ਸ਼ੁਰੂ ਕਰਨਾ 15 ਨਵੰਬਰ ਤੋਂ ਬਾਅਦ ਸ਼ੁਰੂ ਕਰਨਾ ਜੀ, ਇੰਨੇ ਕੁ ਫੋਨ ਆਉਂਦੇ ਆ ਕਿ ਮਤਲਬ ਕਦੋਂ ਸ਼ੁਰੂ ਕਰਨਾ, ਕਿੱਦਣ ਕਰਨਾ, ਸਾਡਾ ਗੁੜ ਖਤਮ ਹੋ ਗਿਆ, ਅਸੀਂ ਖੰਡ ਦੀ ਚਾਹ ਪੀਣ ਨੂੰ ਦਿਲ ਨਹੀਂ ਕਰਦਾ, ਗੁੜ ਹੋਰ ਕਿਤੋਂ ਲਿਆ ਸੀਗਾ, ਸਾਡੇ ਉਹ ਨਹੀਂ ਸਾਡੇ ਮਨ ਨੂੰ ਲੱਗਾ। ਤੇ ਸਾਰਿਆਂ ਨੂੰ ਕਿਹਾ ਕਿ ਹੁਣ ਹੌਸਲਾ ਕਰਕੇ ਹੋਰ ਕੱਢ ਲਓ 15 ਨਵੰਬਰ ਤੱਕ ਦਿਨ, ਹੈ ਨਾ। ਸੋ ਜਦੋਂ 15 ਨਵੰਬਰ ਤੋਂ ਬਾਅਦ 'ਚ ਅਸੀਂ ਕੱਢਣਾ ਗੁੜ, ਤੇ ਉਦੋਂ ਫਿਰ ਸਾਰੇ ਦੇਖਦੇ ਆ ਕਿੱਦਣ 15 ਨਵੰਬਰ ਹੋਣਾ।
ਉਹ ਫੋਨ ਤੇ ਫੋਨ ਆ ਜਾਣੇ, ਅਸੀਂ ਅੱਜ ਆ ਜਾਈਏ ਜੀ, ਕੱਲ ਆ ਜਾਈਏ। ਫਿਰ ਅਸੀਂ ਆਪਣਾ ਦੇਖ ਕੇ ਵੀ ਅਸੀਂ ਅੱਜ ਕਿੰਨਾ ਕੱਢਿਆ, ਕੱਲ ਕਿੰਨਾ ਕੱਢਣਾ, ਸਾਰਿਆਂ ਨੂੰ ਟਾਈਮ ਦੇ ਦੇਣਾ, ਤੁਸੀਂ ਇੱਦਣ ਆ ਜਾਓ, ਤੁਸੀਂ ਪਰਸੋਂ ਆ ਜਾਓ। ਮਤਲਬ ਅਸੀਂ ਫਿਰ ਫੋਨ ਸਾਰਿਆਂ ਨੇ ਸੁਣ ਲੈਣੇ, ਅਟੈਂਡ ਕਰ ਲੈਣੇ ਵੀ ਆ ਜਾਓ। ਸਾਡੇ ਕੋਲ ਬਿਨਾਂ ਦੱਸੇ ਤੋਂ ਕੋਈ ਨਹੀਂ ਆਉਂਦਾ, ਕੋਈ ਨਹੀਂ ਆਉਂਦਾ। ਠੀਕ, ਕਿਉਂਕਿ ਸਾਰਿਆਂ ਨੂੰ ਪਤਾ ਕਿ ਉੱਥੇ ਫੋਨ ਕਰਕੇ ਜਾਵਾਂਗੇ ਤਾਂ ਫੇਰ ਹੀ ਤੁਹਾਨੂੰ ਗੁੜ ਮੰਡੀ 'ਚ ਨਹੀਂ ਲਿਜਾਣਾ ਪੈਂਦਾ। ਮੰਡੀ ਛੱਡੋ ਜੀ, ਕਿਤੇ ਵੀ ਕਿ 1 ਕਿਲੋ ਗੁੜ ਵੀ ਨਹੀਂ ਕਿਤੇ ਖਾਣਾ ਪੈਂਦਾ। ਭਾਅ ਚੰਗਾ ਲੱਗਦਾ? ਭਾਅ ਬਹੁਤ ਵਧੀਆ ਜੀ। ਪਿਛਲੇ ਸਾਲ ਤੱਕ ਸਾਡਾ ਚਾਹ ਵਾਲਾ ਗੁੜ ਜਿਹੜਾ 100 ਰੁਪਏ ਜਾਂਦਾ ਸੀ, ਐਤਕੀ 110 ਰੁਪਏ ਕਰਾਂਗੇ। ਦੂਜੀ ਗੱਲ ਖਾਸੀਅਤ ਇਹ ਆ ਕਿ ਸਾਡੇ ਡੈਡੀ ਜੀ ਨੇ ਸਾਨੂੰ ਇੱਕੋ ਗੱਲ ਸਿਖਾਈ ਸੀ ਜੀ, ਰੇਟ ਉੱਪਰ ਥੱਲੇ ਨਾ ਕਰਿਓ ਤੇ ਕੁਆਲਿਟੀ ਨੂੰ ਇੱਕ ਥਾਂ ਰੱਖਿਓ ਉਸ ਤੇ। ਯਾਨੀ ਰੇਟ ਤਾਂ ਕੁਆਲਿਟੀ ਤੇ ਕੁਆਲਿਟੀ ਵੀ ਇੱਕ, ਵੀ ਜੇ ਤੁਸੀਂ ਰੇਟ ਕਰੋਗੇ ਤਾਂ ਫਿਰ ਕੁਆਲਿਟੀ ਵੀ ਸੋਚੋਗੇ ਤੁਸੀਂ ਵੀ ਮਤਲਬ ਹਨਾ, ਪਰ ਕੁਆਲਿਟੀ ਨੂੰ ਉੱਪਰ ਥੱਲੇ ਨਾ ਕਰਨ ਕਰਕੇ ਤੁਸੀਂ ਆਪਣਾ ਰੇਟ ਫਿਕਸ ਰੱਖੋ। ਕਿਉਂਕਿ ਸਾਡੇ ਕੋਲ ਬੜੇ ਅਫਸਰ ਸਹਿਬਾਨ ਵੀ ਆਉਂਦੇ ਆ, ਵੈਸੇ ਤਾਂ ਸਾਨੂੰ ਕੋਈ ਨਹੀਂ ਕਹਿੰਦਾ, ਸਭ ਨੂੰ ਪਤਾ। ਸਾਡੇ ਕੋਲ ਜਿੱਦਾਂ ਕਹਿੰਦੇ ਨੇ ਛਾਣ ਨਹੀਂ ਲੱਗ ਕੇ ਉੱਥੋਂ ਕਸਟਮਰ ਆਉਣਾ ਵਾ, ਜਿੰਨੇ ਲੈਣਾ ਉਹੀ ਆਉਣਾ। ਉਹ ਕਹਿੰਦਾ ਹੀ ਨਹੀਂ, ਉਹਨੂੰ ਪਹਿਲਾਂ ਹੀ ਪਤਾ ਕਿ ਸਾਨੂੰ ਉੱਥੋਂ ਚੀਜ਼ ਮਿਲਣੀ ਕੁਆਲਿਟੀ ਵਾਲੀ, ਰੇਟ ਦੀ ਗੱਲ ਹੀ ਨਹੀਂ ਕਰਦਾ। ਅਗਰ ਕੋਈ 200-400 ਬੰਦੇ ਦੇ ਮਗਰ ਇੱਕ ਬੰਦਾ ਕਹਿੰਦਾ ਕੋਈ ਅਫਸਰ ਵੀ ਯਾਰ ਸਾਨੂੰ ਵੀ ਇਹੋ ਰੇਟ, ਸਾਨੂੰ ਕੀ ਲਾਉਣਾ, ਹਾਂ ਸਾਨੂੰ ਕੀ ਲਾਉਣਾ, ਵੀ ਸਾਨੂੰ ਵੀ ਉਹੀ ਰੇਟ। ਫਿਰ ਅਸੀਂ ਹੱਥ ਜੋੜਦੇ ਹਾਂ ਵੀ ਦੇਖੋ ਜੇ 5-10 ਰੁਪਏ ਤੁਹਾਨੂੰ ਘਟਾ ਵੀ ਦਿੰਨੇ, ਮੰਨ ਲਓ ਤੁਹਾਨੂੰ ਕੋਈ ਫਰਕ ਨਹੀਂ ਪੈਣਾ, ਲੇਕਿਨ ਸਾਡੀ ਮਾਰਕੀਟ ਨੂੰ ਬਹੁਤ ਫਰਕ ਆ। ਤੁਸੀਂ ਇਹ ਅਰਦਾਸ ਕਰੋ ਕਿ ਅਸੀਂ ਤੁਹਾਨੂੰ ਚੰਗੀ ਚੀਜ਼ ਦੇਈ ਜਾਈਏ ਬਣਾ ਕੇ, ਕੁਆਲਿਟੀ ਵਾਲੀ ਚੀਜ਼ ਦੇਈਏ, ਬਸ ਇਹੀ ਅਰਦਾਸ ਕਰੋ। ਤੇ ਪਰ ਉਹ ਫਿਰ ਸਮਝ ਜਾਂਦੇ ਆ, ਫਿਰ ਕੋਈ ਵੀ ਨਹੀਂ ਕਹਿੰਦਾ ਸਾਨੂੰ। ਅੱਛਾ, ਮੰਨ ਲਓ ਅੱਜ 20 ਨਵੰਬਰ ਆ, ਹਾਂਜੀ, ਤੁਸੀਂ ਗੰਨਾ ਪੀੜਨਾ ਸ਼ੁਰੂ ਕਰ ਦਿੱਤਾ, ਗੁੜ ਬਣਾਉਣਾ, ਤਾਂ ਅਮਰਜੀਤ ਸਿੰਘ ਭੰਗੂ ਦੀ ਰੁਟੀਨ ਕੀ ਹੋਣੀ ਆ? ਤੁਸੀਂ ਸਵੇਰੇ 9-9:30 ਵਜੇ ਉੱਠਣਾ, ਕੱਪੜੇ ਪ੍ਰੈਸ ਕਰਕੇ ਪਾ ਕੇ ਆ ਜਾਣਾ, ਤੇ ਫਿਰ ਮੁੜ ਕੇ ਗੇੜਾ ਮਾਰ ਕੇ ਘਰ ਨੂੰ ਚਲ ਜਾਣਾ, ਰੋਟੀ ਪਾਣੀ ਖਾ ਕੇ ਦੁਪਹਿਰ ਨੂੰ ਰੈਸਟ ਕਰਨੀ, ਸੌਂ ਕੇ ਮੁੜ ਕੇ। ਮੈਨੂੰ ਇਹ ਆ ਕਿ ਜੇ ਤੁਹਾਡਾ ਗੁੜ ਵਧੀਆ ਵਿਕਦਾ, 4 ਪੈਸੇ ਅੱਜ ਬਣਦੇ ਆ, ਤਾਂ ਸਾਡੇ ਪਰਿਵਾਰ ਦੇ ਮੈਂਬਰਾਂ ਨੂੰ ਪਤਾ ਲੱਗ ਜਾ ਕਿ ਤੁਹਾਡਾ ਰੁਟੀਨ ਫਿਰ ਕੀ ਹੁੰਦਾ ਜਦੋਂ ਗੁੜ ਕੱਢਦੇ ਹੋ 4-5 ਮਹੀਨੇ। ਸਾਡਾ ਰੁਟੀਨ ਇਦਾਂ ਜੀ, ਅਸੀਂ ਦੋਵੇਂ ਭਰਾ ਹੱਸਦੇ ਹੁੰਨੇ ਆ ਜੀ ਕਿ ਹੁਣ ਜਿੰਨੇ ਵੀ ਰਿਸ਼ਤੇਦਾਰ ਆ, ਤਕਰੀਬਨ ਹਰ ਪਰਿਵਾਰਾਂ ਦੇ ਹਰ ਕਿਤੇ ਰਿਸ਼ਤੇਦਾਰ ਬਾਹਰ ਆ ਹਨਾ, ਔਰ ਉਹ ਸਰਦੀਆਂ ਨੂੰ ਆਉਂਦੇ ਇੱਥੇ। ਹਾਂਜੀ, ਤੇ ਸਾਡਾ ਤੇ ਇਹ ਹਾਲ ਹੈ ਕਿ ਸਾਡੇ ਕੋਲੋਂ ਸਰਦੀਆਂ ਨੂੰ ਵਿਆਹ ਹੁੰਦੇ ਆ, ਤੇ ਸਰਦੀਆਂ ਨੂੰ ਵੀ ਸਾਡਾ ਕੰਮ ਹੁੰਦਾ, ਤੇ ਸਾਡੇ ਕੋਲੋਂ ਵਿਆਹ ਵੀ ਜਿਹੜਾ ਨਾ ਬੜੀ ਕੰਜੂਸੀ ਨਾਲ ਵੇਖ ਹੁੰਦਾ, ਬਾਈ ਤੂੰ ਚੱਲ ਜਾ ਘੜੀ ਜਾ ਆ, ਤੂੰ ਚੱਲ ਜਾ ਘੜੀ ਜਾ ਆ। ਤੇ ਦੂਜੀ ਗੱਲ ਤੁਸੀਂ ਰੁਟੀਨ ਗੱਲ ਕੀਤੀ ਉੱਠਣ ਦੀ। ਹਾਂਜੀ, ਉੱਠਣ ਦੀ ਰੁਟੀਨ ਇਦਾਂ ਜੀ, ਕਿਉਂਕਿ ਨਾਲ ਆਪਣਾ ਪੋਲਟਰੀ ਦਾ ਵੀ ਹੈਗਾ, 36000 ਮੁਰਗਾ ਪਾਉਣੇ ਹਨਾ ਜੀ। ਜਿੱਦਾਂ ਮੇਰੀ ਡਿਊਟੀ ਹੈ ਜੀ, ਸਵੇਰੇ ਅਸੀਂ ਡਿਊਟੀਆਂ ਵੰਡੀਆਂ ਦੋਨਾਂ ਭਰਾਵਾਂ ਨੇ। ਠੀਕ ਹੈ, ਕੰਮ ਮੈਂ 3 ਵਜੇ ਦਾ ਅਲਾਰਮ ਲਾਇਆ ਹੁੰਦਾ ਜੀ, ਤੜਕੇ 3 ਵਜੇ। ਅਸੀਂ ਗੁੜ ਰੋਜ਼ ਨਹੀਂ ਕੱਢਦੇ, ਡੇਲੀ ਨਹੀਂ ਕੱਢਣਾ। ਇੱਕ ਦਿਨ ਗੁੜ ਕੱਢ ਲਿਆ, ਇੱਕ ਦਿਨ ਜਾਂ 2 ਦਿਨ ਵਿੱਚ ਗੰਨਾ ਛਿੱਲ ਲਿਆ, ਪੋਲਟਰੀ ਸਾਂਭ ਲਈ, ਇੱਕ ਦਿਨ ਕੱਢ ਲਿਆ। ਪਰ ਜਿੱਦਣ ਅਸੀਂ ਗੁੜ ਕੱਢਣਾ ਉਸ ਦਿਨ ਅਸੀਂ ਤੜਕੇ ਉੱਠਣਾ ਤੇ ਰਾਤ ਹਨੇਰੇ ਤੱਕ ਦਿਨ ਠੋਕ ਕੇ ਮਤਲਬ ਲਾ ਲੈਣਾ, ਕੰਮ ਕਰਨਾ, ਆਪ ਕੰਮ ਕਰਨਾ ਨਾ। ਹਾਂਜੀ, ਉਸ ਦਿਨ ਮਤਲਬ ਗੁੜ ਕੱਢ ਲੈਣਾ ਚਾਹੀਦਾ ਵੀ ਹੁਣ ਆਪਾਂ ਇੱਕ ਦਿਨ ਨਹੀਂ ਕੱਢਣਾ ਹੈਗਾ, ਫਿਰ ਪਰਸੋਂ ਕੱਢਣਾ, ਤੇ ਅੱਜ ਕੱਢ ਲਾ ਲਓ ਦਿਹਾੜੀ। 3 ਵਜੇ ਮੇਰੀ ਡਿਊਟੀ ਉੱਠਣ ਦੀ ਜੀ ਤੜਕੇ, ਤੇ ਮੇਰੇ ਨਾਲ ਦੀ ਨੇ ਮੈਂ ਚਾਹ ਬਣਾ ਦੇਣੀ ਆ। ਠੀਕ ਹੈ ਜੀ। ਜਿਹੜੇ ਬੰਦਿਆਂ ਨੂੰ ਉਠਾਉਣਾ ਮੈਂ, ਉਹ ਮੈਂ ਜਾ ਕੇ ਮੁੰਡੇ ਨੂੰ ਇੱਕ ਨੂੰ ਉਠਾਉਣਾ ਜੀ, ਉਠਾ ਕੇ ਵੇਲਣੇ ਤੇ ਆ ਕੇ ਇੰਜਣ ਸਟਾਰਟ ਕਰਕੇ ਦੇਣਾ ਉਹਨੂੰ ਜੀ। ਰਾਸ ਦੇਖਣੀ ਆ, ਜਿੱਥੋਂ ਫਿਲਟਰ ਲੱਗਾ ਆ ਜਾਂਦੀ ਆ ਪੁਣ ਕੇ, ਜਿੱਥੇ ਅੰਦਰ ਜਿੱਦਾਂ ਅਸੀਂ ਚਵੱਚਾ ਬਣਾਇਆ ਸਾਫ ਸਫਾਈ ਚੈੱਕ ਕਰਨੀ, ਸਫਾਈ ਅੰਦਰ ਜਾਂਦੀ ਆ, ਰਾਸ ਸਹੀ ਜਾ ਰਹੀ ਆ ਜੀ, ਜੋ ਕੁਝ ਦੇਖ ਕੇ ਤੇ ਮੈਂ ਉਧਰ ਪੋਲਟਰੀ ਵੱਲ ਹੋ ਜਾਣਾ। ਠੀਕ ਹੈ। ਅੱਛਾ, ਦੂਸਰੇ ਉਹਨੇ ਚਿਰ ਨੂੰ ਮੈਂ ਉਧਰੋਂ ਆ ਕੇ ਤੇ ਦੂਸਰੇ ਮੁੰਡਿਆਂ ਨੂੰ ਚਾਹ ਦੇ ਦੇਣੀ, ਚਾਹ ਬਣੀ ਹੁੰਦੀ ਆ। ਠੀਕ ਹੈ। ਚਾਹ ਦੇ ਕੇ ਬਾਕੀ ਮੁੰਡਿਆਂ ਨੂੰ ਉਠਾ ਕੇ, ਜਿੰਨੇ ਮੁੰਡੇ ਸਾਡੇ ਤਿੰਨਾਂ ਚਾਹੁੰਦੇ ਡਿਊਟੀ ਇੱਧਰ ਗੋੜਵਾਲ ਹੁੰਦੀ, ਉਹਨਾਂ ਆ ਕੇ ਰਸ ਪਾ ਕੇ ਅੱਗ ਬਾਲ ਕੇ ਜੀ ਤੇ ਚਾਲੂ ਕਰ ਦੇਣਾ ਜੀ ਕੰਮ। ਠੀਕ ਹੈ। ਛੋਟੇ ਦੀ ਡਿਊਟੀ ਹੈਗੀ ਹੈ ਮਗਰ ਨਾਲ ਉੱਥੇ ਸਾਰਾ ਗੋੜਵਾਲ, ਮੇਰੀ ਡਿਊਟੀ ਪੋਲਟਰੀ। ਉਹਨਾਂ ਨੇ ਘੰਟਾ ਲੇਟ ਉੱਠਣਾ। ਉਹ ਚਲੋ ਇਦਾਂ ਨਾ, ਉਹ ਜੇ ਮੈਂ ਰਾਤ ਨੂੰ ਹੋ ਸਕਦਾ ਮੈਂ 10 ਮਿੰਟ ਪਹਿਲਾਂ ਜੀ ਪੈ ਜਾਣ, ਰੋਟੀ ਖਾ ਲਵਾਂ ਜਾਂ ਪਹਿਲਾਂ ਹਨਾ, ਮਰ ਕੇ ਉਹ ਐਂਡ 'ਚ 10 ਵਜੇ ਰਾਤ ਨੂੰ ਉਹ ਦੇਖ ਲੈਂਦਾ ਘੰਟਾ ਵਾਧੂ। ਤੇ ਉਹ ਇਦਾਂ ਐਡਜਸਟਮੈਂਟ ਹੀ ਹੈ ਨਾ ਦੋਨਾਂ ਦੀ ਹਨਾ, ਕੋਈ ਜਿੱਦਬਾਜੀ ਨਹੀਂ, ਕੋਈ ਕੁਛ ਨਹੀਂ। ਠੀਕ ਹੈ ਜੀ। ਤੇ ਮੈਂ ਪੋਲਟਰੀ ਦਾ ਦੇਖ ਕੇ, ਤੇ ਜੇ ਮੈਂ ਉਧਰ ਕੰਮ ਜ਼ਿਆਦਾ ਨਾ ਹੋਇਆ ਫਿਰ ਮੈਂ ਇੱਧਰ ਆ ਜਾਣਾ ਵੇਲਣੇ ਦੇ ਨਾਲ। ਉਹ ਕਸਟਮਰ ਆ ਗਏ, ਗੁੜ ਦੇਣਾ ਜਾਂ ਉਹ ਮਸਾਲਾ ਗੁੜ ਬਣਾਉਣਾ, ਉਹਦੇ ਲਈ ਬੰਦੇ ਜ਼ਿਆਦਾ ਚਾਹੀਦੇ ਹੁੰਦੇ ਆ। ਫਿਰ ਅਸੀਂ ਮਤਲਬ ਇਦਾਂ ਰਾਤ ਦੇ ਫਿਰ 10 ਵਜੇ ਤੱਕ ਉਦੋਂ ਗੁੜ ਬਣਾਉਂਦੇ, ਜਿੱਦਣੇ ਵੇਲਣਾ ਚਲਾਉਣਾ ਜੀ। ਠੀਕ ਹੈ ਜੀ। ਇਹ ਐਂ ਲੱਗਦਾ ਨਹੀਂ ਕਿ ਵਿਆਹ ਦੇ ਉੱਤੇ ਜਾਣੀ ਕਹਿਣ ਦਾ ਭਾਵ ਕੁਛ ਨਾ ਕੁਛ ਸੈਕਰੀਫਾਈਸ ਕਰਨਾ ਪੈਂਦਾ, ਤਿਆਗ ਮਾੜਾ ਮੋਟਾ ਇੱਧਰੋਂ ਉੱਧਰੋਂ। ਹਾਂ ਬਿਲਕੁਲ ਜੀ, ਬਿਲਕੁਲ, ਉਹ ਤਾਂ ਹੈ ਹੀ ਆ, ਕੁਛ ਪਾਉਣ ਵਾਸਤੇ ਕੁਛ ਨਾ ਕੁਛ ਤਾਂ ਹੋਣਾ ਹੀ ਪਊਗਾ ਜੀ। ਅੱਛਾ, ਦੋਨਾਂ ਭਰਾਵਾਂ ਦੀ 10-12 ਖੇਤ ਦੀ ਖੇਤੀ, ਗੁਜ਼ਾਰਾ ਸੋਹਣਾ ਹੁੰਦਾ? ਬਹੁਤ ਵਧੀਆ, ਬਹੁਤ ਵਧੀਆ। ਮਤਲਬ ਮੈਂ ਕਹਿ ਸਕਦਾ ਕਿ ਅਸੀਂ
100 ਕਿੱਲੇ ਜਿੰਨੀ ਅਸੀਂ ਆਪਣੇ ਆਪ ਨੂੰ ਸਮਝਦੇ ਹਾਂ ਵੀ ਅਸੀਂ ਆਮਦਨ ਲੈ ਰਹੇ ਹਾਂ। ਆਮਦਨ ਲੈ ਰਹੇ ਹਾਂ ਬਸ ਇਸ ਤੋਂ ਵੱਧ ਮੈਂ ਕੁਝ ਨਹੀਂ ਕਹਿ ਸਕਦਾ, ਕਿਉਂਕਿ ਪੋਲਟਰੀ ਫਾਰਮ ਵੀ ਨਾਲ ਆ, ਠੇਕੇ ਵਾਲੀਆਂ ਪੈਲੀਆਂ ਛੱਡ ਦਿੱਤੀਆਂ, ਲੋੜ ਮੁਤਾਬਕ ਆਪਣੀ ਮਸ਼ੀਨਰੀ ਰੱਖੀ ਆ, ਵਾਧੂ ਮਸ਼ੀਨਰੀ ਹੁਣ ਨਹੀਂ ਰੱਖੀ ਜੀ। ਪੋਲਟਰੀ ਦੀ ਇਨਪੁੱਟ ਵੱਧ ਗਈ, ਕਿਉਂਕਿ ਪੋਲਟਰੀ ਵਧਾ ਲਈ ਸੀ ਹੋਰ ਅਸੀਂ, ਹੈ ਨਾ, 36000 ਮੁਰਗੇ ਤੇ ਅਸੀਂ ਪਹੁੰਚ ਗਏ ਕਪੈਸਿਟੀ। ਗੁੜ ਦੀ ਹੋ ਗਈ, ਤੇ ਜਿਹੜਾ ਅਸੀਂ ਠੇਕੇ ਵਾਲੇ ਜ਼ਮੀਨਾਂ 'ਚ ਦੌੜੇ ਭੱਜੇ ਫਿਰਦੇ ਸੀ ਹੁੰਦੇ, ਇੱਧਰ ਟਰੈਕਟਰ ਲੈ ਜਾ, ਇੱਧਰ ਚੱਲ ਜਾ, ਉਹ ਮੋਟਰ ਬੰਦ ਹੋ ਗਈ, ਆਹ ਹੋ ਗਿਆ, ਹੈ ਨਾ, ਉਹ ਸਾਡਾ ਸਾਰਾ ਹੀ ਕੁਛ ਜਿਹੜਾ ਸੀਗਾ ਉਹ ਸਾਇਲੈਂਟ ਹੋ ਗਿਆ, ਉਹ ਖਤਮ ਹੋ ਗਿਆ। ਤੇ ਹੁਣ ਅਸੀਂ ਜਿਹੜਾ ਆਪਣਾ ਧਿਆਨ ਹੈ ਪੋਲਟਰੀ ਉੱਤੇ ਤੇ ਗੁੜ ਬਣਾਉਣ ਉੱਤੇ, ਜਾਂ ਫਸਲਾਂ ਆਪਣੀਆਂ ਕੁਦਰਤੀ ਖੇਤੀ ਸਾਂਭਣ ਉੱਤੇ ਹੀ ਸਾਡਾ ਫੋਕਸ ਆ। ਇਸ ਕਰਕੇ ਸਾਡੀ ਇਨਪੁੱਟ ਘਟ ਗਈ, ਆਊਟਪੁੱਟ ਸਾਡੀ ਵੱਧ ਗਈ। ਤੁਹਾਡੇ ਕੋਲ ਪਿੱਛੇ ਮੈਂ ਜਦੋਂ ਪਿਛਲੇ ਵਾਰ ਤੁਹਾਡੇ ਨਾਲ ਗੱਲ ਹੋਈ ਸੀ, ਕੁਝ ਬੱਚੇ ਯੂਨੀਵਰਸਿਟੀਆਂ ਤੋਂ ਆਏ ਸੀ, ਉਹ ਕੌਣ ਸੀ? ਸਾਡੇ ਕੋਲ ਆਉਂਦੇ ਰਹਿੰਦੇ ਜੀ ਸਰ, ਯੂਨੀਵਰਸਿਟੀਆਂ ਤੋਂ, ਜਿਹੜੀ ਉਹ ਕੀ ਕਹਿੰਦੇ ਹੁੰਦੇ ਆ ਉਹਨੂੰ, ਇੰਟਰਨਸ਼ਿਪ ਲੱਗਦੀ ਨਾ, ਹਾਂਜੀ ਹਾਂਜੀ, 30 ਦਿਨ ਦੀ। ਉਹ DAV ਯੂਨੀਵਰਸਿਟੀ ਤੋਂ ਵੀ ਆਏ, ਆਪਣੇ ਲਵਲੀ ਯੂਨੀਵਰਸਿਟੀ ਤੋਂ ਵੀ ਆਏ। ਇੱਦਾਂ ਹੀ ਕਈ ਵਾਰੀ ਮੇਰੇ ਲੈਕਚਰ ਵੀ ਹੋ ਜਾਂਦੇ ਇੱਥੇ, ਜਿੱਦਾਂ NIT ਯੂਨੀਵਰਸਿਟੀ ਹੈਗੀ ਜਲੰਧਰ, ਉੱਥੇ 2 ਵਾਰੀ ਲੈਕਚਰ ਹੋ ਗਿਆ। DAV ਯੂਨੀਵਰਸਿਟੀ 'ਚ ਹੋਇਆ ਆ, ਫਿਰ APJ ਕਾਲਜ ਹੈਗਾ ਇੱਥੇ ਜਲੰਧਰ ਹੈਗਾ, ਉੱਥੇ ਹੋਇਆ। ਇੱਦਾਂ ਉਹ ਵੀ ਸੱਦਦੇ ਰਹਿੰਦੇ ਆ। ਹੋਰ ਬਹੁਤ ਥਾਈਂ ਜਾ ਕੇ ਮੌਕਾ ਮਿਲਦਾ ਆਪਣੇ ਕੁਦਰਤੀ ਖੇਤੀ ਬਾਰੇ ਵਿਚਾਰ ਪੇਸ਼ ਕਰਨ ਦਾ। ਤੇ ਬਾਕੀ ਸਾਨੂੰ ਦੋਵਾਂ ਭਰਾਵਾਂ ਨੂੰ ਇੱਕ ਹੈਗਾ ਕਿ ਅਸੀਂ ਜਿੱਦਾਂ ਹੁਣ ਆ ਗਰਮੀਆਂ ਦੇ ਵਿੱਚ ਥੋੜਾ ਵਿਹਲਾ ਸਮਾਂ ਹੋਵੇ ਤੇ ਅਸੀਂ ਹੋਰ ਕਿਸਾਨਾਂ ਦੇ ਕੋਲੋਂ ਵੀ ਸਿੱਖਣ ਜਾਂਦੇ ਹਾਂ। ਅੱਛਾ, ਪਤਾ ਕਰਨ ਚਲੇ ਜਾਂਦੇ? ਮਤਲਬ ਅਸੀਂ ਇਹ ਨਹੀਂ ਹੈਗਾ ਕਿ ਅਸੀਂ ਕੋਈ ਇਹਦੇ ਵਿੱਚ ਮਾਸਟਰ ਬਣ ਗਿਆ, ਨਹੀਂ। ਇਨਸਾਨ ਤਾਂ ਸਾਰੀ ਉਮਰ ਸਿੱਖਦਾ ਹੀ ਰਹਿੰਦਾ, ਤੇ ਆਪਾਂ ਬਹੁਤ ਕੁਝ ਤਾਂ ਸਿੱਖ ਸਕਦੇ ਹਾਂ, ਸਭ ਕੁਝ ਨਹੀਂ ਸਿੱਖ ਸਕਦੇ ਸਾਰੀ ਰਹਿੰਦੀ ਉਮਰ ਤੱਕ। ਸੋ ਇਸ ਕਰਕੇ ਅਸੀਂ ਇਹ ਨਹੀਂ ਦੇਖਦੇ ਕਿ ਉਹ ਕਿਸਾਨ ਛੋਟਾ ਆ ਤੇ ਯਾਰ ਉਹਦੇ ਕੋਲ ਕੀ ਜਾਣਾ ਵੀ ਅਸੀਂ ਤਾਂ ਲੈ ਇੰਨਾ ਕੰਮ ਕਰ, ਨਹੀਂ। ਸਾਡੇ ਕੋਲ ਉੱਥੇ ਵੀ ਜਾਵਾਂਗੇ ਤਾਂ ਸਾਨੂੰ ਕੁਛ ਨਾ ਕੁਛ ਸਿੱਖਣ ਨੂੰ ਮਿਲਣਾ। ਸੋ ਮੈਂ ਤਾਂ ਕਹਿੰਦਾ ਕਿ ਜਿੰਨਾ ਅਸੀਂ ਘੁੰਮਾ ਫਿਰਾਂਗੇ, ਜਿੰਨਾ ਅਸੀਂ ਦੇਖਾਂਗੇ ਜਾਵਾਂਗੇ, ਉਨਾ ਸਾਡਾ ਗਿਆਨ ਵਿੱਚ ਵਾਧਾ ਹੁੰਦਾ। ਜੀ ਬਿਲਕੁਲ ਠੀਕ ਹੈ ਜੀ। ਅੱਛਾ ਅਮਰਜੀਤ ਭਾਜੀ, ਮੈਨੂੰ ਇੱਕ ਚੀਜ਼ ਹੋਰ ਜ਼ਰੂਰ ਦੱਸਿਓ ਕਿ ਸਾਰਾ ਕੁਝ ਤਕਰੀਬਨ ਆਪਾਂ ਕਵਰ ਕਰ ਲਿਆ। ਹਾਂਜੀ। ਇੱਕ ਹਲਦੀ ਦਾ ਥੋੜ੍ਹੇ ਦੱਸ ਦਿਓ ਤੁਸੀਂ। ਹਲਦੀ ਦੇ ਪੈਕਟ ਜੇ ਮੈਂ ਤੁਹਾਡੇ ਇੱਕ ਵਾਰੀ ਫੇਸਬੁੱਕ ਦੇ ਉੱਤੇ ਦੇਖੇ ਸੀ, ਉਹ ਕੀ ਚੱਕਰ ਆ? ਹਾਂਜੀ, ਉਹ ਆਪਾਂ ਜਿੱਦਾਂ ਹਲਦੀ ਬੀਜਦੇ ਹਾਂ ਜੀ, ਠੀਕ ਹੈ, ਹਲਦੀ ਵੀ ਬੈਡਾਂ 'ਤੇ ਬੀਜਦੇ ਹਾਂ। ਉਹਦਾ ਅਸੀਂ ਆਪਣਾ ਹੀ ਇੱਥੇ ਉਬਾਲ ਕੇ ਉਹਨੂੰ ਪਾਊਡਰ ਬਣਾ ਕੇ ਪੈਕ ਕਰਕੇ ਵੇਚਦੇ ਹਾਂ। ਠੀਕ ਹੈ। ਔਰ ਜਿਹੜਾ ਵੀ ਇੱਕ ਵਾਰੀ ਹਲਦੀ ਲੈ ਜਾਂਦਾ ਜੀ, ਉਹ ਦੁਬਾਰਾ ਆਉਂਦਾ, ਕਿਉਂਕਿ ਹਲਦੀ ਸਾਡੀ ਪਿਓਰ ਹੁੰਦੀ ਆ, ਤੇਲ ਭਰਪੂਰ ਹੁੰਦੀ ਆ। ਠੀਕ ਹੈ। ਤੇ ਉਹ ਸਬਜ਼ੀ ਦੇ ਵਿੱਚ ਡੋਜ਼ ਉਹਦੀ ਘੱਟ ਪੈਂਦੀ ਆ। ਅੱਛਾ, ਠੀਕ ਹੈ ਜੀ। ਤੁਸੀਂ ਆਖਰੀ ਵਾਰੀ ਨੱਕਾ ਕਦੋਂ ਮੋੜਿਆ? ਤਕਰੀਬਨ ਚੱਲਦਾ ਰਹਿੰਦਾ ਕੰਮ ਜੀ। ਹਾਂਜੀ, ਮਤਲਬ ਇਹ ਇੱਕ ਹੋਰ ਚੀਜ਼ ਆ ਨਾ, ਅਸੀਂ ਇਹ ਨਹੀਂ ਦੇਖਦੇ ਕਿ ਸਾਡੇ ਕੋਲ ਮੁੰਡੇ ਹੈਗੇ ਆ। ਹੁਣ ਇਸ ਟਾਈਮ ਵੀ 6 ਮੁੰਡੇ ਆਪਣੇ ਕੋਲ ਕੰਮ ਕਰਦੇ ਆ। ਠੀਕ ਹੈ। ਤੇ ਜਦੋਂ ਗੁੜ ਬਣਾਉਣਾ ਹੋਰ ਆ ਜਾਣੇ 3-4। ਠੀਕ ਹੈ। ਅਸੀਂ 2 ਚੀਜ਼ਾਂ ਦੇਖਦੇ ਆ ਜੀ, ਇੱਕ ਤੇ ਮੁੰਡਿਆਂ ਦੇ ਨਾਲ ਕੰਮ ਕਰਾਂਗੇ ਤੇ ਮੁੰਡਿਆਂ ਦੀ ਸਪੀਡ ਵੱਧ ਗਈ, ਇੱਕ ਸਾਡੀ ਸਿਹਤ ਠੀਕ ਰਹੂਗੀ। ਅਸੀਂ ਆਪਣੀ ਸਿਹਤ ਨੂੰ ਵੀ ਮੇਨਟੇਨ ਰੱਖਣਾ ਨਾ। ਤੇ ਹੁਣ ਜਿਵੇਂ ਸਾਡੇ ਪੋਲਟਰੀ ਦਾ ਫੀਡ ਦਾ ਟਰੱਕ ਆਉਂਦਾ ਜੀ 500 ਬੋਰੇ ਦਾ, ਮੈਂ ਨਾਲ ਹੋ ਜਾਣਾ ਜੀ ਗੱਡੀ ਦੇ ਉੱਤੇ। ਇੱਕ ਮੁੰਡਾ ਨਾਲ ਲੈ ਲੈਣਾ, ਮੈਂ ਉੱਤੋਂ ਬੋਰੇ ਚਕਾਈ ਜਾਣੇ, 3-4 ਮੁੰਡਿਆਂ ਨੇ ਥੱਲੇ ਚੁੱਕ ਕੇ ਤੇ ਅੰਦਰ ਰੱਖੀ ਜਾਣੇ। ਉਹਦਾ ਪਸੀਨਾ ਵੀ ਨਿਕਲਦਾ, ਜ਼ੋਰ ਵੀ ਲੱਗਦਾ, ਪੌੜੀਆਂ ਵੀ ਚੜ੍ਹਨੀਆਂ, 4 ਮੰਜ਼ਿਲ ਫਾਰਮ ਆ, ਪੌੜੀਆਂ ਖੁਸ਼ੀ ਨਾਲ ਚੜ੍ਹਦੀਆਂ, ਸਿਰਫ ਇਸ ਚੀਜ਼ ਨੂੰ ਸੋਚ ਕੇ ਕਿ ਆਹ ਜਿਹੜਾ ਸਰੀਰ ਆ ਇਹਨੂੰ ਵੀ ਸੈੱਟ ਰੱਖੀਏ, ਕਿਤੇ ਗੋਗੜ ਹੀ ਨਾ ਪੈ ਜਾਏ, ਕੁਰਸੀ ਤੇ ਆਉਣ ਜੋਗੇ ਰਹੀਏ। ਹਾਂਜੀ, ਤੇ ਆਪਣੀ ਸਿਹਤ ਵਿੱਚ ਹੀ ਹੈ ਨਾ, ਇਸ ਕਰਕੇ ਕਰਦੇ ਰਹੀਦਾ ਕੰਮ। ਅੱਛਾ ਅਮਰਜੀਤ ਭਾਜੀ, ਖੇਤ ਕੌਣ ਬਾਉਂਦਾ? ਖੇਤ ਟਰੈਕਟਰ ਤੇ ਕੌਣ ਚਲਾਉਂਦਾ? ਮੈਂ ਹੀ ਬਾਉਣਾ ਜੀ। ਤਕਰੀਬਨ ਛੋਟੇ ਦੇ ਨਾ ਥੋੜੀ ਜਿਹੀ ਲੱਕ 'ਚ ਛੋਟੇ ਨੇ ਇੱਕ ਝਟਕਾ ਜਿਹਾ ਲੱਗ ਗਿਆ ਸੀ। ਮੈਨੂੰ ਲੱਗਾ ਬੰਦਾ ਤਾਂ ਨਹੀਂ ਰੱਖਿਆ? ਨਹੀਂ, ਬੰਦੇ ਉੱਦਾਂ ਹੈਗੇ, ਪਰ ਅਸੀਂ ਖੇਤੀ ਬਾਉਂਦੇ ਆ ਜੀ। ਅਸੀਂ ਉੱਦਾਂ ਨਹੀਂ ਟਰੈਕਟਰ ਚਲਾਉਂਦੇ ਜਿੱਦਾਂ ਆਮ ਕਹਿੰਦੇ, ਬਹੁਤ ਰੇਸ ਦੇ ਕੇ ਟਰੈਕਟਰ ਭਜਾਉਂਦੇ ਆ। ਹਰ ਟਰੈਕਟਰ ਦੀ ਨਾ ਸਪੀਡ ਹੁੰਦੀ ਆ ਜੀ 1800 ਤੋਂ ਲੈ ਕੇ 2000 ਸਪੀਡ। ਮੈਂ ਕਈ ਵਾਰੀ ਠੇਕੇ ਤੇ ਪੈਲੀਆਂ ਬਾਉਂਦਾ ਰਿਹਾ ਤਾਂ ਗਵਾਂਢੀ ਕਹਿੰਦੇ ਰਹੇ ਤੂੰ ਟਰੈਕਟਰ ਬਹੁਤਾ ਭਜਾਉਂਦਾ ਨਹੀਂ। ਮੈਂ ਕਿਹਾ ਜਿਹੜੀ ਇਹਦੀ ਸਪੀਡ ਆ ਨਾ, ਉਹ 1800 ਤੋਂ 2000 ਚੱਕਰ ਤੱਕ ਆ। ਤੁਸੀਂ ਉਸ ਸਪੀਡ ਤੇ ਚਲਾਓਗੇ, ਤੁਹਾਡੀ ਜ਼ਮੀਨ ਵੱਧ ਪੋਲੀ ਕਰੂਗਾ ਟਰੈਕਟਰ। ਅਗਰ ਤੁਸੀਂ ਜ਼ਿਆਦਾ ਭਜਾਉਂਦੇ ਆ ਤਾਂ ਟਰੈਕਟਰ ਸਲਿੱਪ ਜ਼ਿਆਦਾ ਮਾਰੂਗਾ, ਟਿੱਲਰ ਖਚਾਈ ਘੱਟ ਕਰੂ, ਵਾਹੀ ਡੂੰਘੀ ਨਹੀਂ ਕਰੂ। ਇਸ ਕਰਕੇ ਖੇਤੀ ਅੱਜ ਤੱਕ ਜਿੰਨੀ ਵੀ ਟਰੈਕਟਰ ਚਲਾਇਆ ਨਾ, ਆਪ ਹੀ ਚਲਾਇਆ ਜੀ। ਅੱਛਾ, ਇੱਕ ਚੀਜ਼ ਦੱਸਿਓ, ਜੇ ਖਾਦ ਨਹੀਂ ਪਾਉਂਦੇ, DAP ਯੂਰੀਆ ਨਹੀਂ ਪਾਉਂਦੇ, ਤਾਂ ਫਸਲ ਨੂੰ ਪਾਉਣੇ ਕੀ? ਇੱਕ ਤਾਂ ਢਾਂਚੇ ਦਾ ਪਤਾ ਲੱਗ ਗਿਆ ਕਿ ਉਹ ਢਾਂਚਾ ਭਾਈ ਕੁਛ ਨਾ ਕੁਛ ਤਾਂ ਜੁਗਾੜ ਜਿਹਾ ਦੱਸੋ ਨਾ। ਕਿਸੇ ਨਵੇਂ ਬੰਦੇ ਨੇ ਕੰਮ ਸ਼ੁਰੂ ਕਰਨਾ ਹੋਵੇ, ਉਹਨੂੰ ਥੋੜ੍ਹਾ ਜਿਹਾ ਚਾਹੇ 2 ਮਿੰਟ ਲੱਗ ਜਾਣ, ਉਹਨੂੰ ਕਲੀਅਰ ਕਰ ਦਿਓ। ਇਹ ਨਾ ਹੋਵੇ ਕਿ ਲੰਘਦੇ ਵੜਦੇ ਬਾਕੀਆਂ ਦੀ ਕਣਕ ਤਾਂ ਇੱਥੇ ਗਈ ਹੋਵੇ ਤਾਂ ਉਹਦੀ ਐਂ ਜੇ ਹੋਈ ਹੋਵੇ। ਦੇਖੋ ਜੀ, ਇੱਕ ਤਾਂ ਆਪਾਂ ਅੱਗ ਨਹੀਂ ਲਾਉਣੀ ਜੀ, ਪਰਾਲੀ ਵਿੱਚ ਵਗੇ, ਠੀਕ ਹੈ। ਦੂਸਰੀ ਗੱਲ ਹੈ ਕਿ ਤੁਹਾਡੇ ਕੋਲ ਕੋਈ ਜਿੱਦਾਂ ਟਾਈਮ ਹੈਗਾ ਤਾਂ ਦੇਸੀ ਢੇਰ ਹੈਗਾ ਤਾਂ ਉਹ ਪਾਓ, ਪਸ਼ੂਆਂ ਦਾ ਗੋਹਾ ਪਾਓ। ਤੀਸਰੀ ਗੱਲ ਹੈ, ਅਗਰ ਤੁਸੀਂ ਜ਼ਮੀਨ ਨੂੰ ਰੈਸਟ ਦੇ ਦਿਓ ਥੋੜ੍ਹਾ, ਜਿੱਦਾਂ ਹੁਣ ਸਾਡੇ ਕੁਝ ਕਿਸਾਨ ਕਰਦੇ ਆ ਜੀ, ਉਹ ਕੀ ਝੋਨਾ ਨਹੀਂ ਬੀਜਦੇ, ਠੀਕ ਹੈ, ਉਹ ਕਣਕ ਬੀਜਦੇ ਇਕੱਲੀ ਕੁਦਰਤੀ ਖੇਤੀ ਵਾਲੀ। ਜੇ ਜ਼ਮੀਨ ਵਿਹਲੀ ਰੱਖ ਕੇ ਤਾਕਤ ਦੇ ਕੇ ਕਰਦੇ ਆ, 7000 ਨੂੰ ਵੇਚਦੇ ਆ ਜੀ, 14,798। ਪਰ 7000 ਭਾਅ ਥੋੜੋ, ਉਹ ਹੈ ਦੇਸੀ ਪਿਓਰ ਆ ਜੀ, ਲੈਂਦੇ ਆ ਜੀ, ਸਭ ਖਰੀਦਦੇ ਆ, ਕੋਈ ਚੱਕਰ ਨਹੀਂ ਇਦਾਂ ਦਾ, ਵਿਕ ਜਾਂਦੀ। ਠੀਕ ਹੈ ਜੀ। 7000 ਨੂੰ ਕੁਆਂਟਲ
ਐਮਐਸਪੀ ਤੋਂ ਕਿਤੇ ਤਾਂ ਬਿਲਕੁਲ ਜੀ ਬਿਲਕੁਲ। ਉਹਦਾ ਝਾੜ ਘੱਟ ਹੁੰਦਾ ਨਾ, ਠੀਕ ਹੈ। ਝਾੜ ਘੱਟ ਆ 14 ਕੁਇੰਟਲ ਮੈਕਸਿਮਮ ਨਿਕਲਣੀ ਹੈ ਪੂਰਾ ਜ਼ੋਰ ਲਾ ਕੇ। ਲੇਕਿਨ ਉਸ ਬੰਦੇ ਨੇ ਲੱਖ ਰੁਪਏ ਦੀ ਮੰਨ ਲਓ ਕੱਢ ਲਈ ਤਾਂ ਉਹਨੂੰ ਲੋੜ ਨਹੀਂ ਝੋਨਾ ਬੀਜਣ ਦੀ ਜੀ, ਤੇ ਜ਼ਮੀਨ ਨੂੰ ਰੈਸਟ ਵੀ ਮਿਲ ਗਈ ਤੇ ਉਹਦੇ ਪੈਸੇ ਪੂਰੇ ਹੋ ਗਏ। ਠੀਕ ਹੈ। ਔਰ ਫਿਲਹਾਲ ਤਾਂ ਦੇਖੋ ਕਸਟਮਰ ਜਿਹੜੇ ਦੇ ਰਹੇ ਆ, ਕੱਲ ਨੂੰ ਗਿਣਤੀ ਵੱਧ ਜਾਵੇ ਕਿਸਾਨਾਂ ਦੀ ਜਾਂ ਕਿੱਦਾਂ ਹੈਗਾ ਤੇ ਥੋੜਾ ਡਾਊਨ ਵੀ ਆ ਸਕਦੀ ਹੈ, ਕਣਕ ਦਾ ਰੇਟ ਆ ਸਕਦਾ। ਲੇਕਿਨ ਗੁੜ ਜਿਹੜਾ ਹੈਗਾ, ਗੁੜ ਆਪਣਾ ਜਿਹੜਾ ਉਹ ਹਰ ਬੰਦੇ ਦੀ ਕੁਆਲਿਟੀ ਆਪਣੀ ਆਪਣੀ ਆ, ਕਿਉਂਕਿ ਗੁੜ ਬਣਾਉਣ ਦੇ ਵਿੱਚ ਜ਼ਮੀਨ ਦਾ ਵੀ ਬੜਾ ਰੋਲ ਆ, ਮਿੱਟੀ ਕਿਹੜੀ ਤੁਹਾਡੀ, ਉਹ ਪਾਣੀ ਕਿੱਦਾਂ ਤੁਹਾਡਾ ਮੋਟਰ ਦਾ, ਤੇ ਤੀਸਰਾ ਇਹ ਆ ਕਿ ਤੁਸੀਂ ਬਣਾਉਣੇ ਜਿਹੜਾ ਉਹ ਬਣਾਉਣ ਦਾ ਤਰੀਕਾ ਤੁਹਾਡਾ ਕਿੱਦਾਂ ਆ। ਥੋੜੇ ਖੇਤਾਂ 'ਚ ਗੁਜ਼ਾਰਾ ਹੋ ਸਕਦਾ, ਹਾਂ ਨਾ ਕਰੀ ਜਾਓ। ਛੋਟਾ ਕਿਸਾਨ ਹੀ ਕਾਮਯਾਬ ਹੈ ਕੁਦਰਤੀ ਖੇਤੀ ਜ਼ਿਆਦਾ। ਕੀ ਬਾਤ ਹੈ ਜੀ, ਠੀਕ ਹੈ। ਯਾਨੀ ਕੰਮ ਚੱਲਦਾ, ਉਹ ਆਪਣੀ ਸਬਜ਼ੀ ਵੇਚ ਸਕਦਾ ਵਾ ਲਗਾਤਾਰ। ਬਹੁਤ ਉਦਾਹਰਨਾਂ ਹੈਗੀਆਂ ਵਾ, ਰੋਡ ਤੇ ਰੱਖ ਕੇ ਸਬਜ਼ੀਆਂ ਵੇਚ ਰਹੇ ਨੇ। ਬਿਲਕੁਲ ਠੀਕ ਹੈ ਜੀ। ਮਤਲਬ ਬਹੁਤ ਕਿਸਾਨਾਂ ਦੀਆਂ ਉਦਾਹਰਨਾਂ ਹੈਗੀਆਂ। ਹਾਂਜੀ, ਠੀਕ ਹੈ ਜੀ। ਮੈਨੂੰ ਅਮਰਜੀਤ ਭਾਜੀ ਆਪਾਂ ਆਪਣੀ ਗੱਲਬਾਤ ਸਮਾਪਤ ਕਰ ਦੇਣੀ ਹੈ। ਹਾਂਜੀ, ਸਾਂਝੇ ਪਰਿਵਾਰ ਦਾ ਕਿੰਨਾ ਕੁ ਸੁੱਖ ਹੈ? ਮੈਂ ਕਿਹਾ ਜੀ ਸਵਰਗ ਹੈ ਜੀ ਜਿਹੜਾ ਸਾਂਝਾ ਪਰਿਵਾਰ ਹੈ ਜਿੱਦਾਂ, ਕਿਉਂਕਿ ਅਸੀਂ ਦੋਨੋਂ ਭਰਾ ਆ, ਇਕੱਠੇ ਆ, ਮੰਮੀ ਜੀ ਸਾਡੇ ਆ, ਦੋਨੋਂ ਜਣੀਆਂ ਦਰਾਣੀ ਜਠਾਣੀ ਆ ਜੀ। ਤੇ ਕਦੀ ਕਦੀ ਮੈਂ ਜਿੱਦਾਂ ਛੇੜਨ ਦਾ ਮਾਰਾ ਉਦਾਂ ਹੀ ਕਹਿ ਦਿੰਦਾ ਵੀ ਯਾਰ ਵੱਖਰੇ ਨਾ ਹੋ ਜੀ ਹੁਣ ਜੀ, ਤੇ ਉਹ ਅੱਗੋਂ ਕਹਿੰਦੇ ਆ ਨਾ ਇਹ ਨਾ ਲਿਓ। ਤੇ ਅਸੀਂ ਘਰ ਮਕਾਨ ਜਿਹੜੇ ਬਣਾਏ ਨਵੇਂ, ਉਹਦੇ ਨਾਲ ਵਿੱਚ ਇੱਕ ਪਾਰਟੀਸ਼ਨ ਜਿੱਦਾਂ ਹੁੰਦਾ ਵੀ ਅੱਗੇ ਰਸੋਈਆਂ ਪਿੱਛੇ ਸਟੋਰ, ਗੱਭੇ ਕੰਧ ਆਉਣੀ ਸੀ, ਕੰਧ 13 ਫੁੱਟ ਹੈ ਨਾ, ਉਹ ਕੰਧ ਨਹੀਂ ਅਸੀਂ ਕੀਤੀ ਜੀ। ਇੱਧਰਲੇ ਪਾਸੇ ਸਾਡੇ ਕਮਰੇ, ਇੱਧਰਲੇ ਪਾਸੇ ਇਹਦਾ, ਤੇ ਅਸੀਂ ਸਾਰਾ ਪਰਿਵਾਰ ਇਦਾਂ ਹੀ ਬਸ ਉੱਥੇ ਹੀ ਘੁੰਮਦੇ ਸਾਰੇ। ਮੰਮੀ ਦਾ ਬੈੱਡ ਸੈਂਟਰ 'ਚ ਆ ਜੀ, ਉਹਨਾਂ ਦੇ ਆਲੇ ਦੁਆਲੇ ਸਾਰਾ ਦਿਨ ਸਾਰਾ ਕੁਝ, ਹਾਂਜੀ ਸਾਰਾ ਕੁਝ ਉਹਨਾਂ ਦੇ ਆਲੇ ਦੁਆਲੇ ਵੀ ਰੌਣਕ ਲੱਗੀ ਰਹਿੰਦੀ ਹੈ। ਤੇ ਸਾਡਾ ਪਰਿਵਾਰ ਜਿਹੜਾ, ਕਿਉਂਕਿ ਸਾਂਝਾ ਪਰਿਵਾਰ ਉਦੋਂ ਟੁੱਟਦਾ ਜਾਂਦਾ ਤੁਹਾਡੇ ਘਰ ਦੇ ਵਿੱਚ ਪੈਸੇ ਦਾ ਕੁਝ ਜੀ ਆਲਾ ਦੁਆਲਾ ਹੋਵੇ ਜੀ, ਵੀ ਮਤਲਬ ਕੋਈ ਇੱਕ ਭਰਾ ਕਰਦਾ ਹੋਵੇ ਤਾਂ ਠਾਂ, ਤੇ ਜਾਂ ਫਿਰ ਜਿਹੜੀਆਂ ਜਨਾਨੀਆਂ ਉਹਨਾਂ ਨੂੰ ਖਰਚਾ ਨਾ ਪੂਰਾ ਜੀ, ਉਹ ਸਾਰਾ ਕੁਝ ਸਾਡਾ ਬੜਾ ਮੇਨਟੇਨ ਕੀਤਾ ਅਸੀਂ ਖਰਚੇ ਦਾ। ਉਹਨਾਂ ਨੂੰ ਉੱਕੇ ਪੁੱਕੇ ਪੈਸੇ ਸੀ ਰੱਖੇ ਆ ਵੀ ਇੰਨੇ ਦੇਣੇ ਤੁਹਾਨੂੰ, ਇੰਨੇ ਚਿਰ ਬਾਅਦ ਜਿੱਦਾਂ ਪੂਰ ਨਿਕਲਦਾ ਨਾ ਮੁਰਗਿਆਂ ਦਾ 50 ਦਿਨ ਦਾ ਹੁੰਦਾ ਜੀ ਸਰਕਲ, ਉਹ 50 ਦਿਨ ਦਾ ਜਿੱਦਣ ਪੂਰ ਨਿਕਲ ਗਿਆ ਉਹਨਾਂ ਨੂੰ ਹੁੰਦੀ ਆ ਵੀ ਹੁਣ ਸਾਡੇ ਪੈਸੇ ਕੱਢੋ ਬਈ ਇੱਧਰ ਐ ਵੀ ਲੈ ਆਈਏ ਉਹ। ਹਾਂਜੀ, ਉਹ ਫਿਰ ਰੱਖ ਲੈਣ, ਆਪਣੇ ਖਰਚ ਲੈਣ, ਉਹਨਾਂ ਦੀ ਮਰਜ਼ੀ ਰੱਖ ਲੈਣ। ਤੇ ਮੋਦੀ ਨੇ ਉਦੋਂ ਜੀ ਨੋਟਬੰਦੀ 'ਚ ਬੜੇ ਪੈਸੇ ਕਢਵਾਏ ਇਹਨਾਂ ਕੋਲ, ਕਹਿੰਦੇ ਹੁਣ ਸਾਨੂੰ ਵੀ ਵਟਾ ਕੇ ਲਿਆ ਦਿਓ। ਮੈਂ ਕਿਹਾ ਹੈ ਤੁਸੀਂ ਇੰਨੇ ਲਕੋਏ ਸੀਗੇ, ਜਾਨੀ ਉਹ ਬੱਚਤ ਕਰਦੀਆਂ ਜੀ, ਬੱਚਤ ਕਰਦੀਆਂ। ਨਹੀਂ ਠੀਕ ਹੈ ਜੀ। ਤੇ ਸੋ ਬੜਾ ਵਧੀਆ ਹੱਸ ਖੇਡ ਕੇ ਟਾਈਮ ਪਾਸ ਹੋ ਰਿਹਾ। ਤੇ ਜਿਹੜੀ ਨਾ ਖੁਸ਼ੀ ਆ ਜ਼ਿੰਦਗੀ, ਕੋਈ ਇਹਦੀ ਸੀਮਾ ਨਹੀਂ ਗੀ, ਤੈਅ ਨਹੀਂ ਗੀ ਜ਼ਿੰਦਗੀ ਦੀ ਵੀ ਕਦੋਂ ਹੈ ਨਾ ਕਿਉਂ, ਤੇ ਜਿਹੜਾ ਜਿੰਨਾ ਕੁ ਹੱਸ ਕੇ ਟਾਈਮ ਨਿਕਲ ਜਾਏ ਮੈਂ ਕਹਿੰਦਾ ਵਧੀਆ ਹੀ ਆ। ਅਮਰਜੀਤ ਭਾਜੀ ਤੁਸੀਂ ਜੁੜੇ, ਕਿਉਂਕਿ ਮੈਨੂੰ ਇਹ ਸੀਗਾ ਕਿ ਮਾੜੀਆਂ ਖਬਰਾਂ ਆਉਂਦੀਆਂ, ਅਸੀਂ ਕੈਨੇਡਾ ਵਾਲੇ ਸਟੂਡੀਓ ਬੈਠੇ ਹੋਏ, ਜਿੱਥੇ ਮਰਜ਼ੀ ਬੈਠੇ ਹੋਏ, ਮਾੜੀਆਂ ਖਬਰਾਂ ਕਰੀ ਜਾਈਦੀਆਂ ਜੀ, ਖੇਤੀ ਤਬਾਹ ਹੋ ਗਈ, ਆ ਵੀ ਹੋ ਗਿਆ, ਬੇਰੁਜ਼ਗਾਰੀ ਹੋ ਗਈ, ਲੋਕ ਲੜ ਪਏ ਜੀ, ਪਰਿਵਾਰ ਟੁੱਟ ਗਿਆ ਜੀ, ਲਹੂ ਚਿੱਟਾ ਹੋ ਗਿਆ ਜੀ। ਮੈਨੂੰ ਸੀ ਕਿ ਅੱਜ 4-5 ਚੀਜ਼ਾਂ ਜਿਹੜੀਆਂ ਨੇ ਤੁਹਾਡੇ ਭੰਗੂ ਕੁਦਰਤੀ ਖੇਤੀ ਫਾਰਮ 'ਚ ਬਹਿ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਜਿਹੜੀਆਂ ਉਹ ਕਲੀਅਰ ਕਰ ਦਈਏ। ਮੈਂ ਕਰਮਜੀਤ ਭਾਜੀ ਨਾਲ ਵੀ ਗੱਲਬਾਤ ਕਰਨੀ 2-4-5-7 ਮਿੰਟ, ਮੈਨੂੰ ਸੀ ਵੀ ਉਹਨਾਂ ਤੋਂ ਪੁੱਛੀਏ, ਤੁਹਾਡੀ ਗੱਲਾਂ ਹੀ ਵੈਰੀਫਾਈ ਕਰਨੀਆਂ ਨਾ ਤਾਂ ਉਹ ਕਲੀਅਰ ਹੋ ਜਾਵੇ। ਪਰ ਸਾਂਝੇ ਪਰਿਵਾਰ ਲਈ ਤੁਹਾਨੂੰ ਮੁਬਾਰਕਬਾਦ ਹੈ, ਕੁਦਰਤੀ ਖੇਤੀ ਲਈ ਮੁਬਾਰਕਬਾਦ ਹੈ, ਪਰਾਲੀ ਨਹੀਂ ਸਾੜਦੇ ਮੁਬਾਰਕਬਾਦ ਹੈ। ਤੇ ਜੇ ਕੋਈ ਕਿਸਾਨ ਤੁਹਾਡੇ ਤੋਂ ਪੁੱਛਣਾ ਹੋਵੇ ਦੱਸ ਦਿਓਗੇ? ਮੈਂ ਕਿਹਾ ਜੀ ਬਹੁਤ ਕਿਸਾਨ ਆਉਂਦੇ ਜੀ, ਅਸੀਂ ਤਾਂ 4-5 ਕਿਸਾਨਾਂ ਨੂੰ ਵੇਲਣੇ ਲਵਾ ਚੁੱਕੇ ਆ ਔਰ ਇੰਨੇ ਖੁਸ਼ ਆ। ਉਹ ਤਾਂ ਇੰਨਾ ਕਿ ਮਤਲਬ ਨਾ ਕਹਿੰਦੇ ਆ ਵੀ ਮਤਲਬ ਸਾਨੂੰ ਤੁਸੀਂ ਚੰਗੇ ਪਾਸੇ ਲਾਤਾ ਜੀ। ਕੁਦਰਤੀ ਖੇਤੀ ਵਿੱਚ ਵੀ ਜੇ ਕੋਈ ਕੁਦਰਤੀ ਖੇਤੀ ਨਹੀਂ ਵੀ ਕਰਦਾ, ਕੈਮੀਕਲ ਗੰਨੇ ਦਾ ਗੋੜ ਕੱਢਦਾ ਨਾ, ਉਹਨੂੰ ਵੀ ਕਹੀਦਾ ਕਿ ਤੂੰ ਆਪਣਾ ਰੇਟ ਰੱਖ ਲੈ, ਪਰ ਕੁਆਲਿਟੀ ਤੋਂ ਇੱਧਰ ਉੱਧਰ ਨਾ ਹੋਵੀਂ। ਦੂਸਰੀ ਮੈਂ 2 ਗੱਲਾਂ ਇੱਕ ਹੋਰ ਕਹਿਣੀਆਂ। ਇੱਕ ਤਾਂ ਗੱਲ ਇਹ ਆ ਕਿ ਜਿਵੇਂ ਅਸੀਂ ਆਪਣੀ ਆਮਦਨ ਤੋਂ ਕਰਜ਼ੇ ਵੀ ਸਾਰੇ ਮੁਕਤ ਹੋ ਗਏ ਜੀ, ਮਕਾਨ ਵੀ ਬਣਾ ਲਏ। ਮੈਂ ਇੱਕ ਚੀਜ਼ ਦੱਸਣੀ ਚਾਹੁੰਦਾ ਕਿ ਜਿੱਦਾਂ ਹੁਣ ਅਸੀਂ ਇਸੇ ਖੇਤੀ ਤੋਂ ਹੀ ਅਸੀਂ 2.25 ਖੇਤ ਜ਼ਮੀਨ ਦੇ ਹੁਣ ਖਰੀਦੇ ਜਿਹੜੇ। ਠੀਕ ਹੈ ਜੀ, ਹਾਂ ਹੋਰ ਲੈ। ਹਾਂਜੀ ਹਾਂਜੀ, ਕੋਈ ਹੋਰ ਬਾਰੀ ਆਮਦਨ ਨਹੀਂ? ਕੋਈ ਨਹੀਂ ਜੀ, ਆਪਣੇ ਇਹੀ ਪੋਲਟਰੀ ਤੇ ਆਪਣਾ ਆਹ ਗੁੜ ਦਾ ਕੰਮ। ਸੋ ਸਾਡੀ ਪਲੱਸ ਹੋ ਗਈ ਹੁਣ 12 ਤੋਂ। ਬਿਲਕੁਲ ਠੀਕ ਹੈ, ਠੀਕ ਹੈ ਜੀ, 14.25 ਖੇਤ ਹੋ ਗਏ। ਦੂਸਰੀ ਗੱਲ ਮੈਂ ਦੱਸਣੀ ਚਾਹੁੰਦਾ ਆਪਣੇ ਮੰਮੀ ਡੈਡੀ ਬਾਰੇ ਕਿ ਸਾਡੇ ਡੈਡ ਜੀ ਜਿਹੜੇ ਜਦੋਂ ਸਾਡੇ ਵਿੱਚ ਸੀਗੇ ਤਾਂ ਉਹ ਕਹਿੰਦੇ ਹੁੰਦੇ ਸੀ ਕਿ ਮੈਂ ਜੀਂਦੇ ਜੀ ਬਹੁਤ ਲੋਕਾਂ ਦੇ ਵਿੱਚ ਵਿਚਰਦੇ ਸੀਗੇ, ਆਮ ਗਰੀਬ ਲੋਕਾਂ ਦੇ ਵਿੱਚ ਬਹੁਤ ਵਿਚਰਦੇ ਸੀ। ਸੋ ਉਹਨਾਂ ਨੇ ਸਰੀਰ ਦਾਨ ਕੀਤਾ ਸੀਗਾ। ਠੀਕ ਹੈ, ਮੰਮੀ ਉਹਨਾਂ ਦਾ ਵੀ ਨਾਲ ਲਿਖ ਕੇ ਦਿੱਤਾ ਸੀਗਾ ਤੇ ਆਪਣੇ ਵੀ ਉਹਨੇ ਲਿਖ ਦਿੱਤਾ ਸੀ। ਸੋ ਉਹ ਕਹਿੰਦੇ ਹੁੰਦੇ ਸੀ ਕਿ ਮੇਰੀ ਮੌਤ ਤੋਂ ਬਾਅਦ ਚ ਮੇਰਾ ਸਰੀਰ ਜਿਹੜਾ ਵਾ, ਇਹ ਜਿਹੜੇ ਡਾਕਟਰ ਕਰ ਰਹੇ ਆ ਨਾ ਬੱਚੇ ਰਿਸਰਚ ਕਰ ਰਹੇ, ਉਹ ਮੇਰੀ ਬੋਡੀ ਤੋਂ ਰਿਸਰਚ ਕਰਕੇ ਇੱਕ ਚੰਗੇ ਡਾਕਟਰ ਬਣਨ ਤੇ ਸਮਾਜ ਦੀ ਸੇਵਾ ਕਰਨ। ਠੀਕ ਹੈ। ਸੋ ਜਦੋਂ ਉਹਨਾਂ ਦੀ ਸਾਨੂੰ ਮਤਲਬ ਵਿਛੋੜਾ ਦੇ ਗਏ ਤਾਂ ਅਸੀਂ ਉਹਨਾਂ ਦੀ ਬੋਡੀ ਜਿਹੜੀ ਆ ਪੀਐਮਜੀ ਹਸਪੀਟਲ ਜਲੰਧਰ ਨੂੰ ਦੇ ਦਿੱਤੀ ਸੀਗੀ। ਠੀਕ ਹੈ। ਸੋ ਇਸ ਚੀਜ਼ ਤੋਂ ਸਾਨੂੰ ਬਹੁਤ ਜ਼ਿਆਦਾ ਇਸ ਚੀਜ਼ ਨੇ ਪ੍ਰਭਾਵਿਤ ਕੀਤਾ। ਇੱਕ ਸਾਡੇ ਫਾਦਰ ਸਾਹਿਬ ਨੇ ਬਹੁਤ ਵਧੀਆ ਕੰਮ ਇਹ ਕੀਤਾ ਜੀ। ਹਾਂਜੀ, ਨਹੀਂ ਬਹੁਤ ਚੰਗਾ ਜੀ, ਸ਼ੁਕਰੀਆ ਅਮਰਜੀਤ ਭਾਜੀ, ਮਿਹਰਬਾਨੀ। ਅਸੀਂ ਕਰਮਜੀਤ ਭਾਈ ਨੂੰ ਹਾਕ ਮਾਰਦੇ ਹਾਂ। ਹਾਂਜੀ ਠੀਕ ਹੈ, ਮਿਹਰਬਾਨੀ, ਧੰਨਵਾਦ ਜੀ ਤੁਹਾਡਾ ਇੱਥੇ ਆਉਣ ਤੇ। ਸਤਿ ਸ਼੍ਰੀ ਅਕਾਲ। ਹੁਣ ਅਮਰਜੀਤ ਭਾਜੀ ਦੇ ਭਰਾ ਸਾਹਿਬ ਨੇ ਕਰਮਜੀਤ ਭਾਜੀ, ਅਸੀਂ ਉਹਨਾਂ ਨੂੰ ਵੀ ਹਾਕ ਮਾਰਦੇ ਹਾਂ 1 ਮਿੰਟ ਦੇ ਲਈ ਕਿ ਗੱਲਾਂ ਕੁਝ ਵੈਰੀਫਾਈ ਜਿਹੜੀਆਂ ਉਹ ਕਰ ਲਈਏ। ਵੈਸੇ ਮੈਨੂੰ ਚੰਗਾ ਲੱਗਦਾ ਹੁੰਦਾ ਸਾਂਝਾ ਪਰਿਵਾਰ
ਕੁਦਰਤੀ ਖੇਤੀ, ਕਿਉਂਕਿ ਇੱਕ ਪਾਸੇ ਬਿਮਾਰੀਆਂ ਨੇ, ਦੂਜੇ ਪਾਸੇ ਬਿਮਾਰੀਆਂ ਨਾਲ ਲੜਨ ਦੇ ਲਈ ਇੱਕ ਵੱਖਰਾ ਜਿਹੜਾ ਰਾਹ ਅਪਣਾਉਣਾ। ਲੋਕ ਗੱਲਾਂ ਕਰਦੇ ਹੁੰਦੇ ਆ, ਪਰ ਕਰਦੇ ਰਹਿਣ ਦਿਓ। ਆਪਾਂ ਕਰਮਜੀਤ ਭਾਜੀ ਤੋਂ ਪੁੱਛਦੇ ਹਾਂ। ਲਓ ਜੀ, ਅਮਰਜੀਤ ਸਿੰਘ ਹੋਰਾਂ ਦੇ ਭਰਾ ਕਰਮਜੀਤ ਸਿੰਘ ਭੰਗੂ ਹੋਰੀ ਸਾਡੇ ਨਾਲ ਆ ਗਏ ਆ, ਉਹਨਾਂ ਤੋਂ ਵੀ ਥੋੜੀ ਜਿਹੀ ਗੱਲਬਾਤ ਕਰਦੇ ਹਾਂ। ਕਰਮਜੀਤ ਭਾਜੀ ਕੀ ਹਾਲ ਨੇ? ਬਸ ਵਧੀਆ ਜੀ, ਠੀਕ ਠਾਕ। ਠੀਕ ਠਾਕ ਹੋ? ਲੰਗਰ ਪਾਣੀ ਛਕਿਆ ਅੱਜ ਫਿਰ? ਹਾਂਜੀ ਹਾਂਜੀ। ਠੀਕ ਹੈ ਜੀ। ਦਾਲ ਕਾਹਦੀ ਬਣੀ ਸੀ? ਦਾਲ ਅੱਜ ਸੀਗੀ ਮਾਂ ਦੀ ਦਾਲ ਬਣੀ। ਮਾਂ ਦੀ ਦਾਲ ਬਣੀ ਸੀ। ਇਹ ਤੇ ਦਾਲ ਦੂਲ ਵੀ ਬੀਜੀ ਕਦੀ ਆਪਣੇ ਖੇਤਾਂ 'ਚ? ਹਾਂਜੀ ਹਾਂਜੀ, ਦਾਲ ਅਸੀਂ ਐਤਕੀ ਮੂੰਗੀ ਬੀਜੀ ਠੀਕ ਹੈ ਤੇ ਮਾਂ ਦੋਵਾਂ ਦੀ ਦਾਲ ਬੀਜੀ। ਠੀਕ ਹੈ ਘਰੇ ਜੀ। ਵਾਸਤੇ ਅਮਰਜੀਤ ਭਾਜੀ ਕਹਿੰਦੇ ਇਕੱਠੇ ਰਹਿੰਦੇ ਹੋ, ਸਾਂਝਾ ਪਰਿਵਾਰ ਆ। ਹਾਂਜੀ ਹਾਂਜੀ, ਮੌਜਾਂ ਕਿ ਨਹੀਂ ਮੌਜਾਂ? ਬਿਲਕੁਲ ਬਹੁਤ ਜੀ। ਮਤਲਬ ਸਾਨੂੰ ਇਕੱਠੇ ਰਹਿਣ 'ਚ ਸਾਨੂੰ ਇਹ ਮਹਿਸੂਸ ਨਹੀਂ ਹੁੰਦਾ ਕਿ ਅਸੀਂ ਕੋਈ ਗਿਆ ਕਿਤੇ ਜੀ ਤੇ ਮਗਰੋਂ ਸਾਨੂੰ ਪਤਾ ਕੰਮ ਸਾਂਭ ਲੈਣਾ, ਕੰਮ ਸਾਂਭ ਲੈਣਾ। ਠੀਕ ਹੈ ਜੀ। ਤੇ ਭਾਜੀ ਦੱਸਦੇ ਸੀ ਕਿ ਹੁਣ ਘਰ ਵੀ ਬਣਾਇਆ, ਖੇਤੀਬਾੜੀ 'ਚੋਂ ਹੀ ਬਣਾਇਆ, ਖੇਤੀ ਵੀ ਤੁਹਾਡੀ ਕੋਲ ਬਹੁਤ ਵੱਡੀ ਨਹੀਂ ਹੈਗੀ। ਹਾਂਜੀ ਹਾਂਜੀ। ਤੇ ਮੈਨੂੰ ਇਹ ਦੱਸਿਓ ਕਿ ਖੇਤੀਬਾੜੀ ਵਾਲੀ ਆਮਦਨ ਲੰਡੀਆਂ ਜੀਪਾਂ ਕਿੰਨੀਆਂ ਕੁ ਲਈਆਂ ਹੁਣ ਤੱਕ? ਕੋਈ ਕੋਈ ਲੰਡੀ ਜੀਵ ਨਹੀਂ ਸਾਡੇ ਕੋਲ ਜੀ। ਬੁਲਟ ਕਿੰਨੇ ਕਾ? ਬੁਲਟ ਹੈ ਪਰ ਉਹ ਹਿਸਾਬ ਲਾ ਲਓ ਘੱਟੋ ਘੱਟ 10 ਸਾਲ ਲੈਣ ਹੋ ਗਏ ਆ। ਠੀਕ ਹੈ ਜੀ। ਪਰ ਅਜੇ ਤੱਕ 10,000 ਕਿਲੋਮੀਟਰ ਚੱਲਿਆ ਜੀ। ਅੱਛਾ, ਬਹੁਤ ਘੱਟ। ਉਹ ਮਹੀਨੇ ਬਾਅਦ ਕਿਤੇ ਅਸੀਂ ਉਹ ਕਿਤੇ ਕੱਢਿਆ ਨਹੀਂ ਤਾਂ ਅੰਦਰ ਹੀ ਪਿਆ ਰਹਿੰਦਾ। ਠੀਕ ਹੈ ਉਹਨੂੰ ਜੀ। ਕੱਢਣ ਮਾਰੇ ਜੀ ਉਹ ਅੰਦਰ ਹੀ ਪਿਆ ਜੀ। ਠੀਕ ਹੈ ਜੀ। ਹਾਂਜੀ। ਤੇ ਜਾਣੀ ਅਮਰਜੀਤ ਭਾਜੀ ਹੁਣੀ ਦੱਸਦੇ, ਕਹਿੰਦੇ ਅੱਜ ਹੀ ਪੱਗ ਬੰਨੀ ਆ, ਉਦਾਂ ਹੀ ਕੰਮ ਦੇ ਕੱਪੜਿਆਂ 'ਚ ਹੀ ਹੁਣ। ਇਹ ਗੱਲ ਠੀਕ ਆ? ਬਿਲਕੁਲ ਜੀ ਬਿਲਕੁਲ। ਅੱਜ ਫਿਰ ਧਰਨਾ ਮੇਲ ਮਿਲਾਪ ਹੋਣਾ ਸੀਗਾ, ਮਿਲਣਾ ਸੀ ਤੇ ਚਲੋ। ਅੱਛਾ ਕਰਮਜੀਤ ਭਾਜੀ, ਹੱਥੀਂ ਕੰਮ ਕਰਦੇ ਹੋ? ਹਾਂਜੀ, ਮਤਲਬ ਅਸੀਂ ਨਾਲ ਹੋ ਕੇ ਬੰਦਿਆਂ ਦੇ ਜੀ। ਮਤਲਬ ਕਿਉਂਕਿ ਜਿਹੜਾ ਕੰਮ ਸਾਡਾ ਇਹ ਮਤਲਬ ਸਾਡੇ ਇਕੱਲਿਆਂ ਦੇ ਕਰਨ ਵਾਲਾ ਨਹੀਂ, ਹਾਂਜੀ। ਨਾਲ ਸਾਨੂੰ ਬੰਦੇ ਲੈਣੇ ਪੈਂਦੇ ਆ। ਪਰ ਅਸੀਂ ਜਿਹੜਾ ਵੀ ਕੰਮ ਕਰਨਾ ਉਹਨਾਂ ਦੇ ਨਿਗਰਾਨੀ ਹੇਠ ਸਾਡੀ ਹੇਠ ਸਾਰਾ ਹੁੰਦਾ। ਗੋਲ ਆਪ ਬਣਾਈਦਾ, ਆਪ ਪੇਸੀਆਂ ਲਾਈਦੀਆਂ ਜਿੱਦਾਂ। ਅੱਛਾ, ਆਪ ਪੇਸੀਆਂ ਲਾਉਂਦੇ ਹੋ? ਹਾਂਜੀ ਹਾਂਜੀ। ਤਾਂ ਇਦਾਂ ਤਾਂ ਨਹੀਂ ਭਾਜੀ ਹੁਣ ਪਿੱਛੋਂ ਆ ਕਹਿੰਦੇ ਯਾਰ ਪੇਸੀ ਮੋਟੀ ਲਾਤੀ ਆ? ਇਹ ਗਾਹਕ ਦੇ ਹਿਸਾਬ ਨਾਲ ਹੀ ਕਰੀ ਲਈਦੀ ਆ। ਕਈ ਗਾਹਕ ਦੇ ਹੁੰਦੇ ਕਿ ਸਾਨੂੰ ਛੋਟੀ ਚਾਹੀਦੀ ਆ, ਫਿਰ ਛੋਟੀ ਲਾ ਲਈਦੀ ਆ। ਛੋਟੀ ਲਾ ਲਈ। 3 ਜਣ ਲੱਗ ਜਾਂਦੇ ਆ। ਠੀਕ ਹੈ ਜੀ। ਤੇ ਨਹੀਂ ਤਾਂ ਨਾਰਮਲ 80 90 100 ਗ੍ਰਾਮ ਦੀ ਹੁੰਦੀ। ਪੱਛ ਪੁੱਛ ਵੀ ਲੱਗ ਜਾਂਦੇ ਆ ਗੰਨੇ ਦੇ, ਜਾਨੀ ਉਹ? ਹਾਂ, ਉਹ ਤਾਂ ਫਿਰ ਜਦੋਂ ਇਹ ਕੰਮ ਕਰਨਾ ਤੇ ਲੱਗ ਹੀ ਲੱਗ ਹੀ ਜਾਂਦੇ। ਜਾਂਦੇ ਆ। ਠੀਕ ਹੈ। ਕਈ ਵਾਰੀ ਫਿਰ ਚੁੰਬੇ 'ਚ ਅੱਗ ਵੀ ਆਪ ਝੋਕੀ ਦੀ ਆ। ਝੋਕਦੇ ਹੋ? ਹਾਂਜੀ, ਉਹ ਤਾਂ ਬੜੀ ਗਰਮੀ ਹੁੰਦੀ ਉੱਥੇ। ਸਰਦੀਆਂ ਤੇ ਮੌਜ ਹੁੰਦੀ ਹੈ। ਮੌਜ ਹੁੰਦੀ ਹੈ। ਤੇ ਜਦੋਂ ਗਰਮੀ ਆ ਜਾਂਦੀ ਉਦੋਂ ਥੋੜਾ ਸੇਕ ਲੱਗਦਾ, ਥੋੜਾ ਜਿਹਾ ਸੇਕ ਲੱਗਦਾ। ਠੀਕ ਹੈ ਜੀ। ਅੱਛਾ, ਮੈਨੂੰ ਇੱਕ ਚੀਜ਼ ਹੋਰ ਜ਼ਰੂਰ ਦੱਸਿਓ ਕਿ ਸਾਰੇ ਮਸਲੇ ਦੇ ਵਿੱਚ ਜਦੋਂ ਤੁਸੀਂ ਕੁਦਰਤੀ ਖੇਤੀ ਸ਼ੁਰੂ ਕੀਤੀ ਸੀ, ਭਾਜੀ ਹੋਰਾਂ ਨੇ ਸਾਰਾ ਕੁਝ ਦੱਸਿਆ, ਕਿਸੇ ਰਿਸ਼ਤੇਦਾਰ ਨੇ, ਕਿਸੇ ਪਿੰਡ ਵਾਲੇ ਨੇ ਕਿਹਾ ਸੀ ਯਾਰ ਕਿਹੜੇ ਯੱਬ 'ਚ ਪੈਣ ਲੱਗਿਆ, ਲਿਆਓ ਬੋਰਾ ਉੱਥੋਂ ਚੱਕ ਆ, ਪਰ ਦੇਖਿਓ ਸਵੇਰ ਨੂੰ ਕਣਕ ਹਰੀ। ਹਾਂ, ਇਹ ਤਾਂ ਹੈ ਹੀ ਆ। ਕਈਆਂ ਨੇ ਜਿੱਦਾਂ ਅਸੀਂ ਕਿਉਂਕਿ ਨਾਲ ਨੂਰ ਸਾਂਭਣਾ ਜੀ, ਥੋੜਾ ਉਹਦੇ 'ਚ ਮਤਲਬ ਦੇਖਣਾ ਨੂੰ ਦਿੱਕਤ ਲੱਗਦੀ। ਫਿਰ ਸਾਨੂੰ ਜਦੋਂ ਅਸੀਂ ਸੋਚ ਰਹੇ ਨਾ ਇਹ ਕਰਨਾ, ਵੀ ਸਾਨੂੰ ਕੋਈ ਦਿੱਕਤ ਨਹੀਂ ਲੱਗੀ। ਠੀਕ ਹੈ। ਫਿਰ ਅਸੀਂ ਮਤਲਬ ਆਪਣੇ ਹਿਸਾਬ ਨਾਲ ਆਪਣੇ ਚਾਲ 'ਚ ਹੀ ਤੁਰੇ ਗਏ, ਮਸਤ ਚਾਲ ਤੇ ਆਪਣੇ। ਹਾਂਜੀ। ਕਿਸੇ ਤੇ ਚਲੋ ਇਹ ਤਾਂ ਮੰਨ ਲਿਆ ਕਿ ਤੁਸੀਂ ਗੁੜ ਦੇਸੀ ਖਾ ਲੈਂਦੇ ਹੋ। ਹਾਂਜੀ। ਤੁਸੀਂ ਕਣਕ ਆਪਣੇ ਲਈ ਦੇਸੀ ਬੀਜ ਲੈਂਦੇ ਹੋ। ਸਬਜ਼ੀ ਦਾ ਫਿਰ ਭਾਈ ਤੋਂ ਹੀ ਲੈਂਦੇ ਹੋਣੇ, ਉਹਦੇ ਵਿੱਚ ਤਾਂ ਬਤਾਉਂ ਜੀ ਭਾਵੇਂ ਟੀਕਾ ਲੱਗਾ ਹੋਵੇ। ਨਹੀਂ ਜੀ, ਸਬਜ਼ੀ ਤਾਂ ਅਸੀਂ ਹੁਣ 2 ਵਾਰੀ ਸਾਗ ਆਪਣਾ ਹੀ ਬਣਾਇਆ ਸੀ, ਆਪਣਾ ਖਾ ਚੁੱਕੇ ਹਾਂ ਜੀ ਇਸ ਟਾਈਮ ਗਰਮੀਆਂ ਨੂੰ। ਹਾਂਜੀ। ਹੁਣ ਅਸੀਂ ਬੀਜ ਲਿਆ ਸੀਗਾ। ਅੱਛਾ। ਤੇ ਹੁਣ ਵੀ ਸਾਡੀ ਸਬਜ਼ੀ ਲਗਭਗ ਅੱਧੀ ਸਬਜ਼ੀ ਕਹ ਲਓ ਤਿਆਰ ਆ। ਮੂਲੀਆਂ ਬਾਣੀਆਂ ਜਿੱਦਾਂ ਹੋ ਗਈਆਂ। ਅੱਛਾ, ਹੋ ਗਈਆਂ ਸ਼ਲਗਮ ਤਿਆਰ, ਛੋਟੇ ਛੋਟੇ ਹੋ ਗਏ ਜੀ। ਆਪਣੇ ਘਰ ਦੀ ਹੁੰਦੀ, ਆਪਣੇ ਘਰ ਦੀ ਹੁੰਦੀ ਸੀ। ਤੇ ਭਾਈਆਂ ਦਾ ਦਬਕਾ ਤਾਂ ਨਹੀਂ ਮਾਰਿਆ? ਕਹਿੰਦੇ ਸਾਡਾ ਛੋਟਾ ਸੀ, ਉਦੋਂ ਛੋਟਾ ਸੀ, ਯਾਨੀ ਕਿ ਗੱਲ ਉਹ ਕਹਿੰਦੇ ਜੀ ਅਸੀਂ ਗੱਲ ਇੱਕ ਦੂਜੇ ਦੀ ਮੰਨ ਐਂ ਕਿਦਾਂ ਗੱਲ ਮੰਨ ਲਈ? ਅਸੀਂ ਪੰਜਾਬੀ ਤਾਂ ਸਿਰਫ ਸਾਈ ਦਾ ਪੂਰਾ ਇੱਕ ਦੂਜੇ ਨਾਲ। ਨਹੀਂ ਨਹੀਂ, ਕਦੀ ਇਹੋ ਜੀ ਉਦਾਂ ਕਈ ਵਾਰੀ ਮਾੜਾ ਮੋਟਾ ਕੰਮ ਜਿੱਦਾਂ ਕੋਈ ਕੰਮ ਆਪਾਂ ਕਰਨਾ, ਹਾਂਜੀ, ਤੇ ਉਹਦੇ 'ਚ ਮਾੜਾ ਮੋਟਾ ਹੋ ਜਾਂਦਾ ਕਿ ਨਹੀਂ ਆਹ ਕੰਮ ਮੈਂ ਕਰ ਲਈਏ, ਇਹ ਦੂਸਰਾ। ਪਰ ਉਹ ਕੋਈ ਸਲਾਹ ਨਾਲ ਅਸੀਂ ਕੰਮ ਕਰ ਲਈਦਾ ਕਿ ਨਹੀਂ ਆਹ ਠੀਕ ਆ, ਫਿਰ ਇਦਾਂ ਹੀ ਕਰ ਲੈਂਦੇ, ਇਦਾਂ ਸਲਾਹ ਨਾਲ ਕਰ ਲਈਦਾ। ਨਹੀਂ ਠੀਕ ਹੈ। ਤੇ ਨਾਰਮਲੀ ਕਿੰਨਾ ਆਮ ਤੌਰ ਤੇ ਨਾ ਮੈਨੂੰ ਐ ਲੱਗਦਾ ਹੁੰਦਾ ਕਿ ਖਰਚੇ ਤਾਂ ਬਹੁਤੇ ਦਿਖਾਵੇ ਦੇ ਹੀ ਨੇ। ਹਾਂਜੀ। ਵਿਆਹ ਵੀ ਉਹਦੇ ਕੀਤਾ ਫਿਰ ਠੋਕ ਕੇ ਖਰਚ ਦੋਨਾਂ ਭਰਾਵਾਂ ਨੇ ਜਾਣੀ ਐਨ ਬੰਬ ਬੁਲਾਤੇ ਸਾਰੇ ਪਿੰਡਾਂ 'ਚ? ਨਹੀਂ ਜੀ ਨਹੀਂ, ਅਸੀਂ ਮਤਲਬ ਕਹਿ ਲਓ ਵੀ ਸਾਡੇ ਦੋਵਾਂ ਦਾ ਵਿਆਹ ਜਿਹੜੇ ਸਾਦੇ ਹੋਏ। ਸਾਦੇ ਕਿਵੇਂ? ਅਸੀਂ ਨਾ ਤਾਂ ਉਹਨਾਂ ਕੋਲ ਕੁਛ ਲਿਆ। ਠੀਕ ਹੈ। ਮਤਲਬ ਹਾਰਾਂ ਨਾਲ ਮਿਲਣੀਆਂ ਹੋਈਆਂ ਸਾਡੀਆਂ। ਠੀਕ ਹੈ। ਤੇ ਹਾਰਾਂ ਨਾਲ ਹੀ ਵਿਆਹ ਹੋਏ ਸਾਰੇ, ਨਾ ਕੁਛ ਪੈਸਾ ਲਿਆ, ਨਾ ਅਸੀਂ ਤੇ ਜਿਹੜੇ ਨਹੀਂ ਸ਼ਗਨ ਪਾਉਂਦੇ ਨੇ ਉੱਪਰ ਦੀ, ਉਹ ਵੀ ਨਹੀਂ ਪਾਇਆ। ਕਿ 500 ਬੰਦਾ ਸੀ ਬਰਾਤ 'ਚ? ਨਹੀਂ, ਭਾਜੀ ਵਾਰੀ ਤਾਂ ਥੋੜੇ ਸੀ, ਮੇਰੇ ਵਾਲੇ ਥੋੜੇ ਹੈਗੇ ਸੀ। ਠੀਕ ਹੈ। ਕਿਉਂਕਿ ਅੱਗੇ ਉਹ ਕਹਿੰਦੇ ਸੀ ਨਹੀਂ ਬਰਾਤ ਲੈ ਕੇ ਆਓ। ਆਪੇ ਹੋਰ ਕੁਝ ਲੈਣਾ ਤੇ ਬਰਾਤ ਲੈ ਕੇ। ਭਾਜੀ ਵਾਰੀ ਕਿੰਨੇ ਕੁ ਸੀ? ਭਾਜੀ ਵਾਰ ਤਾਂ ਅਸੀਂ ਪਰਿਵਾਰ ਦੇ ਮੈਂਬਰ ਸੀ, ਮੇਰੇ ਖਿਆਲ 10-12 ਜਾਵੇਂ ਹੋਊਗਾ ਸਾਰੇ। ਹਾਂਜੀ ਹਾਂਜੀ। ਠੀਕ ਹੈ ਜੀ। ਕੰਮ ਤੁਸੀਂ ਵੈਸੇ ਲੈਦਾ ਹੀ ਕਰਦੇ ਹੋ? ਹਾਂਜੀ ਹਾਂਜੀ। ਖੇਤੀਬਾੜੀ ਤੋਂ ਸੰਤੁਸ਼ਟ ਹੋ? ਬਿਲਕੁਲ ਜੀ ਬਿਲਕੁਲ, ਪੂਰੇ ਸੰਤੁਸ਼ਟ ਹੋ? ਬਿਲਕੁਲ ਪੂਰਾ ਸੰਤੁਸ਼ਟ। ਤੇ ਜੇ ਪੰਜਾਬ ਦਾ ਕੋਈ ਹੋਰ 5-6 ਖੇਤਾਂ ਵਾਲਾ, 4 ਖੇਤਾਂ ਵਾਲਾ, 4 ਏਕੜ ਜਿਹਦੇ ਕੋਲੇ ਜ਼ਮੀਨ ਆ, ਉਹ ਬੰਦਾ ਚਾਹੇ ਮੈਂ ਕੁਦਰਤੀ ਖੇਤੀ ਵੀ ਕਰਨੀ ਆ, ਮੈਂ ਵਾਤਾਵਰਣ ਬਚਾਉਣਾ, ਮੈਂ ਬਿਮਾਰੀਆਂ ਤੋਂ ਪੰਜਾਬ ਨੂੰ ਬਚਾਉਣਾ, ਰੋਟੀ ਖਾ ਸਕਦਾ? ਬਿਲਕੁਲ ਜੀ ਬਿਲਕੁਲ। ਅਸੀਂ ਤੇ ਸਗੋਂ ਸਾਨੂੰ ਤੇ ਖੁਸ਼ੀ ਹੁੰਦੀ ਜਦੋਂ ਕੋਈ ਆਉਂਦਾ ਨਾ ਕਿ ਇਸ ਕੰਮ ਵਾਸਤੇ ਵੀ ਮੈਂ ਕੁਦਰਤੀ ਖੇਤੀ, ਸਾਨੂੰ ਬੜਾ ਚਾਅ ਚੜਦਾ ਕਿ ਸਾਡੇ ਨਾਲ ਇੱਕ ਪਰਿਵਾਰ ਦਾ ਮੈਂਬਰ ਹੋਰ ਜੁੜ ਗਿਆ। ਤੇ ਅਸੀਂ ਉਹਨੂੰ ਇਹ ਵੀ ਕਹੀਦਾ ਸਾਡਾ ਫੋਨ 24 ਘੰਟੇ ਕਦੀ ਸਵਿਚ ਆਫ ਨਹੀਂ ਕੀਤਾ। ਠੀਕ ਹੈ। ਤੁਸੀਂ ਰਾਤ ਨੂੰ ਵੀ ਕਰ ਲਓ ਸਾਡੇ ਨਾਲ, ਕਿਉਂਕਿ ਜਦੋਂ ਅਸੀਂ ਸ਼ੁਰੂ ਕੀਤਾ ਸੀ ਨਾ ਉਦੋਂ ਸਾਨੂੰ ਕੋਈ ਦੱਸਣ ਵਾਲਾ ਨਹੀਂ ਸੀ। ਠੀਕ ਹੈ। ਕਹਿ ਲਓ ਵੀ ਅਸੀਂ ਬਿਨਾਂ ਟੀਚਰ ਤੋਂ ਸਟੂਡੈਂਟ ਸੀ ਜਿਹੜੇ ਭਟਕਦੇ ਫਿਰਦੇ ਸੀ। ਤੇ ਹੁਣ ਤਾਂ ਅਸੀਂ ਕੀ ਪੰਜਾਬ 'ਚ ਕਾਫੀ ਜਿਹੜੇ ਦੱਸਣ ਵਾਲੇ ਵੀ ਹੈਗੇ ਆ ਕਿ ਤੁਸੀਂ ਇੱਦਾਂ ਕਰ ਸਕਦੇ ਆ। ਪਰ ਸਾਡੇ ਸਮੇਂ ਉਦੋਂ ਅਸੀਂ
ਥੋੜਾ ਸਟਰਗਲ ਕੀਤੀ ਸੀ, ਜੀ। ਪਰ ਅੱਜ ਅਸੀਂ ਕਹਿੰਦੇ ਆ ਕਿ ਜੇ ਕੋਈ ਇਸ ਬੰਨੇ ਆਏਗਾ ਨਾ ਤੇ ਉਹਨੂੰ ਅਸੀਂ ਘਾਟਾ ਨਹੀਂ ਪੈਣ ਦਿੰਦੇ। ਘਾਟਾ ਨਹੀਂ ਪੈਣ ਦਿੰਦੇ। ਹਾਂਜੀ ਠੀਕ ਹੈ ਜੀ। ਕਿ ਪਰ ਇਹ ਆਵੇ ਸੱਚੇ ਮਨੋਂ, ਇਹ ਸੋਚ ਕੇ ਨਾ ਆਵੇ ਕਿ ਮੈਂ ਪੈਸੇ ਕਮਾਉਣੇ ਆ, ਇਹ ਸੋਚ ਕੇ ਆਵੇ ਕਿ ਮੈਂ ਆਪਣੀ ਸਿਹਤ ਤੇ ਲੋਕਾਂ ਦੀ ਸਿਹਤ ਵਧੀਆ ਰੱਖਣੀ ਆ ਜਾਂ ਵਾਤਾਵਰਨ ਬਚਾਉਣਾ। ਇਸ ਲਈ ਤੁਹਾਡੇ ਗੁੜਨਾ ਚਾਹ ਖਰਾਬ ਹੋ ਜਾਂਦੀ ਹੈ? ਨਹੀਂ ਬਿਲਕੁਲ ਨਹੀਂ, ਜਿੰਨਾ ਮਰਜ਼ੀ ਤੁਸੀਂ ਉਹਨੂੰ ਜਿੰਨੀ ਦੇਰ ਤੁਹਾਡੀ ਕੀ ਕਹਿੰਦੇ ਗੈਸ ਇਜਾਜ਼ਤ ਦਿੰਦੀ ਵਾਲੀ ਜਾਓ ਦੁੱਧ ਪਾ ਕੇ। ਠੀਕ ਹੈ ਜੀ। ਕਦੀ ਨਹੀਂ ਫਟੇਗੀ ਚਾਹ, ਕਦੀ ਨਹੀਂ ਫਟੂਗੀ, ਯਾਨੀ ਕੁਦਰਤੀ ਖੇਤੀ ਨਾਲ ਗੰਨਾ ਹੁੰਦਾ। ਤੇ ਕਿੰਨੇ ਕੁ ਮਹੀਨਿਆਂ 'ਚ ਖਰਾਬ ਹੋ ਜਾਂਦਾ? ਮੈਂ ਕਿਹਾ ਜੀ ਸਾਡੇ ਕੋਲ ਗੁੜ ਸ਼ਾਇਦ 2010-12 ਦਾ ਪਿਆ ਥੋੜਾ ਜਿਹਾ। ਅੱਛਾ। ਹਾਂਜੀ ਫਿਰ 16-17 ਦਾ ਇੱਕ ਥੋੜਾ ਜਿਹਾ ਪਿਆ ਆ, ਉਹ ਸਿਰਫ ਕਹਿੰਦੇ 20 ਸਾਲ ਬਾਅਦ ਦਵਾਈ ਬਣ ਜਾਂਦੀ ਸੀ, ਰੱਖ ਲਿਆ ਸੀ। ਅੱਛਾ। ਤੇ ਉਹ ਕੱਚੇ ਦੇ ਮਰਦਵਾਨਾਂ 'ਚ ਪਾ ਕੇ ਰੱਖਿਆ ਆ। ਅਜੇ ਵੀ ਹੈਗਾ? ਮਤਲਬ ਹਾਂ, ਇਹਦੀ ਲਾਈਫ ਤਾਂ ਤੁਸੀਂ ਸਾਂਭਣ ਦਾ ਤਰੀਕਾ ਥੋੜਾ ਚਾਹੀਦਾ, ਪਹਿਲਾਂ ਤਾਂ ਬਣਿਆ ਵਧੀਆ ਹੋਵੇ ਜੀ, ਤੇ ਮੁੜ ਕੇ ਸਾਂਭਣ ਦਾ ਤਰੀਕਾ ਚਾਹੀਦਾ। ਨਹੀਂ ਸਾਂਭਣ ਤੋਂ ਭਾਵ ਹੁਣ ਕਿੱਦਾਂ? ਮੰਨ ਲਓ ਮੈਂ ਇੱਕ ਟੋਕਰਾ ਧੜ ਤੋਂ ਲੈ ਗਿਆ ਗੁੜ ਦਾ, ਕਿੱਦਾਂ ਸਾਂਭਾਂ? ਕਈ ਵਾਰ ਇਦਾਂ ਹੁੰਦਾ ਕਿ ਜਦੋਂ ਤਾਜ਼ਾ ਲੈ ਕੇ ਜਾਂਦੇ ਆਪਾਂ, ਜਦੋਂ ਆਪਾਂ ਮਾਰਚ ਅਪ੍ਰੈਲ 'ਚ ਖੜਦੇ ਆ ਤੇ ਆਪਾਂ ਉਹਨੂੰ ਜਾ ਕੇ 에ਅਰ ਟਾਈਟ ਕਰ ਦਈਦਾ। ਠੀਕ ਹੈ। ਉਹਨੂੰ 에ਅਰ ਟਾਈਟ ਨਹੀਂ ਕਰਨਾ, ਘੱਟੋ ਘੱਟ 20-25 ਦਿਨ ਓਪਨ ਰੱਖੋ, ਟੋਕਰੇ 'ਚ ਪਾ ਲਓ। ਠੀਕ ਹੈ ਜੀ। ਉਹਦੀ ਚਾਂਗੇ ਢੱਕਿਆ ਹੋਵੇ ਉਦਾਂ ਕੱਪੜੇ ਨਾਲ, ਉਹਦੀ ਭੜਾਸ ਨਿਕਲ ਜਾਏ। 20-25 ਦਿਨ ਉਹਨੂੰ ਬਾਅਦ ਇੱਕ ਹਲਕੀ ਧੁੱਪ ਲਓ, 2 ਘੰਟੇ ਠੰਡਾ ਕਰੋ, ਸ਼ਾਮ ਨੂੰ ਰਾਤ ਨੂੰ ਰੱਖ ਦਿਓ, ਸਵੇਰ ਉਹਨੂੰ 에ਅਰ ਟਾਈਟ ਕਰ ਦਿਓ। ਭਾਵੇਂ ਉਹਦੇ 10 ਸਾਲ ਕੱਢ ਲਓ, 20 ਸਾਲ, ਜਿੰਨੇ ਸਾਲ ਮਰਜ਼ੀ ਕੱਢ ਲਓ। ਜਦੋਂ ਤੁਹਾਡੇ ਕੋਲ ਗੁੜ ਲੈਣਾ ਉਹ ਦੱਸ ਦਿੰਦੇ ਹੋ ਗੱਲਾਂ 'ਚ ਪੁੱਛੇ ਤਾਂ ਕੋਈ? ਹਾਂਜੀ ਲਗਭਗ 10 ਹੀ ਦੇਈਦੀਆਂ, ਕਿਸੇ ਕੋ ਰਹਿ ਵੀ ਜਾਂਦੀਆਂ ਜੀ। ਤੇ ਕਈ ਵਾਰ ਅਸੀਂ ਆਪ ਸਾਂਭਣ ਦੁੱਖ ਆਪਣਾ ਗੁੜ ਕਈ ਵਾਰ ਮਾੜਾ ਮੋਟਾ ਖਰਾਬ ਹੋ ਜਾਂਦਾ। ਅੱਛਾ। ਜੇ ਪਿਆਰ ਹੈ, ਜੇ ਸਾਡੇ ਕੋਲ ਟਾਈਮ ਨਹੀਂ ਲੱਗਾ, ਸਾਂਭ ਨਹੀਂ ਹੋਇਆ ਤੇ ਸਾਡਾ ਵੀ ਹੋ ਜਾਂਦਾ। ਨਹੀਂ ਠੀਕ ਹੈ ਜੀ। ਮਤਲਬ ਉਦਾਂ ਅਸੀਂ ਬਣਵਾਈ 'ਚ ਸਾਡਾ ਗੁੜ ਨਹੀਂ ਖਰਾਬ ਹੁੰਦਾ ਜੇ ਸਾਂਭਿਆ ਜਾਵੇ। ਜੇ ਸਾਂਭਿਆ ਜਾਵੇ ਤਾਂ ਫਿਰ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ। ਅੱਛਾ, ਇੱਕੋ ਹੀ ਮੈਂ ਆਖਰੀ ਗੱਲ ਹੋਰ ਪੁੱਛਣੀ ਹੈ ਕਿ ਨਿੱਕੇ ਨਿਆਣੇ ਮਾੜਾ ਮੋਟਾ ਕੰਮ ਨਾਲ ਲਾਉਨੇ ਆ ਕਿ ਉਹਨਾਂ ਨੂੰ ਬੈੱਡ ਪਲੰਘ ਤੇ ਰੱਖਦੇ ਹੋ? ਨਹੀਂ, ਉਹ ਜਿੱਦਾਂ ਸਾਡੇ ਨਾਲ ਜਦੋਂ ਅਸੀਂ ਸਬਜ਼ੀ ਲਾਉਣੀ ਹੁੰਦੀ ਉਹਨਾਂ ਨਾਲ ਲਾਈਦਾ, ਯਾਰ ਮੂਲੀਆਂ ਬਣੇ ਚੋਕ ਦਿਓ ਤੇ ਉਹਨੂੰ ਨਾਲ ਲਾ ਲਈਦਾ, ਮਾੜਾ ਮੋਟਾ ਉਹਨਾਂ ਨੂੰ ਗੰਨੇ ਕਈ ਵਾਰੀ ਲਾਉਣ ਲਾ ਲਈਦਾ। ਠੀਕ ਹੈ ਜੀ। ਗੁੜ ਵਾਲੇ ਆਏ ਲੈਣ ਤੇ ਨਾਲ ਡੱਬੇ ਭਰਨੇ ਹੁੰਦੇ ਆ, ਨਾਲ ਭਰੋ, ਡੱਬੇ ਬਣਾਓ, ਤੇ ਨਿੱਕੇ ਮੋਟੇ ਕੰਮ ਉਹਨਾਂ ਨਾਲ ਲਾਈਦਾ। ਕਦੀ ਵਿਦੇਸ਼ 'ਚੋਂ ਵੀ ਕਿਸੇ ਨੇ ਗੁੜ ਲਿਆ ਤੁਹਾਡੇ ਤੋਂ? ਬਹੁਤ, ਮੇਰੇ ਖਿਆਲ ਹੈ ਕਿ ਸਾਡੇ ਕੋਲ ਦੇ ਨਹੀਂ ਹੁੰਦਾ ਤੇ ਉਹ ਪੈਸੇ ਸਾਨੂੰ ਐਡਵਾਂਸ ਹੀ ਪਾ ਦਿੰਦੇ ਆ। ਅਜੇ ਵੀ ਪੈਸੇ ਸਾਡੇ ਪਿਛਲੇ ਸਾਲ ਦੇ ਆਏ, ਗੁੜ ਨਹੀਂ ਦੇ ਹੋਇਆ। ਅੱਛਾ। ਤੇ ਗੁੜ ਖਤਮ ਹੋ ਗਿਆ, ਉਹ ਕਹਿੰਦੇ ਪੈਸੇ ਕੋਈ ਨਹੀਂ, ਅਗਲੀ ਵਾਰ ਕਰ ਲਾਂਗੇ। ਅਮਰੀਕਾ ਕੈਨੇਡਾ ਸਭ ਚੱਲਦਾ? ਬਿਲਕੁਲ, ਹਾਂਜੀ। ਕੋਰੀਅਰ ਕਰ ਦਈਦਾ। ਆਸਟ੍ਰੇਲੀਆ ਤੋਂ ਵੀ ਆਉਂਦੇ ਕੋਈ ਬੰਦੇ? ਹਾਂਜੀ, ਕੋਰੀਅਰ ਕਰ ਦਈਦਾ। ਕੋਰੀਅਰ ਕਰ ਦਿੰਦੇ ਹੋ? ਆਸਟ੍ਰੇਲੀਆ ਥੋੜਾ ਔਖਾ ਆ। ਅੱਛਾ। ਉੱਥੇ ਫੂਡ ਵਾਲੀ ਜਿਹੜੀ ਚੀਜ਼ ਹੈ ਨਾ ਉਹ ਜਾਂਦੀ ਨਹੀਂ। ਠੀਕ ਹੈ। ਸਾਡੀ ਉੱਥੇ ਹਲਦੀ ਵੀ ਨਹੀਂ ਗਈ, ਮੋੜ ਆਈ ਸੀ ਜੀ, ਤੇ ਗੁੜ ਵੀ ਮੈਂ ਖਿਆਲ ਉੱਥੇ ਨਹੀਂ ਜਾਂਦਾ, ਯਾਨੀ ਕਰੋਨਾ ਤੋਂ ਬਾਅਦ। ਪਹਿਲਾਂ ਠੀਕ ਸੀ, ਜਾਂਦਾ ਸੀ। ਚਲੋ ਠੀਕ ਹੈ ਕਰਮਜੀਤ ਭਾਜੀ, ਤੁਸੀਂ ਜੁੜੇ, ਤੁਹਾਡਾ ਬਹੁਤ ਧੰਨਵਾਦ ਜੀ, ਚੰਗਾ ਲੱਗਾ ਤੁਹਾਡਾ ਜੀ। ਪ੍ਰਾਈਮ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ, ਮਿਹਰਬਾਨੀ ਆਏ ਸਾਡੇ ਕੋਲ, ਸ਼ੁਕਰੀਆ ਜੀ। ਲਓ ਜੀ, ਭੰਗੂ ਭਰਾਵਾਂ ਦੇ ਨਾਲ ਤਾਂ ਆਪਾਂ ਗੱਲਬਾਤ ਕੀਤੀ ਸੀ ਕਰਮਜੀਤ ਸਿੰਘ ਤੇ ਅਮਰਜੀਤ ਸਿੰਘ ਹੋਰਾਂ ਦੇ ਨਾਲ, ਤੇ ਉਹ ਕਹਿੰਦੇ ਸੀ ਕਿ ਬਹੁਤ ਸਾਰੀਆਂ ਗੱਲਾਂ ਬਾਤਾਂ ਉਹਨਾਂ ਨੇ ਦੱਸੀਆਂ। ਮੈਨੂੰ ਸੀ ਕਾਊਂਟਰ ਸਾਈਨ ਕਰਾ ਲਈ ਹੈ। ਦੁਆਬਾ ਪੱਤਰਕਾਰ ਮੰਚ ਭੋਗਪੁਰ ਦੇ ਪ੍ਰਧਾਨ ਨੇ ਪ੍ਰਿੰਸੀਪਲ ਬਲਵਿੰਦਰ ਸਿੰਘ ਭੰਗੂ ਸਾਹਿਬ, ਇਸੇ ਪਿੰਡ ਦੇ ਨਾਲ ਸੰਬੰਧ ਰੱਖਦੇ ਆ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪਹਿਲਾਂ ਤਾਂ। ਭਾਜੀ ਤੁਹਾਡੇ ਪਿੰਡ ਦੇ ਹੀ ਨੇ ਸੱਜਣ, ਤੁਸੀਂ ਤਾਂ ਹੁਣ ਚਲੋ ਭੋਗਪੁਰ ਰਹਿਣ ਲੱਗ ਗਏ। ਉਹ ਕਹਿੰਦੇ ਜੀ ਅਸੀਂ ਸਾਂਝੇ ਪਰਿਵਾਰ 'ਚ ਰਹਿੰਦੇ, ਅਸੀਂ ਕੁਦਰਤੀ ਖੇਤੀ ਕਰਦੇ, ਅਸੀਂ ਖਾਦ ਨਹੀਂ ਪਾਉਂਦੇ, ਅਸੀਂ ਪਰਾਲੀ ਨੂੰ ਅੱਗ ਨਹੀਂ ਲਾਉਂਦੇ, ਸਾਡੀ ਫਸਲ ਉਹ ਕਹਿੰਦੇ ਜੀ ਇੱਥੋਂ ਘਰੋਂ ਵਿਕ ਜਾਂਦੀ ਹੈ, ਜਦ ਕਿ ਫਸਲ ਤਾਂ ਵਿਕਦੀ ਹੋਈ ਨਹੀਂ ਕਿਤੇ। ਇਹਨਾਂ ਦੇ ਵਿੱਚੋਂ ਕਿਹੜੀ ਗੱਲ ਗਲਤ ਹੈ? ਜੋ ਇਹ ਗੱਲ ਕਹੀ ਆ, ਮੈਂ ਵੀ ਇੱਥੋਂ ਗੁੜ ਲੈ ਕੇ ਜਾਂਦਾ। ਅੱਛਾ। ਤੇ ਬਾਕੀ ਸੱਜਣਾ ਮਿੱਤਰਾਂ ਨੂੰ ਲੈ ਕੇ ਦੇਈਦਾ। ਤੇ ਇੱਥੇ ਬੈਠਿਆਂ ਮੇਰੇ ਹੁੰਦਿਆਂ 5-4 ਗਾਹਕ ਇਹਨਾਂ ਦੇ ਆ ਜਾਂਦੇ। ਠੀਕ ਹੈ। ਮਤਲਬ ਕਈ ਵਾਰੀ ਇਹਨਾਂ ਦੇ ਕੋਲ ਗੁੜ ਨਹੀਂ ਹੁੰਦਾ। ਪਿਛਲੀ ਵਾਰੀ ਮੈਂ ਆਇਆ, ਮੈਨੂੰ ਨਹੀਂ ਮਿਲਿਆ। ਅੱਛਾ। ਕਹਿੰਦੇ ਨਾ ਇਹਨਾਂ ਦੇ ਕੋਲੋਂ ਗੁੜ ਮੈਂ ਚੰਡੀਗੜ੍ਹ ਭੇਜਣਾ ਸੀ ਤੇ ਗੁੜ ਨਹੀਂ ਮਿਲਿਆ ਆਪਾਂ ਨੂੰ। ਠੀਕ ਹੈ। ਸੋ ਕਹਿੰਦੇ ਇਹਨਾਂ ਦੇ ਖੇਤੀ ਜਿਹੜੀ ਆ, ਕਣਕ ਵੀ ਜਿਹੜੀ ਆ ਉਹ ਵੀ ਬੁੱਕ ਹੋ ਜਾਂਦੀ ਪਹਿਲਾਂ ਹੀ। ਅੱਛਾ, ਇੱਥੋਂ ਘਰੋਂ ਲੈ ਜਾਂਦੇ ਆ? ਘਰੋਂ ਲੈ ਜਾਂਦੇ ਆ ਕੇ। ਕਈ ਵਾਰੀ ਇਹਨਾਂ ਟੀਵੀ ਤੇ ਜਾਂ ਕੋਈ ਐਡਰੈਸ ਲੈ ਕੇ, ਮੈਂ ਵੀ 1-2 ਵਾਰੀ ਆਇਆ ਇਹਨਾਂ ਦੇ ਕੋਲ। ਕੋਈ ਅਫਸਰ ਜਿਹੜੇ ਆ ਉਹ ਵੀ ਮੈਨੂੰ ਕਹਿ ਦਿੰਦੇ ਕਿ ਸਾਨੂੰ ਇਹ ਚੀਜ਼ਾਂ ਦਿਓ। ਠੀਕ ਹੈ। ਤੇ ਇਹ ਜੋ ਇਹਨਾਂ ਨੇ ਗੱਲ ਕਹੀ ਆ 100% ਠੀਕ ਆ। ਪਰਿਵਾਰ ਸਾਂਝਾ, ਪਰਿਵਾਰ ਇਹਨਾਂ ਦਾ ਦੋਵੇਂ ਭਰਾ ਸਾਂਝੇ ਆ, ਬਹੁਤ ਪਿਆਰ ਆ ਜੀ। ਇਹ ਜਿਹੜਾ ਨਿੱਕਾ ਕਰਮਜੀਤ ਆ, ਇਹ ਬਹੁਤਾ ਇੱਥੇ ਕਰਦਾ ਕੰਮ, ਤੇ ਜਿਹੜਾ ਅਮਰਜੀਤ ਆ ਇਹ ਥੋੜਾ ਸਿਆਸੀ ਪਿਆਰ ਰੱਖਦਾ ਹੈ। ਅੱਛਾ, ਠੀਕ ਹੈ ਜੀ। ਅੱਛਾ, ਇੱਕ ਗੱਲ ਮੈਨੂੰ ਭਾਜੀ ਹੋਰ ਦੱਸਿਓ, ਬਾਕੀ ਸਾਰੀਆਂ ਗੱਲਾਂ ਮੰਨ ਲਈਆਂ, ਸਾਂਝਾ ਪਰਿਵਾਰ ਰਹਿੰਦਾ, ਲੋਕਾਂ ਨੂੰ ਨਜ਼ਰ ਆਉਂਦਾ ਹੈ, ਖਾਦ ਨਹੀਂ ਪਾਉਂਦੇ, ਦੇਸੀ ਖੇਤੀ ਕਰਦੇ ਨਜ਼ਰ ਆਉਂਦਾ ਹੈ। ਉਹ ਕਹਿੰਦੇ ਅਸੀਂ ਹੱਥੀਂ ਕੰਮ ਕਰਦੇ ਹਾਂ। ਨਹੀਂ, ਹੱਥੀਂ ਕੰਮ ਤੇ ਕਿ ਬਾੜ ਸਾਹਿਬ ਨੇ ਦੇਖਿਆ ਕਿ ਇਹ ਜਿਹੜਾ ਜਿੱਥੇ ਆਪਾਂ ਬੈਠੇ ਆ, ਜੋ ਇਹਨਾਂ ਦੀ ਜ਼ਮੀਨ ਸੀ, ਇੱਥੇ ਰੇਤਾ ਸੀ ਪੂਰਾ ਜੀ, ਕਾਈ ਸੀ, ਤੇ ਇਹਨਾਂ ਨੇ ਪਹਿਲਾਂ ਜ਼ਮੀਨ ਬਣਾਈ। ਠੀਕ ਹੈ। ਤੇ ਉਹ ਹੱਥੀਂ ਕੰਮ ਕੀਤਾ ਤਾਂ ਬਿਨਾਂ ਬਣਨੀ ਨਹੀਂ। ਫਿਰ ਇਹਨਾਂ ਨੇ ਮੁਰਗੀਖਾਨਾ ਛੋਟਾ ਬਣਾਇਆ ਜੀ, ਤੇ ਉਸ ਤੋਂ ਬਾਅਦ ਉਹਨਾਂ ਲਾਸਕੇ ਤੇ ਬਣਾਇਆ। ਫਿਰ ਇਹਨਾਂ ਨੇ ਗੁੜ ਜਿਹੜਾ ਆਪਣਾ ਕੱਢਣਾ ਸ਼ੁਰੂ ਕੀਤਾ। ਠੀਕ ਹੈ। ਉਹ ਦੇਖਿਆ ਕਈ ਵਾਰੀ ਕਿ ਇਹ ਜਿਹੜੇ ਲੋਕ ਬਹੁਤ ਇਹਨਾਂ ਕੋਲ ਗੁੜ ਮੁੱਕਿਆ ਹੁੰਦਾ, ਗਾਹਕ ਉਹਨੇ ਜ਼ਿਆਦਾ ਹੁੰਦੇ। ਠੀਕ ਹੈ ਭੰਗੂ ਸਾਹਿਬ, ਮੈਨੂੰ ਸਿਰਫ ਇਹ ਸੀ ਕਿ ਤੁਹਾਡੇ ਤੋਂ ਕਾਊਂਟਰ ਸਾਈਨ ਜ਼ਰੂਰ ਕਰਾ ਲਵਾਂ ਕਿ ਜਿਹੜੀਆਂ ਗੱਲਾਂ ਬਾਤਾਂ ਜਿਹੜੀਆਂ ਕਹੀਆਂ ਗਈਆਂ ਇੱਥੇ, ਉਹ ਠੀਕ ਹੈ ਕਿ ਨਹੀਂ। ਜੇ ਕੋਈ ਆਉਂਦਾ ਜਾਂਦਾ, ਮੰਨ ਲਓ ਤੁਹਾਡਾ ਕੋਈ ਰਿਸ਼ਤੇਦਾਰ ਤੁਹਾਨੂੰ ਕਹਿੰਦਾ ਕਿ ਮੈਂ ਜੀ ਹੁਣ ਖੇਤੀ 'ਚੋਂ ਬਚਦਾ ਕੁਛ ਨਹੀਂ, ਮੈਂ ਕੁਦਰਤੀ ਖੇਤੀ ਕਰਨੀ ਆ, ਤੁਸੀਂ ਫਿਰ ਇਹਨਾਂ ਦੀ ਉਦਾਹਰਨ ਦੇ ਦੇਣ, ਰੈਫਰੈਂਸ। ਦੇਖੋ ਜੀ, ਇਹਨਾਂ ਮੁੰਡਿਆਂ ਨੇ ਦੋਵਾਂ ਨੇ
ਆਪਣੇ ਬਾਪ ਤੋਂ ਸੇਧ ਲਈ ਜੀ। ਉਹ ਬਹੁਤ ਸਿਆਣੇ ਸੀ ਹੂੰ ਜਿਨ੍ਹਾਂ ਨੇ ਇਹਨਾਂ ਨੂੰ ਇੱਧਰ ਤੋਰਿਆ ਜੀ। ਤੁਹਾਨੂੰ ਇਹ ਮੈਂ ਵੀ ਦੱਸਦਾ ਕਿ ਅਮਰਜੀਤ ਬਾਹਰ ਛੱਡ ਕੇ ਤੇ ਇੱਥੇ ਆਇਆ ਛੱਡ ਕੇ ਆਇਆ ਕਿ ਮੈਂ ਖੇਤੀ ਕਰਨੀ ਆ। ਇਹਨਾਂ ਨੇ ਆਪਣੀ ਲਾਗਤ ਘਟਾ ਲਈ ਆ, ਲਾਗਤ ਘਟਾ ਲਈ ਆ। ਇਨਕਮ ਜਿਹੜੀ ਵਧਾਈ। ਜਿਹੜਾ ਗੋੜੇ ਆ ਜੇ ਬਾਜ਼ਾਰ ਦੇ ਵਿੱਚ ਆ ਉਹ 50 ਰੁਪਏ ਆ, ਇਹਨਾਂ 100 ਰੁਪਏ ਵਿਕਦਾ। 100 ਰੁਪਏ ਵਿਕਦਾ। ਉਹ ਵੀ ਬੜੀ ਮੰਗ ਜਾਰੀ ਆ, ਮੰਗ ਜਾਰੀ ਹੈ। ਠੀਕ ਹੈ ਪੰਗੂ ਸਾਹਿਬ, ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਸੋ ਅਮਰਜੀਤ ਸਿੰਘ ਪੰਗੂ ਤੇ ਕਰਮਜੀਤ ਸਿੰਘ ਪੰਗੂ ਦੋ ਭਰਾ ਤੁਹਾਡੇ ਨਾਲ ਗੱਲਾਂ ਬਾਤਾਂ ਜਿਹੜੀਆਂ ਦੋਨਾਂ ਸੱਜਣਾ ਨੇ ਜਿਹੜੀਆਂ ਉਹ ਕੀਤੀਆਂ। ਤੇ ਜਦੋਂ ਗੱਲਾਂ ਬਾਤਾਂ ਕੀਤੀਆਂ ਮੈਂ ਪੰਜਾਬੀਆਂ ਨੂੰ ਇੱਕ ਬੇਨਤੀ ਕਰਦਾ ਭਾਈ, ਬਾਕੀ ਤਾਂ ਤੁਸੀਂ ਮੰਨਣਾ ਨਹੀਂ ਮੰਨਣਾ ਤੁਹਾਡੀ ਆਪ ਦੀ ਮਰਜ਼ੀ ਆ, ਤੁਹਾਡੇ ਕੋਲੇ 20 ਤਰਕ ਹੋਣਗੇ, ਸਾਂਝੇ ਪਰਿਵਾਰ ਨਾਲ ਦੀ ਰੀਸ ਕੋਈ ਨਹੀਂ। ਇਹ ਪਹਿਲਾਂ ਵੀ ਬਹੁਤ ਵਾਰੀ ਗੱਲ ਆਪਾਂ ਕੀਤੀ ਹੈ, ਕੈਨੇਡਾ ਦੇ ਵਿੱਚ ਵੀ ਆਪਾਂ ਜਦੋਂ ਗੱਲ ਕਰਦੇ ਹੁੰਦੇ ਆ ਤੇ ਉੱਥੇ ਵੀ ਮਾਣੂਕੇ ਵਾਲਾ ਪਰਿਵਾਰ ਉਹਦੀ ਉਦਾਹਰਣ ਦਈਦੀ ਕਿਉਂਕਿ ਲੰਬਾ ਚੌੜਾ ਪਰਿਵਾਰ ਹੈ ਸਾਂਝਾ। ਇਧਰਲੇ ਪਾਸੇ ਇਹ ਭੰਗੂ ਪਰਿਵਾਰ ਹੈ ਚੜ੍ਹ ਕੇ ਨੇੜੇ ਭੋਗਪੁਰ ਜ਼ਿਲ੍ਹਾ ਜਲੰਧਰ ਦੇ ਵਿੱਚ। ਤੇ ਦੂਸਰੀ ਗੱਲ ਕੁਦਰਤੀ ਖੇਤੀ। ਭਾਈ ਪੰਜਾਬ ਦੇ ਵਿੱਚ ਕੋਈ ਹਸਪਤਾਲ ਜਿਹੜਾ ਐਸਾ ਨਹੀਂ ਜਿੱਥੇ ਵੇਟਿੰਗ ਲਿਸਟ ਨਾ ਹੋਵੇ, ਹਾੜੇ ਕੱਢ ਕੇ ਬੈੱਡ ਲੈਣਾ ਪੈਂਦਾ ਕਾਹਦੇ ਲਈ ਇਲਾਜ ਕਰਾ ਲਈਏ, ਕਿਉਂਕਿ ਸਾਡਾ ਖਾਣ ਪੀਣ ਮਾੜਾ ਹੋ ਗਿਆ, ਸਾਡੀ ਹਵਾ ਮਾੜੀ ਹੋ ਗਈ, ਸਾਡਾ ਪਾਣੀ ਮਾੜਾ ਹੋ ਗਿਆ। ਤੇ ਕਿਉਂ ਹੁੰਦਾ? ਖਾਦਾਂ ਪਾਈ ਜਾਂਦੇ ਆ, ਨਾੜ ਸਾੜੀ ਜਾਂਦੇ ਆ। ਮਜਬੂਰੀਆਂ ਤੁਹਾਡੀਆਂ 20 ਨੇ, ਪਰ ਅੱਜ ਇੱਕ ਸਾਨੂੰ ਸੀ ਕਿ ਪ੍ਰੈਕਟੀਕਲੀ ਜ਼ਮੀਨ ਦੇ ਉੱਤੇ ਜਾ ਕੇ ਹਕੀਕਤ ਜਿਹੜੀ ਹੈ ਉਹ ਤੁਹਾਡੇ ਨਾਲ ਜਿਹੜੀ ਉਹ ਸਾਂਝੀ ਜ਼ਰੂਰ ਕਰ ਲਈਏ। ਨਾੜ ਵੀ ਨਹੀਂ ਸਾੜਦੇ, ਕੁਦਰਤੀ ਖੇਤੀ ਕਰਦੇ ਆ। ਤੇ ਸਭ ਤੋਂ ਵੱਡੀ ਗੱਲ ਹੈ ਕਿ ਫਸਲ ਪਿਛਲੇ ਸਾਲ ਦੇ ਐਡਵਾਂਸ ਪੈਸੇ ਆਏ ਆ, ਵਿਆਜ ਦੇਖ ਲਓ ਕਿੰਨਾ ਪੈ ਗਿਆ ਹੋਣਾ। ਤੇ ਇੱਕ ਪਾਸੇ ਉਹ ਫਸਲ ਹੈ ਜਿਹੜੀ ਰੁਲ ਰਹੀ ਹੈ। ਸੋ ਥੋੜ੍ਹਾ ਜਿਹਾ ਧਿਆਨ ਜੇ ਇੱਧਰਲੇ ਪਾਸੇ ਦਿੱਤਾ ਜਾ ਸਕੇ। ਮੈਂ ਯਤਨ ਕੀਤਾ। ਜੇ ਤੁਹਾਨੂੰ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਰ ਦਿਓ। ਤੁਹਾਡੀਆਂ ਟਿੱਪਣੀਆਂ ਦਾ ਇੰਤਜ਼ਾਰ ਜਿਹੜਾ ਜ਼ਰੂਰ ਰਹੂਗਾ। ਇੱਥੇ ਦਿਓ ਪਰਮਜੀਤ ਸਿੰਘ ਬਾਠ ਨੂੰ ਆਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।